हाँ जी, ਆਪਾਂ ਪਾਰਟ 5 ਯੂਨੀਅਨ ਕਰ ਰਹੇ ਸੀਗੇ ਡਿਸਕਸ। ਉਹਦੇ ਚ ਕੱਲ ਯੂਨੀਅਨ ਲੈਜਿਸਲੇਚਰ ਸਟਾਰਟ ਕੀਤਾ ਸੀਗਾ। ਯੂਨੀਅਨ ਲੈਜਿਸਲੇਚਰ ਦੇ ਵਿੱਚ ਆਪਾਂ ਸਾਰਿਆਂ ਤੋਂ ਪਹਿਲਾਂ ਰਾਜ ਸਭਾ ਬਾਰੇ ਪੜ੍ਹਿਆ ਸੀ, ਫਿਰ ਲੋਕ ਸਭਾ ਬਾਰੇ ਪੜ੍ਹਿਆ ਸੀਗਾ। ਫਿਰ ਉਸ ਤੋਂ ਬਾਅਦ ਐਮਪੀ ਹੈ ਨਾ, ਐਮਪੀ ਦੀਆਂ ਜੋ ਕੁਆਲੀਫਿਕੇਸ਼ਨ ਸੀਗੀਆਂ, ਫਿਰ ਐਮਪੀ ਨੂੰ ਕਿਵੇਂ ਡਿਸਕੁਆਲੀਫਾਈ ਕੀਤਾ ਜਾ ਸਕਦਾ, ਐਮਪੀ ਦੀ ਓਥ, ਉਹਦੀ ਸੈਲਰੀ, ਸਪੀਕਰ, डिप्टी स्पीकर, चेयरमैन, डिप्टी चेयरमैन राज्य सभा। तो ये सारिया चीज़ां आप कर चुके हैं। हाँ भी ठीक है। सो अज जिहड़ा आपां काम शुरू करना, अज आपां करना लैजिसलेचर प्रोसीजर इन लोक सभा एंड राज्य सभा। लोक सभा का भी मैंने एक हाउस का कर लिया, सेम ही है दूजे हाउस के विच भी। ठीक है जी। ठीक है। सो अज लैजिसलेटिव प्रोसीजर तो स्टार्ट करना पार्लीमेंट ਦੇ ਵਿੱਚ ਵੀ ਕਿਵੇਂ ਕਿਵੇਂ ਚੱਲਦਾ ਜਦੋਂ ਕੋਈ ਬਿੱਲ ਬਣਾਉਣਾ। ਵੀ ਆਪਾਂ ਹਜੇ ਤੱਕ ਤਾਂ ਆਪਾਂ ਨੂੰ ਸਿਰਫ ਇੰਨੀ ਗੱਲ ਦਾ ਪਤਾ ਨਾ ਵੀ ਬਿੱਲ ਅੰਦਰ ਜਾਂਦਾ ਤੇ ਬਸ ਉਹ ਪਾਸ ਹੋ ਜਾਂਦਾ ਹੈ ਨਾ। ਇੰਟਰੋਡਿਊਸ ਕਰਦੇ ਆ, ਪਹਿਲਾਂ ਆਪਾਂ ਪੇਸ਼ ਕਰਦੇ ਆ, ਫਿਰ ਉਹ VOTING ਹੁੰਦੀ ਹੈ, ਪਾਸ ਹੋ ਜਾਂਦਾ, ਫਿਰ ਉਹ ਦੂਜੇ ਹਾਊਸ 'ਚ ਜਾਂਦਾ, ਉੱਥੇ VOTING ਹੁੰਦੀ ਹੈ। ਫਿਰ ਇੰਨੀ ਗੱਲ ਦਾ ਆਪਾਂ ਨੂੰ ਹਜੇ ਪਤਾ, ਪਰ ਹੁਣ ਆਪਾਂ ਅੱਜ ਡਿਟੇਲ ਦੇ ਵਿੱਚ ਕਰਨਾ ਵੀ ਕਿਵੇਂ ਕਿਵੇਂ ਪਾਰਲੀਮੈਂਟ ਦੇ ਵਿੱਚ ਭਗਵੰਤ ਮਾਨ ਹੋਰੀ ਜਾ ਕੇ ਕੀ ਕੁਛ ਕਰਦੇ ਆ ਇੱਥੇ। ठीक है। तो ठीक है ये लिखा सारा तो पहली लाइन, द लेजिस्लेटिव प्रोसीजर इज आइडेंटिकल इन बोथ द हाउसेज ऑफ पार्लियामेंट। तो वो सेम ही है। ਜਿਹੜਾ ਕੰਮ ਲੋਕ ਸਭਾ ਦੇ ਵਿੱਚ ਉਹ ਕਰੀ ਜਾਂਦੇ ਹੁੰਦੇ ਆ ਐਮਪੀ, ਉਹੀ ਕੰਮ ਰਾਜ ਸਭਾ ਦੇ ਵਿੱਚ ਵੀ ਸੇਮ ਤਰੀਕੇ ਨਾਲ ਹੀ ਉਹ ਪਾਸ ਹੁੰਦੇ ਆ ਬਿੱਲ ਜਾਂ ਡਿਸਕਸ਼ਨ ਵਗੈਰਾ, ਉਹ ਸਾਰਾ ਕੁਝ ਸੇਮ ਹੈ। ਠੀਕ ਹੈ। ਐਵਰੀ ਬਿੱਲ ਹੈਜ਼ ਟੂ ਪਾਸ ਥਰੂ ਦ ਸੇਮ ਸਟੇजेस इन ईच हाउस। ठीक है। A bill is a proposal for legislation and become an act or law when duly enacted। ठीक है। सो कहने का मतलब ਕੀ ਹੈ ਵੀ ਬਿੱਲ ਜਿਹੜਾ ਬਿੱਲ ਅਸਲ 'ਚ ਪ੍ਰਪੋਜ਼ਲ ਹੁੰਦਾ। ਬਿੱਲ ਕੀ ਹੁੰਦਾ? ਪ੍ਰਪੋਜ਼ਲ ਹੁੰਦਾ। ਕਾਹਦਾ? ਕਾਨੂੰਨ ਬਣਦਾ ਹੈ ਨਾ, ਲੈਜਿਸਲੇਸ਼ਨ ਦਾ। ਤੇ ਜਦੋਂ ਉਹ ਐਕਟ ਬਣ ਜਾਂਦਾ ਉਦੋਂ ਕਾਨੂੰਨ ਬਣ ਜਾਂਦਾ, ਉਦੋਂ ਪਹਿਲਾਂ ਉਹ ਪ੍ਰਪੋਜ਼ਲ ਆ। ठीक है जी। ਪ੍ਰਪੋਜ਼ਲ ਆ ਵੀ ਆਪਾਂ ਨਾਲ ਲਾ ਬਣਾਉਣਾ ਚਾਹੁੰਦੇ ਆ, ਇਹ ਪ੍ਰਪੋਜ਼ਲ ਆ ਆਪਾਂ ਵੀ ਆਪਾਂ ਕਿਉਂਕਿ ਜਿਵੇਂ ਹੁਣ ਜਿਵੇਂ ਤੁਸੀਂ ਕਿਸੇ ਕੰਪਨੀ 'ਚ ਲੱਗੇ ਆ, ਠੀਕ ਹੈ, ਤੁਸੀਂ ਕੋਈ ਆਪਾਂ ਕੋਈ ਨਵਾਂ ਪ੍ਰੋਡਕਟ ਲਾਂਚ ਕਰਨਾ ਚਾਹੁੰਦੇ ਆ, ਜਾਂ ਆਪਾਂ ਕੋਈ ਨਵਾਂ ਤੇਰੇ ਦਿਮਾਗ 'ਚ ਆਈਡੀਆ ਆ ਗਿਆ, ਆਪਾਂ ਚਾਹੁੰਦੇ ਆ ਵੀ ਹਾਂ ਇਹ ਆਪਾਂ ਇਹ ਕਰੀਏ ਯਾਰ। ਜੇ ਚਲੋ ਆਪਾਂ ਘਰ ਦੀ ਐਗਜ਼ਾਮਪਲ ਲੈ ਲਈਏ ਆਪਣੇ ਮਨ 'ਚ, ਵੀ ਤੇਰੇ ਦਿਮਾਗ 'ਚ ਆਈਡੀਆ ਆ ਗਿਆ ਵੀ ਆਪਾਂ ਕਿਉਂ ਨਾ ਯਾਰ ਆਪਾਂ ਆਰਗੈਨਿਕ ਖੇਤੀ ਕਰੀਏ। ਠੀਕ ਹੈ। ਤੂੰ हाँ ਪ੍ਰਪੋਜ਼ਲ हाँ भी ਰੱਖਿਆ ਨਿੱਕੇ ਦੇ ਸਾਹਮਣੇ। ਸੋ ਇਹ ਪ੍ਰਪੋਜ਼ਲ ਆ ਉਹਨਾਂ ਟਾਈਮ, ਜਿੰਨਾ ठीक है ਟਾਈਮ ਵੀ ਦੋ ਚਾਰ ਬੰਦੇ ਡਿਸਕਸ ਕਰੋਗੇ ਨਾ। ਫਿਰ ਜੇ ਇਹਨਾਂ ਨੇ ਕਹਿਦਾ ਵੀ ਹਾਂ ਯਾਰ ਆਪਾਂ ਕਰ ਲੈਂਦੇ ਹਾਂ, ਸਾਰਿਆਂ ਨੇ ਯੈਸ ਕਰਤੀ, ਸੋ ਉਹੀ ਪ੍ਰਪੋਜ਼ਲ ਬਾਅਦ ਦੇ ਵਿੱਚ ਕੀ ਹੈ, ਉਹਨੂੰ ਇੰਪਲੀਮੈਂਟ ਕਰ ਦੋਗੇ ਤੁਸੀਂ। ਵੀ ਕਹਿਣ ਦਾ ਮਤਲਬ ਹਨਾ ਖੇਤ 'ਚ ਹਾਂ हाँ भाई ਹਨਾ, ਉਹੀ ਗੱਲ ਹੈ ਵੀ ਪਹਿਲਾਂ ਉਹ ਇੱਕ ਪ੍ਰਪੋਜ਼ਲ ਹੁੰਦਾ ਬਿੱਲ, ਜਦੋਂ ਲੈ ਕੇ ਆਇਆ ਜਾਂਦਾ, ਇੰਟਰੋਡਿਊਸ ਕੀਤਾ ਜਾਂਦਾ ਕਿਸੇ ਵੀ ਹਾਊਸ ਦੇ ਵਿੱਚ, ਪਰ ਜਦੋਂ हाँ ਦੋਵਾਂ ਹਾਊਸਸ ਤੋਂ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੇ ਸਾਈਨ ਹੋ ਜਾਂਦੇ ਆ, ਤੇ ਉਹ ਬਿੱਲ ਨੂੰ ਪੱਕੀ ਸ਼ੇਪ ਮਿਲ ਜਾਂਦੀ ਹੈ। ਉਹ ਕਹਿਣ ਦਾ ਮਤਲਬ ਕੀ ਬਣ ਜਾਂਦਾ? ਕਾਨੂੰਨ ਬਣ ਜਾਂਦਾ, ਐਕਟ ਬਣ ਜਾਂਦਾ। ਸੋ ਬਿਲਜ਼ ਮੇ ਬੀ ਕਲਾਸੀਫਾਈਡ ਅੰਡਰ 4 ਹੈਡਸ। ਕਿਹੜੇ ਕਿਹੜੇ ਹੁੰਦੇ ਆ? ਆਰਡੀਨਰੀ ਬਿੱਲ, ਮਨੀ ਬਿੱਲਜ਼, ਫਾਈਨੈਂਸ਼ੀਅਲ ਬਿੱਲ ਤੇ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ। ਆਹ ਚਾਰੇ ਚੀਜ਼ਾਂ ਤੁਹਾਨੂੰ ਆਈ ਥਿੰਕ ਕਲੀਅਰ ਆ। ਬਿੱਲ ਕਿੰਨੇ ਤਰ੍ਹਾਂ ਦੇ ਹੁੰਦੇ ਆ? ਆਰਡੀਨਰੀ ਬਿੱਲ ਤੇ ਮਨੀ ਬਿੱਲ। ਆਰਡੀਨਰੀ ਬਿੱਲ ਦੀ ਤੇ ਮਨੀ ਬਿੱਲ ਦੀ ਆਪਾਂ ਕੱਲ ਦੀ ਗੱਲ ਕਰ ਰਹੇ ਹਾਂ, ਕੱਲ ਵੀ ਗੱਲ ਕੀਤੀ ਸੀ। हाँ ਫਾਈਨੈਂਸ਼ੀਅਲ भाई ਬਿੱਲ ਵੀ ਮਨੀ ਬਿੱਲ ਵਰਗਾ ਹੀ ਹੁੰਦਾ। ਠੀਕ ਹੈ। ਉਦੋਂ ਬਾਅਦ ਦੇ ਲਾਸਟ ਕਿਹੜਾ ਆ ਗਿਆ? ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ। ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਦਾ ਤੁਹਾਨੂੰ ਨਾਂ ਤੋਂ ਹੀ ਪਤਾ ਲੱਗ ਰਿਹਾ ਵੀ ਜਿਹੜਾ ਕਨਸਟੀਟਿਊਸ਼ਨ ਦੀ ਅਮੈਂਡਮੈਂਟ ਵਾਸਤੇ ਲਿਆਉਣਾ ਹੋਊਗਾ ਉਹ ਕੀ ਹੋ ਜਾਊਗਾ? ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ। ਸੋ ਪੰਜਵਾਂ ਕੋਈ ਬਿੱਲ ਨਹੀਂ ਹੁੰਦਾ। ਇਹ 4 ਤਰ੍ਹਾਂ ਦੇ ਬਿੱਲ ਹੁੰਦੇ ਆ ਮੇਨਲੀ। ਆਪਾਂ ਆਰਡੀਨਰੀ ਬਿੱਲ, ਜ਼ਿਆਦਾਤਰ ਆਰਡੀਨਰੀ ਬਿੱਲ ਹੀ ਹੁੰਦੇ ਆ ਵੀ ਹਾਂ, ਜਿਵੇਂ ਹੁਣ ਖੇਤੀ ਬਿੱਲ ਆਏ ਸੀ, ਜਾਂ ਕੋਈ ਲੇਬਰ ਬਿੱਲ ਆ ਗਿਆ, ਜਾਂ ਹਨਾ ਡੀਐਨਏ ਬਿੱਲ ਆ ਗਿਆ, ਡੀਐਨਏ ਟੈਕਨੋਲੋਜੀ ਬਿੱਲ ਆ ਗਿਆ। ਸੋ ਇਹ ਸਾਰੇ ਆਰਡੀਨਰੀ ਬਿੱਲ ਹੁੰਦੇ ਆ। ਜਦੋਂ ਮੰਨ ਕੇ ਚਲੋ ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਕੋਈ ਨਾ ਕੋਈ ਸੋਧ ਕਰਨੀ ਹੈ, ਉਦੋਂ ਤੁਸੀਂ ਕਿਹੜਾ ਬਿੱਲ ਲੈ ਕੇ ਆਓਗੇ? ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ।
ਫਿਰ ਹਾਂਜੀ। ਜੇ ਤੁਸੀਂ ਮੰਨ ਕੇ ਚੱਲੋ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਲਿਆਂਦਾ, ਜੇ ਤੁਸੀਂ ਮੰਨ ਕੇ ਚੱਲੋ ਕੋਈ ਬਾਈਟ ਪੇਸ਼ ਕਰਨਾ ਕੁਛ ਹੈ ਨਾ, ਪੈਸੇ ਨਾਲ ਲੈਣ ਦੇਣ ਦਾ ਕੰਮ ਕਰਨਾ ਜਾਂ ਕੋਈ ਉਹ ਜੀ ਚੀਜ਼ ਹੈ, ਸੋ ਉਹ ਕੀ ਆਊਗਾ, ਮਨੀ ਬਿੱਲ ਆਊਗਾ। ਠੀਕ ਹੈ ਜੀ। ਠੀਕ ਹੈ। ਸੋ ਇਹ 4 ਤਰ੍ਹਾਂ ਦੇ ਬਿੱਲ ਆ, ਤੇ ਨਾਲ ਮਨੀ ਬਿੱਲ ਤੇ ਫਾਈਨੈਂਸ਼ੀਅਲ ਬਿੱਲ ਵੀ ਉਹ ਜਿਹਾ ਹੀ ਹੁੰਦਾ, ਫਾਈਨਾਂਸ ਬਿੱਲ ਹੁੰਦਾ ਜਿਹੜਾ। ਠੀਕ ਹੈ ਜੀ। ਸੋ the legislative procedure of government bills and private members bill is same। ਹੁਣ ਇੱਥੇ ਬਿੱਲ ਜਿਹੜੇ ਹੁੰਦੇ ਆ ਮੇਨਲੀ ਉਹ ਤਾਂ 4 ਤਰ੍ਹਾਂ ਦੇ ਹੁੰਦੇ ਆ, ਉਹ ਠੀਕ ਆ। ਬਿੱਲ ਉਹਦੀ ਨੇਚਰ ਦੇ ਹਿਸਾਬ ਨਾਲ, ਬਿੱਲ ਦੀ ਨੇਚਰ ਦੇ ਹਿਸਾਬ ਨਾਲ ਕਿੰਨੇ ਤਰ੍ਹਾਂ ਦੇ ਹੁੰਦੇ ਆ, 4 ਤਰ੍ਹਾਂ ਦੇ। 4 ਤਰ੍ਹਾਂ। ਠੀਕ ਹੈ, ਵੀ ਉਹਦੀ ਨੇਚਰ ਹੈ ਨਾ, ਵੀ ਆਰਡੀਨਰੀ ਬਿੱਲ ਆ, ਉਹ ਮਨੀ ਬਿੱਲ ਆ। ਵੀ ਮਨੀ ਬਿੱਲ ਦਾ ਆਪਾਂ ਨੂੰ ਕੀ ਪਤਾ ਲੱਗਿਆ ਵੀ ਉਹ ਪੈਸੇ ਧੇਲੇ ਨਾਲ ਸੰਬੰਧਿਤ ਹੋਊਗਾ, ਉਹ ਮਨੀ ਬਿੱਲ ਹੋ ਗਿਆ। ਜੇ ਮੰਨ ਕੇ ਚਲੋ ਆਰਡੀਨਰੀ ਬਿੱਲ, ਉਹਦੀ ਨੇਚਰ ਆਰਡੀਨਰੀ ਹੁੰਦੀ ਹੈ। ਜੇ ਹੁਣ ਮੰਨ ਕੇ ਚਲੋ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਆ, ਉਹ ਕਾਹਤੋਂ ਉਹਦਾ ਨਾਮ ਆਪਾਂ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਕਿਉਂਕਿ ਉਹ ਕਨਸਟੀਟਿਊਸ਼ਨ ਚੇਂਜ ਕਰੂਗਾ। ਠੀਕ ਹੈ, ਤੇ ਇਹ ਨੇਚਰ ਦੇ ਹਿਸਾਬ ਤੇ ਜੇ ਹੁਣ ਬੰਦਾ ਕਿਹੜਾ ਲਿਆ ਰਿਹਾ ਬਿੱਲ, ਉਹਦੇ ਹਿਸਾਬ ਨਾਲ ਗੱਲ ਕਰੀਏ। ਠੀਕ ਹੈ, ਉਹ ਬਿੱਲ ਨੂੰ ਆਪਾਂ 2 ਤਰੀਕਿਆਂ 'ਚ ਵੰਡ ਸਕਦੇ ਹਾਂ। ਕਿਹੜੇ ਕਿਹੜਿਆਂ 'ਚ? ਇੱਕ ਤਾਂ ਪ੍ਰਾਈਵੇਟ ਮੈਂਬਰ ਬਿੱਲ, ਤੇ ਦੂਜਾ ਕੀ ਹੈ, ਗਵਰਨਮੈਂਟ ਬਿੱਲ। ਤੁਹਾਨੂੰ ਮੈਂ ਦੱਸਿਆ ਸੀਗਾ ਜਦੋਂ ਆਪਾਂ ਪੀਐਮ ਐਂਡ ਕਾਉਂਸਲ ਆਫ ਮਿਨਿਸਟਰ ਕਰ ਰਹੇ ਸੀ, ਮੈਂ ਤੁਹਾਨੂੰ ਇਹ ਕਿਹਾ ਸੀਗਾ ਵੀ ਬਿੱਲ ਅਸਲ 'ਚ ਲੈ ਕੇ ਕੌਣ ਆਉਂਦਾ? ਪਾਸ ਜ਼ਰੂਰ ਪਾਰਲੀਮੈਂਟ ਕਰਦੀ ਹੈ, ਪਰ ਬਿੱਲ ਲੈ ਕੇ ਕੌਣ ਆਉਂਦਾ, ਇੰਟਰੋਡਿਊਸ ਕੌਣ ਕਰਦਾ? ਤੁਹਾਨੂੰ ਕਿਹਾ ਸਰਕਾਰ ਕਰਦੀ ਹੈ, ਪੀਐਮ ਤੇ ਕਾਉਂਸਲ ਆਫ ਮਿਨਿਸਟਰ ਹੀ ਕਰਦੀ ਹੈ। ਹਾਂ ਬਈ। ਬਿੱਲ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਕੌਣ ਆਊਗਾ? ਮੈਂ ਦੱਸਿਆ ਵੀ ਪਹਿਲਾਂ ਬਿੱਲ ਇਹ ਜਿਹਾ ਬਿੱਲ ਲਿਆਉਣਾ ਗਵਰਨਮੈਂਟ ਦੇ ਦਿਮਾਗ 'ਚ ਹੀ ਆਊਗੀ ਨਾ, ਮੋਦੀ ਦੇ ਦਿਮਾਗ 'ਚ ਆਊਗੀ, ਉਹ ਪਾਰਲੀਮੈਂਟ ਦੇ ਵਿੱਚ ਲੈ ਕੇ ਆਊਗਾ। ਤੁਹਾਨੂੰ ਇੰਨੀ ਗੱਲ ਦੱਸੀ ਸੀ। ਪਰ ਜਿਹੜੇ ਪ੍ਰਾਈਵੇਟ ਮੈਂਬਰ ਬਿੱਲ ਹੁੰਦੇ ਨਾ, ਉਹ ਸਰਕਾਰ ਨਹੀਂ ਲੈ ਕੇ ਆਉਂਦੀ ਗੀ। ਪ੍ਰਾਈਵੇਟ ਮੈਂਬਰ ਬਿੱਲ ਵੀ ਲਿਆਏ ਜਾ ਸਕਦੇ ਹੁੰਦੇ ਆ। ਭਗਵੰਤ ਮਾਨ ਦੇ ਦਿਮਾਗ 'ਚ ਆਵੇ ਵੀ ਆਪਾਂ ਨੂੰ ਆਹ ਬਿੱਲ ਚਾਹੀਦਾ, ਉਹ ਪ੍ਰਾਈਵੇਟ ਮੈਂਬਰ ਬਿੱਲ ਉਹ ਵੀ ਲੈ ਕੇ ਆ ਸਕਦਾ। ਠੀਕ ਹੈ ਜੀ। ਠੀਕ ਹੈ, ਵੈਸੇ ਜ਼ਿਆਦਾਤਰ 95 ਤੋਂ 98% ਬਿੱਲ ਸਰਕਾਰ ਹੀ ਲੈ ਕੇ ਆਉਂਦੀ ਹੈ। ਕੋਈ 1-2% ਕਿਤੇ ਪ੍ਰਾਈਵੇਟ ਮੈਂਬਰ ਬਿੱਲ ਆ ਜਾਂਦੇ ਆ, ਪਰ ਬਹੁਤ ਘੱਟ ਰੇਅਰ ਚਾਂਸ ਹੁੰਦੇ ਆ ਵੀ ਜਿਵੇਂ 3 ਸੈਸ਼ਨਾਂ ਪਾਰਲੀਮੈਂਟ ਦੇ 3 ਸੈਸ਼ਨਾਂ 'ਚ ਕਿਤੇ ਇੱਕ ਅੱਧਾ ਪ੍ਰਾਈਵੇਟ ਮੈਂਬਰ ਬਿੱਲ ਆ ਜੇ। ਵੈਸੇ ਸਰਕਾਰ ਹੀ ਕਰਦੀ ਆ ਸਾਰੇ। ਠੀਕ ਹੈ, ਸੋ ਤਾਂ ਕਰਕੇ ਇਹਨਾਂ ਨੇ ਸਿਰਫ ਉਹ ਇੱਕ ਗੱਲ ਦੱਸੀ ਆ ਵੀ ਉਹਨਾਂ ਦੇ ਵੀ ਭਾਵੇਂ ਪ੍ਰਾਈਵੇਟ ਮੈਂਬਰ ਬਿੱਲ ਆ, ਵੀ ਕਿਸੇ ਐਮਪੀ ਨੇ ਆਪਦੇ ਬੇਸ ਤੇ ਲਿਆਂਦਾ, ਵੀ ਉਹ ਆਪੋਜੀਸ਼ਨ ਪਾਰਟੀ ਦਾ ਜਾਂ ਵੀ ਕਿਸੇ ਹੋਰ ਪਾਰਟੀ ਦਾ। ਠੀਕ ਹੈ, ਤੇ ਭਾਵੇਂ ਉਹ ਬਿੱਲ ਕਿਸੇ ਮੰਤਰੀ ਨੇ ਲੈ ਕੇ ਆਂਦਾ, ਵੀ ਸਰਕਾਰ ਨੇ ਲੈ ਕੇ ਆਂਦਾ। ਸਰਕਾਰ ਕੀ ਆ? ਮੰਤਰੀ ਤੇ ਪ੍ਰਧਾਨ ਮੰਤਰੀ ਉਹ ਸਰਕਾਰ ਹੈ ਨਾ। ਜੇ ਮੈਂ ਕਹੀਏ ਨਾ ਸਰਕਾਰ ਨੇ ਬਿੱਲ ਲੈ ਕੇ ਆਂਦਾ, ਇਹਦਾ ਮਤਲਬ ਉੱਥੇ ਕੋਈ ਨਾ ਕੋਈ ਮੰਤਰੀ, ਸਰਕਾਰ ਦਾ ਮੰਤਰੀ ਉਹ ਬਿੱਲ ਨੂੰ ਪੇਸ਼ ਕਰਦਾ। ਠੀਕ ਹੈ ਜੀ। ਠੀਕ ਹੈ, ਸੋ ਪ੍ਰਾਈਵੇਟ ਮੈਂਬਰ ਬਿੱਲ ਤੇ ਗਵਰਨਮੈਂਟ ਬਿੱਲ ਦੇ ਵਿੱਚ ਇੰਨਾ ਕੀ ਡਿਫਰੈਂਸ ਆ? ਗਵਰਨਮੈਂਟ ਬਿੱਲ ਆ ਜਿਹੜਾ, ਉਹ ਕੋਈ ਨਾ ਕੋਈ ਮੰਤਰੀ ਪੇਸ਼ ਕਰੂਗਾ ਉੱਥੇ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ। ਜਿਹੜਾ ਪ੍ਰਾਈਵੇਟ ਮੈਂਬਰ ਬਿੱਲ ਆ, ਉਹ ਇੱਕ ਆਰਡੀਨਰੀ ਐਮਪੀ, ਜਿਵੇਂ ਭਗਵੰਤ ਮਾਨ ਆ, ਆਮ ਆਦਮੀ ਦਾ ਮੈਂਬਰ ਹੀ ਇੱਕ ਆ ਉੱਥੇ, ਇਹਦਾ ਆਰਡੀਨਰੀ ਐਮਪੀ, ਇਹਦਾ ਸਰਕਾਰ 'ਚ ਕੋਈ ਰੋਲ ਨਹੀਂਗਾ। ਠੀਕ ਹੈ, ਪਰ ਇਹ ਬਿੱਲ ਪੇਸ਼ ਕਰ ਸਕਦਾ। ਫਿਰ ਸੁਖਬੀਰ ਬਾਦਲ ਹੋਰੀ ਕਰੀ ਜਾਣ ਭਾਵੇਂ, ਤੇ ਇਹ ਪਰ ਜਿਹੜਾ ਭਗਵੰਤ ਮਾਨ ਪੇਸ਼ ਕਰੂਗਾ ਜਾਂ ਸੁਖਬੀਰ ਬਾਦਲ ਪੇਸ਼ ਕਰੂ, ਇਹ ਬਿੱਲ ਨੂੰ ਆਪਾਂ ਕੀ ਕਵਾਂਗੇ? ਪ੍ਰਾਈਵੇਟ ਮੈਂਬਰ ਬਿੱਲ। ਸੋ ਅੱਗੇ ਕੀ ਲਿਖਿਆ? ਮਨੀ ਬਿਲਸ ਕੈਨ ਨਾਟ ਬੀ ਇੰਟਰੋਡਿਊਸਡ ਇਨ ਦਾ ਰਾਜ ਸਭਾ। ਇਹ ਤਾਂ ਆਪਾਂ ਕੱਲ ਦੇ ਰੌਲਾ ਪਾਈ ਜਾਂਦੇ। ਮਨੀ ਬਿੱਲ ਕਿੱਥੇ ਇੰਟਰੋਡਿਊਸ ਕੀਤਾ ਜਾ ਸਕਦਾ? ਸਿਰਫ ਲੋਕ ਸਭਾ ਦੇ ਵਿੱਚ। ਦਾ ਅਦਰ ਬਿੱਲ ਕੈਨ ਬੀ ਇੰਟਰੋਡਿਊਸਡ ਇਨ ਅਦਰ ਹਾਊਸ। ਮਨੀ ਬਿੱਲ ਨੂੰ ਛੱਡ ਕੇ ਬਾਕੀ ਬਿੱਲ ਕਿਸੇ ਵੀ ਹਾਊਸ ਦੇ ਵਿੱਚ ਪੇਸ਼ ਕੀਤੇ ਜਾ ਸਕਦੇ, ਪਰ ਕੱਲਾ ਮਨੀ ਬਿੱਲ ਆ ਜਿਹੜਾ ਸਿਰਫ ਤੇ ਸਿਰਫ ਇੰਟਰੋਡਿਊਸ ਹੋ ਕਿੱਥੇ ਹੋ ਸਕਦਾ? ਲੋਕ ਸਭਾ ਦੇ ਵਿੱਚ। ਇੰਟਰੋਡਿਊਸ ਦਾ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ, ਇੰਟਰੋਡਿਊਸ ਦਾ ਮਤਲਬ ਹੈ ਸ਼ੁਰੂਆਤ ਹੈ ਨਾ, ਵੀ ਪਹਿਲੀ ਵਾਰੀ ਕਿੱਥੇ ਪੇਸ਼ ਕਰਨਾ। ਉਦੋਂ ਬਾਅਦ ਦੇ ਵਿੱਚ ਸਾਰਾ ਕੁਝ ਸੇਮ ਹੀ ਹੈ। ਪਹਿਲੀ ਵਾਰੀ ਜਿੱਥੇ ਜੀ ਪੇਸ਼ ਕਰਨੀ ਉਹਨੂੰ ਆਪਾਂ ਇੰਟਰੋਡਿਊਸ ਕਹਿੰਦੇ। ਇਹ ਇੰਟਰੋਡਿਊਸ ਹੀ ਯਾਦ ਰੱਖਣਾ। ਠੀਕ ਹੈ। ਫਿਰ every ordinary bill has to pass through 5 stages in the parliament। ਠੀਕ ਹੈ, ਕਿੰਨੀਆਂ ਸਟੇਜਾਂ? 5 ਸਟੇਜਾਂ। ਕਿਹੜੀਆਂ ਕਿਹੜੀਆਂ? ਫਸਟ ਰੀਡਿੰਗ, ਸੈਕੰਡ ਰੀਡਿੰਗ, ਥਰਡ ਰੀਡਿੰਗ, ਬਿੱਲ ਇਨ ਦਾ ਸੈਕੰਡ ਹਾਊਸ ਐਂਡ ਅਸੈਂਟ ਆਫ ਦਾ ਪ੍ਰੈਜ਼ੀਡੈਂਟ। ਠੀਕ ਹੈ, ਜਦੋਂ ਆਪਾਂ ਪਹਿਲੇ ਹਾਊਸ ਦੇ ਵਿੱਚ ਬਿੱਲ ਲੈ ਕੇ ਆਏ, ਮੰਨ ਕੇ ਚੱਲ ਬਲਤੇਜ ਸਿੰਘ ਤੂੰ ਕੱਲ ਐਮਪੀ ਬਣ ਗਿਆ ਸੀਗਾ,
ਹਾਂ ਠੀਕ ਬਈ। ਹੈ। ਸੋ ਹੁਣ ਬਲਤੇਜ ਸਿੰਘ MP ਬਣ ਕੇ ਥਾਂਦੇ ਵਾਲਿਓ ਰੇਲ ਗੱਡੀ ਥਾਂਦੇ ਵਾਲੇ ਤੋਂ ਆਉਂਦੀ ਨਹੀਂ, ਪਰ ਥਾਂਦੇ ਵਾਲਿਓ ਪਹਿਲਾਂ ਮੁਕਤਸਰ ਗਏ ਮੋਟਰਸਾਈਕਲ ਦੇ ਉੱਤੇ। ਠੀਕ ਆ, ਵੈਸੇ ਗੱਲਾਂ ਹਾਂ ਉਦੋਂ ਬਈ। ਵੱਡੀਆਂ ਹੋ ਜਾਂਦੀਆਂ ਹੁੰਦੀਆਂ ਜਦੋਂ MP ਬਣ ਜਾਂਦਾ। ਚਲੋ ਆਪਾਂ ਅੱਜ ਵਾਲੀ ਗੱਲ ਹੀ ਕਰਦੇ ਹਾਂ। ਉੱਥੋਂ ਮੁਕਤਸਰੋਂ ਤੋਂ ਚੜਿਆ ਕੋਟਕਪੂਰੇ ਦੀ ਟ੍ਰੇਨ ਲਈ ਹੈ ਬਠਿੰਡੇ ਹਾਂ ਦੀ, ਬਈ। ਤੇ ਬਠਿੰਡਿਓਂ ਤੋਂ ਰਵਾਨਾ ਹੋ ਗਿਆ ਦਿੱਲੀ। ਦਿੱਲੀ ਪਹੁੰਚ ਗਿਆ, ਦਿੱਲੀ ਪਾਰਲੀਮੈਂਟ ਦੇ ਵਿੱਚ ਪਹੁੰਚਿਆ। ਠੀਕ ਆ, ਉੱਥੇ ਜਾ ਕੇ ਹਾਂ ਬਈ। ਤੁਹਾਨੂੰ ਚਾਹ ਪਾਣੀ ਪੀਤਾ ਪੂਰਾ। ਜਿਹੜੀ 1-2 ਰੁਪਈਆਂ ਵਾਲੀ ਕੰਟੀਨ ਆ, ਉਹ ਚ ਸਾਰਾ ਕੁਝ ਵੀ ਐ ਹੁੰਦੇ। ਉੱਥੇ ਇਹ ਆ ਵੀ ਵਿਆਹਾਂ ਸ਼ਾਦੀਆਂ ਨਾਲ 5 ਸਟਾਰ ਹੋਟਲਾਂ ਨਾਲੋਂ ਵੀ ਤਕੜਾ ਕੰਮ ਹੁੰਦਾ, ਪਰ ਜਿਹੜਾ ਤੁਹਾਡਾ ਰੇਟ ਹੁੰਦਾ ਉਹ 1 ਰੁਪਏ ਜਾਂ 2 ਰੁਪਏ ਥਾਲੀ। ਸੋ ਉੱਥੇ ਖਾਦਾ ਪੀਤਾ ਪੂਰਾ ਐ ਰੱਜ ਗਿਆ। ਠੀਕ ਹੈ। ਠੀਕ ਹੈ ਜੀ। ਤੇ ਹੁਣ ਉਦੋਂ ਬਾਅਦ ਦੇ ਚ ਕੀ ਹੈ ਵੀ ਉੱਥੇ ਜਾ ਕੇ ਜਦੋਂ ਅੰਦਰ ਗਏ ਤੇ ਬਈ ਇਹ ਪਹਿਲਾ ਸੈਸ਼ਨ ਨਹੀਂ ਵੀ ਇਹ ਦੂਜਾ ਤੀਜਾ ਸੈਸ਼ਨ ਆ, ਤੋਂ ਪਹਿਲਾਂ ਵੀ ਜਾਂਦਾ ਰਹਿਣਾ ਉੱਥੇ। ਤੇ ਹੁਣ ਠੀਕ ਹੈ। ਉੱਥੇ ਕਹਿਣ ਦਾ ਮਤਲਬ ਸਰਕਾਰ ਨੇ ਕੀ ਲੈ ਕੇ ਆਈ ਹੈ, ਬਿੱਲ ਲੈ ਕੇ ਆਈ ਹੈ। ਤੋਮਰ ਸਾਹਿਬ ਹੋਰੀ ਬਿੱਲ ਲੈ ਕੇ ਆਏ ਆ ਠੀਕ ਉੱਥੇ ਹੈ ਜੀ। ਆਪਣੀ ਲੋਕ ਸਭਾ ਦੇ ਵਿੱਚ। ਉਹਨਾਂ ਨੇ ਬਿੱਲ ਨੂੰ ਪਹਿਲਾਂ ਪੇਸ਼ ਕਰਤਾ। ਜਦੋਂ ਬਿੱਲ ਪੇਸ਼ ਹੋ ਗਿਆ, ਹੁਣ ਕੀ ਹੋਊਗਾ ਉਹ ਬਿੱਲ ਦੇ ਨਾਲ, ਕੀ ਕੁਝ ਹੋਊਗਾ? ਬਲਤੇਜ ਸਿੰਘ ਬੈਠਾ ਉੱਥੇ ਵੇਖ ਰਿਹਾ। ਕੀ ਵੇਖਦਾ? ਸਾਰਿਆਂ ਤੋਂ ਪਹਿਲਾਂ ਕੀ ਹੁੰਦਾ, ਪੜਿਆ ਜਾਂਦਾ ਉਹ ਬਿੱਲ ਨੂੰ। ਨਾਰਮਲੀ ਫਸਟ ਰੀਡਿੰਗ ਹੁੰਦੀ ਹੈ। ਠੀਕ ਹੈ, ਸਾਰੇ ਨਾਰਮਲ ਪੜ੍ਹ ਕੇ ਬਸ ਛੱਡ ਦਿੰਦੇ। ਫਿਰ ਉਸ ਬਾਅਦ ਦੇ ਵਿੱਚ ਸੈਕੰਡ ਰੀਡਿੰਗ ਹੋਊਗੀ ਉਹਦੀ, ਉੱਥੇ ਥੋੜੀ ਜਿਹੀ ਡਿਸਕਸ਼ਨ ਤੋਂ ਬਾਅਦ। ਫਿਰ ਉਸ ਤੋਂ ਬਾਅਦ ਦੇ ਵਿੱਚ ਕੀ ਹੋਊਗੀ, ਥਰਡ ਰੀਡਿੰਗ। 3 ਰੀਡਿੰਗਾਂ ਹੋ ਗਈਆਂ। ਫਿਰ ਉਸ ਤੋਂ ਬਾਅਦ ਦੇ ਵਿੱਚ ਕੀ ਹੁੰਦਾ, ਬਿੱਲ ਕਿੱਥੇ ਜਾਂਦਾ? ਸੈਕੰਡ ਹਾਊਸ ਦੇ ਵਿੱਚ, ਵੀ ਤੁਹਾਡੇ ਚੋਂ ਉਹ ਪਾਸ ਹੋਇਆ ਮੰਨਿਆ ਜਾਊਗਾ। ਫਿਰ ਸੈਕੰਡ ਹਾਊਸ 'ਚ ਜਾ ਵੜੂਗਾ। ਸੈਕੰਡ ਹਾਊਸ ਤੋਂ ਕਿੱਥੇ ਜਾ ਵੜੂਗਾ? ਰਾਸ਼ਟਰਪਤੀ ਦੀ ਅਸੈਂਟ ਲਈ। ਸੈਕੰਡ ਹਾਊਸ ਦੇ ਵਿੱਚ ਵੀ ਸੇਮ ਪ੍ਰੋਸੀਜਰ ਹੋਣਾ ਹੁੰਦਾ ਜਿਹੜਾ ਪਹਿਲੇ ਹਾਊਸ ਦੇ ਵਿੱਚ ਹੋਇਆ। ਤਾਂ ਕਰਕੇ ਇਹਨਾਂ ਨੇ ਐਕਸਪਲੇਨ ਕੀਤਾ, ਕਿਉਂਕਿ ਉਹ ਪਹਿਲੀ ਲਾਈਨ ਦੇ ਵਿੱਚ ਹੀ ਲਿਖਤਾ ਸੀਗਾ ਵੀ ਬਿੱਲ ਹਾਂ ਦੇ ਬਈ। ਨਾਲ ਸੇਮ ਪ੍ਰੋਸੀਜਰ ਹੀ ਚੱਲਣਾ ਜਿਹੜਾ ਲੋਕ ਸਭਾ 'ਚ ਤੇ ਉਹੀ ਰਾਜ ਸਭਾ 'ਚ ਚੱਲਣਾ। ਸੋ ਹੁਣ ਆ ਜਿਹੜੇ ਆਪਾਂ 5 ਸਟੈਪ ਆ, ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਐਕਸਪਲੇਨ ਕਰਾਂਗੇ ਵੀ ਕੀ ਕੀ ਹੁੰਦਾ, ਵੀ ਪਹਿਲੀ ਰੀਡਿੰਗ ਕੀ ਆ, ਦੂਜੀ ਰੀਡਿੰਗ ਕੀ ਆ, ਤੀਜੀ ਰੀਡਿੰਗ ਕੀ ਆ। ਸੋ ਪਰ ਤੂੰ ਪਾਰਲੀਮੈਂਟ ਤੋਂ ਬਾਹਰ ਨਹੀਂ ਆਉਣਾ, ਉੱਥੇ ਲੋਕ ਸਭਾ 'ਚ ਹੀ ਬੈਠੇ ਰਹਿਣਾ। ਠੀਕ ਹੈ। ਠੀਕ ਹੈ। So finally, the bill has to be notified by the government to enable its implementation. ਜਦੋਂ ਬਿੱਲ ਬਣ ਜਾਂਦਾ ਉਹਦੇ ਬਾਅਦ ਗਵਰਨਮੈਂਟ ਕੀ ਕਰਦੀ ਹੈ, ਉਹਨੂੰ ਨੋਟੀਫਾਈ ਕਰ ਦਿੰਦੀ ਹੈ। ਨੋਟੀਫਾਈ ਕਰਨ ਦਾ ਮਤਲਬ ਕੀ ਹੁੰਦਾ ਗਵਰਨਮੈਂਟ ਦਾ, ਵੀ ਉਹਨਾਂ ਨੇ ਉਹਨੂੰ ਆਨਲਾਈਨ ਚੜਾਦਾ ਨਾਲੇ ਤਾਂ, ਨਾਲੇ ਅਸਲ ਦੇ ਵਿੱਚ ਇਹ ਹੈ ਵੀ ਜਦੋਂ ਕੋਈ ਬਿੱਲ ਬਣ ਜਾਂਦਾ ਉਹ ਅਫੀਸ਼ੀਅਲ ਗੈਜਟ ਹੁੰਦਾ। ਗੈਜਟ ਇੱਕ ਬੁੱਕ ਹੁੰਦੀ ਹੈ ਗਵਰਨਮੈਂਟ ਦੀ। ਠੀਕ ਆ, ਸੋ ਉਹ ਗੈਜਟ ਦੇ ਵਿੱਚ ਉਹ ਚੀਜ਼, ਉਹ ਬਿੱਲ ਦਰਜ ਹੋ ਜਾਂਦਾ, ਉਹ ਐਕਟ ਦਰਜ ਹੋ ਜਾਂਦਾ। ਨੋਟੀਫਾਈ ਕਰਨ ਦਾ ਮਤਲਬ ਇਹ ਹੁੰਦਾ ਵੀ ਹੁਣ ਮੰਨ ਕੇ ਚਲੋ ਯਾਰ, ਲੋਕ ਸਭਾ ਚੋਂ ਰਾਜ ਸਭਾ ਚੋਂ ਵੀ ਪਾਸ ਹੋ ਗਿਆ, ਪ੍ਰੈਜ਼ੀਡੈਂਟ ਨੇ ਵੀ ਸਾਈਨ ਕਰਤੇ, ਖੇਤੀ ਬਿੱਲ ਹੀ ਹੈ ਮੰਨ ਲਾ, ਹਨਾ। ਹੁਣ ਸਾਈਨ ਕਰਨ ਨਾਲ ਹੁਣ ਇਹ ਥੋੜਾ ਵੀ ਬਿੱਲ ਉਹ ਸਰਕੂਲੇਟ ਥੋੜਾ ਹੋਇਆ। ਜਦੋਂ ਬਿੱਲ ਸਰਕੂਲੇਟ ਕਰੂਗੀ ਸਰਕਾਰ, ਹਨਾ, ਵੀ ਕਹਿਣ ਦਾ ਮਤਲਬ ਪ੍ਰਿੰਟ ਆਊਟ ਕੱਢ ਕੇ ਸਾਰਾ ਕੁਝ ਕਰਕੇ, ਸਾਰੀ ਤਿਆਰੀ ਕਰਕੇ ਗਾਈਡ ਦੇ ਵਿੱਚ ਦਰਜ ਕਰ ਦੂਗੀ, ਪਲੱਸ ਵੀ ਆਨਲਾਈਨ ਜਿਹੜੀਆਂ ਇਹਨਾਂ ਦੀਆਂ ਵੈਬਸਾਈਟਾਂ ਵਗੈਰਾ ਉੱਥੇ ਵੀ ਉਹ ਚਾੜ ਦੂਗੀ। ਠੀਕ ਹੈ। ਸੋ ਸਟੇਜਸ ਆਫ ਬਿੱਲ ਦੀ ਹੁਣ ਗੱਲ ਕਰਦੇ ਹਾਂ। ਸੋ ਦਾ ਡਿਫਰੈਂਟ ਸਟੇਜਸ, ਜਿਹੜੀਆਂ 5 ਸਟੇਜਾਂ ਦੀ ਗੱਲ ਕੀਤੀ, ਦਾ ਡਿਫਰੈਂਟ ਸਟੇਜਸ ਇਨ ਦਾ ਪਾਸੇਜ ਆਫ ਬਿਲਸ ਅਦਰ ਦੈਨ ਦਾ ਮਨੀ ਬਿੱਲ ਆਰ ਐਜ਼ ਫੋਲੋਜ਼। ਮਨੀ ਬਿੱਲ ਦਾ ਤੁਹਾਨੂੰ ਦੱਸਿਆ ਵੀ ਮਨੀ ਬਿੱਲ ਨੂੰ ਆਪਾਂ ਆਰਡੀਨਰੀ ਬਿੱਲਾਂ ਨਾਲ ਕੰਪੇਅਰ ਨਹੀਂ ਕਰ ਸਕਦੇ। ਸੋ ਉਹਦੀ ਜਿਹੜੀ ਪ੍ਰਕਿਰਿਆ ਉਹ ਅਲੱਗ ਆ, ਉਹ ਤੁਹਾਨੂੰ ਦੱਸੀ ਹੈ ਮੋਟੀ ਮੋਟੀ ਜੀ। ਤਾਂ ਬਾਕੀ ਕੋਈ ਨਾ, ਫਿਰ ਆਪਾਂ ਗੱਲ ਕਰ ਲਾਂਗੇ। ਸੋ ਅੱਜ ਨਾਰਮਲ ਬਿੱਲ ਦੀ ਆਪਾਂ ਗੱਲ ਕਰ ਰਹੇ ਹਾਂ, ਆਰਡੀਨਰੀ ਬਿੱਲ ਦੀ। ਉਹਦੀ ਸਾਰਿਆਂ ਤੋਂ ਪਹਿਲਾਂ ਕੀ ਹੁੰਦੀ ਹੈ? ਇੰਟਰੋਡਕਸ਼ਨ ਹੁੰਦੀ ਹੈ, ਇੰਟਰੋਡਕਸ਼ਨ ਆਫ ਦਾ ਬਿੱਲ। ਇੰਟਰੋਡਕਸ਼ਨ ਦੇ ਵਿੱਚ ਕੀ ਹੁੰਦਾ? ਇਟ ਇਨਵੋਲਵਸ ਇੰਟਰੋਡਕਸ਼ਨ ਆਫ ਦਾ ਬਿੱਲ like provisions of the proposed law accompanied by the statement of objective and reasons। ਠੀਕ ਹੈ। ਜਦੋਂ ਕੋਈ ਵੀ ਬਿੱਲ ਨੂੰ ਸਰਕਾਰ ਮੰਨ ਕੇ ਚਲੋ ਤੋਮਰ ਸਾਹਿਬ ਉੱਥੇ ਪੇਸ਼ ਕਰਨ ਲੱਗੇ ਪਹਿਲੀ ਵਾਰੀ, ਠੀਕ ਹੈ, ਇੰਟਰੋਡਿਊਸ ਕੀਤਾ ਲੋਕ ਸਭਾ ਦੇ ਵਿੱਚ, ਤਾਂ ਉਹਨਾਂ ਨੇ ਉਹ ਬਿੱਲ ਦੇ ਵਿੱਚ ਕੀ ਕੁਝ ਲਿਖਿਆ ਸੀਗਾ ਵੀ ਹਾਂ ਬਈ ਇਹ ਬਿੱਲ ਦੇ ਵਿੱਚ ਕੀ ਕੁਝ ਹੋਊਗਾ, ਉਹ ਸਾਰਾ ਕੁਝ ਤਿਆਰ ਸੀਗਾ, ਹਨਾ, ਲਿਖ ਕੇ ਵੀ ਆਹ ਚੀਜ਼ਾਂ ਗੌਰਮੈਂਟ ਦੇ ਦਿਮਾਗ 'ਚ ਆ ਵੀ ਆਹ ਚੀਜ਼ਾਂ ਐ ਕਰ ਲਈਆਂ ਆਪਾਂ ਖੇਤੀਬਾੜੀ ਦੇ ਵਿੱਚ, ਵੀ ਮੰਡੀਆਂ ਆਪਣਾ ਆਹ ਦੂਜਾ ਕੰਟਰੈਕਟ ਸਿਸਟਮ ਲਿਆਈਏ ਜਾਂ ਇਦਾਂ ਕਰਕੇ, ਹਨਾ, ਆਹ ਚੀਜ਼ਾਂ ਕਰ ਲਈਏ। ਸੋ ਉਹਦੇ 'ਚ ਇੱਕ ਤਾਂ ਕੀ ਲਿਖਿਆ ਹੋਊਗਾ ਵੀ ਪ੍ਰੋਵੀਜ਼ਨਸ, ਵੀ ਬਿੱਲ ਸਾਨੂੰ ਆਹ ਬਿੱਲ ਅਸੀਂ ਚਾਹੁੰਦੇ ਆ,
ਹਨਾ ਕੀ ਲਿਖੀਆਂ ਹੋਣਗੀਆਂ ਪ੍ਰੋਵੀਜ਼ਨਸ ਬਿੱਲ ਦੀਆਂ ਠੀਕ ਐਕਟ ਦੀਆਂ ਵੀ ਕਿਉਂਕਿ ਜੇ ਜਾਂ ਉਹ ਐਕਟ ਚਾਹੁੰਦੇ ਹੋਣਗੇ ਉਹੀ ਬਿੱਲ ਉਹ ਲੈ ਆਉਣਗੇ ਉਹ ਜਾਂ ਜਮਾਂ ਸੇਮ ਵੀ ਮੇਰੇ ਦਿਮਾਗ 'ਚ ਆਇਆ ਵੀ ਸਰਕਾਰ ਨੂੰ ਇਹ ਜਿਹਾ ਐਕਟ ਚਾਹੀਦਾ ਮੋਦੀ ਦੇ ਦਿਮਾਗ 'ਚ ਆਇਆ ਸੋ ਉਹ ਉਹੀ ਚੀਜ਼ਾਂ ਇੱਕ ਕਾਗਜ਼ ਤੇ ਲਿਖ ਕੇ ਤੇ ਕਿਹਨੂੰ ਸਬਮਿਟ ਕਰ ਦੂਗਾ ਸਪੀਕਰ ਨੂੰ ਤੇ ਲੋਕ ਸਭਾ ਦੇ ਵਿੱਚ ਵੀ ਪੇਸ਼ ਕਰ ਦੂਗਾ ਉਹ ਉਹਨੇ ਸਾਰੀਆਂ ਗੱਲਾਂ ਵੀ ਜਿਹੜੀਆਂ ਉਹਦੇ ਦਿਮਾਗ 'ਚ ਆਈਆਂ ਉਹ ਲਿਖਤੀਆਂ ਉਹ ਉਸੇ ਉਹਨਾਂ ਗੱਲਾਂ ਨੂੰ ਹੀ ਕੀ ਬਣਵਾਉਣਾ ਚਾਹੁੰਦਾ ਕਾਨੂੰਨ ਬਣਵਾਉਣਾ ਚਾਹੁੰਦਾ ਇੱਕ ਤਾਂ ਵੀ ਪ੍ਰੋਵੀਜ਼ਨਸ ਹੋ ਗਈਆਂ ਜੇ ਜਿਹੜੀਆਂ ਤੁਹਾਨੂੰ ਐਕਟ ਵਿੱਚ ਚਾਹੀਦੀਆਂ ਉਹ ਜਿਹੜੀਆਂ ਪ੍ਰੋਵੀਜ਼ਨ ਲਿਖਤੀਆਂ ਤੁਸੀਂ ਉਹ ਕਾਗਜ਼ ਤੇ ਹਾਂ ਠੀਕ ਬਈ ਹੈ ਦੂਜਾ ਕੀ ਹੈ ਉਹਦੇ ਤੇ ਤੁਸੀਂ ਇਹ ਵੀ ਲਿਖੋਗੇ ਵੀ ਤੁਹਾਡਾ ਉਹਦੇ ਪਿੱਛੇ ਜਿਹੜੀਆਂ ਪ੍ਰੋਵੀਜ਼ਨ ਤੁਸੀਂ ਲਿਆਉਣੀਆਂ ਚਾਹੁੰਦੇ ਆ ਉਹਨਾਂ ਪਿੱਛੇ ਕਾਰਨ ਕੀ ਹੈ ਲਿਆਉਣ ਪਿੱਛੇ ਕੋਈ ਜ਼ਰੂਰਤ ਪਈ ਹੈ ਉਹਨਾਂ ਦੀ ਜਾਂ ਕੋਈ ਹੋਰ ਕਾਰਨ ਹੈ ਕਿਵੇਂ ਕਿਉਂ ਲਿਆਂਦੀਆਂ ਵੀ ਹਨਾ ਕਾਰਨ ਦੱਸੋਗੇ ਸਮਝ ਲੱਗੀ ਉਹਦੇ ਰੀਜ਼ਨ ਦਿਓਗੇ ਵੀ ਆਹ ਬਿੱਲ ਕਿਉਂ ਲਿਆਉਣਾ ਪੈ ਰਿਹਾ ਇਹ ਦੋ ਚੀਜ਼ਾਂ ਲਿਖੀਆਂ ਹੋਣਗੀਆਂ ਮੇਨਲੀ ਠੀਕ ਹੈ ਇੱਕ ਤਾਂ ਵੀ ਬਿੱਲ ਦੇ ਵਿੱਚ ਕੀ ਕੁਝ ਹੋਊਗਾ ਜਿਵੇਂ ਮੰਨ ਕੇ ਚਲੋ ਬਿੱਲ ਦੇ ਵਿੱਚ ਜਿਵੇਂ ਹੁਣ ਬੱਚਿਆਂ ਵਾਲਾ ਬਿੱਲ ਆ ਜੇ ਵੀ ਬੱਚਿਆਂ ਨੂੰ ਉਹਦੇ ਤੋਂ ਹਜ਼ਾਰਡਸ ਵਰਕ ਤੋਂ ਰੋਕਣ ਲਈ ਹਨਾ ਤੇ ਉਹਦੇ ਚ ਉਸ ਬਿੱਲ 'ਚ ਕੀ ਕੁਝ ਹੋਊਗਾ ਵੀ ਬੱਚੇ ਫੈਕਟਰੀਆਂ 'ਚ ਕੰਮ ਨਹੀਂ ਕਰ ਸਕਦੇ ਹਨਾ ਬੱਚੇ ਜੇ ਕੋਈ ਫੈਕਟਰੀ ਮਾਲਕ ਵੀ ਬੱਚਿਆਂ ਤੋਂ ਕੰਮ ਲਊਗਾ ਉਹਨੂੰ 5 ਸਾਲਾਂ ਦੀ ਸਜ਼ਾ ਦਿੱਤੀ ਜਾਊਗੀ ਜੇ ਕੋਈ ਪੇਰੈਂਟਸ ਬੱਚਿਆਂ ਨੂੰ ਕੰਮ ਤੇ ਭੇਜੂਗਾ ਬਿਨਾਂ ਗੱਲ ਤੋਂ ਹਨਾ ਵੀ ਸਕੂਲ ਭੇਜਣ ਦੀ ਥਾਂ ਤੇ ਕੰਮ ਤੇ ਭੇਜੂਗਾ ਉਹਨੂੰ ਵੀ ਸਾਲ ਦੀ ਸਜ਼ਾ ਦੇਵਾਂਗੇ ਜੀ ਸੋ ਆਹ ਚੀਜ਼ਾਂ ਇਦਾਂ ਦੀਆਂ ਚੀਜ਼ਾਂ ਇਹ ਕੀ ਹੋਊਗਾ ਪ੍ਰੋਵੀਜ਼ਨ ਆਫ ਦਾ ਬਿੱਲ ਠੀਕ ਹੈ ਫਿਰ ਕੀ ਆਊਗਾ ਰੀਜ਼ਨ ਕੀ ਹੋਊਗਾ ਵੀ ਹਾਂ ਵੀ ਕਿਉਂਕਿ ਬੱਚਿਆਂ ਦੀ ਹਾਲਤ ਠੀਕ ਨਹੀਂ ਸੀਗੀ ਹਨਾ ਵੀ ਬੱਚਿਆਂ ਤੋਂ ਹਜ਼ਾਰਡਸ ਕੰਮ ਲਿਆ ਜਾਂਦਾ ਤਾਂ ਕਰਕੇ ਅਸੀਂ ਇਹ ਬਿੱਲ ਲੈ ਕੇ ਆਂਦਾ ਰੀਜ਼ਨ ਲਿਖਤਾ ਤੇ ਕੀ ਕੁਛ ਉਹ ਬਿੱਲ ਦੇ ਵਿੱਚ ਆਪਾਂ ਹੋਊਗਾ ਹਨਾ ਉਹ ਚੀਜ਼ ਲਿਖਤੀ ਬਸ ਸੋ ਪ੍ਰਾਈਵੇਟ ਮੈਂਬਰਸ ਮਸਟ ਗਿਵ 1 month ਨੋਟਿਸ ਟੂ ਇੰਟਰੋਡਿਊਸ ਦਾ ਬਿੱਲ ਸੋ ਜਿਹੜਾ ਇੰਪੋਰਟੈਂਟ ਚੀਜ਼ ਤਾਂ ਉਹ ਤਾਂ ਸਿਰਫ ਇੰਨੀ ਗੱਲ ਆ ਵੀ ਬਿੱਲ ਇੰਟਰੋਡਿਊਸ ਜਿਹੜਾ ਕੀਤਾ ਉਹਦੇ 'ਚ ਕੀ ਕੁਝ ਲਿਖਿਆ ਸੀ ਉਹ ਤਾਂ ਇੰਨੀ ਕੁ ਗੱਲ ਸੀਗੀ ਹਨਾ ਉਹ ਜਸਟ ਮੈਂ ਤੁਹਾਨੂੰ ਐਕਸਪਲੇਨ ਇਹਨਾਂ ਤਾਂ ਕੀਤਾ ਵੀ ਸਮਝਣ ਵਾਸਤੇ ਪਰ ਉਹਦੇ 'ਚ ਪੇਪਰ 'ਚ ਨਹੀਂ ਪੇਪਰ 'ਚ ਆਉਣ ਵਾਲੀ ਗੱਲ ਆ ਕੀ ਹੈ ਪ੍ਰਾਈਵੇਟ ਮੈਂਬਰ ਮਸਟ ਗਿਵ 1 month ਨੋਟਿਸ ਟੂ ਇੰਟਰੋਡਿਊਸ ਦਾ ਬਿੱਲ ਪ੍ਰਾਈਵੇਟ ਮੈਂਬਰ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਭਗਵੰਤ ਮਾਨ ਵੀ ਬਿੱਲ ਪੇਸ਼ ਕਰ ਸਕਦਾ ਜਾਂ ਸੁਖਬੀਰ ਬਾਦਲ ਵੀ ਬਿੱਲ ਪੇਸ਼ ਕਰ ਸਕਦਾ ਉਹ ਸਿੱਧਾ ਨਹੀਂ ਕਰ ਸਕਦੇ ਉੱਠ ਕੇ ਵੀ ਹਾਂ ਵੀ ਆਲੋ ਜੀ ਸਪੀਕਰ ਸਾਹਿਬ ਆਹ ਬਿੱਲ ਮੈਂ ਪੇਸ਼ ਕਰਦਾ ਨਾ ਮੰਤਰੀ ਹੈ ਮੰਤਰੀ ਭਾਵੇਂ ਸੁੱਤਾ ਪਿਆ ਉੱਠ ਕੇ ਆ ਕੇ ਕਹਦੇ ਵੀ ਹਾਂਜੀ ਮੈਂ ਅਸੀਂ ਅੱਜ ਬਿੱਲ ਪੇਸ਼ ਕਰਨਾ ਸਰਕਾਰ ਕੁਛ ਮਰਜ਼ੀ ਕਰ ਪਰ ਜਿਹੜਾ ਪ੍ਰਾਈਵੇਟ ਮੈਂਬਰ ਹੁੰਦਾ ਜਿਹੜਾ ਇੱਕ ਨਾਰਮਲ ਐਮਪੀ ਹੁੰਦਾ ਹਨਾ ਉਹ 30 ਦਿਨਾਂ ਦਾ ਪਹਿਲਾਂ ਨੋਟਿਸ ਦੇਊਗਾ ਸਪੀਕਰ ਨੂੰ 30 ਦਿਨ ਪਹਿਲਾਂ ਵੀ ਹਾਂਜੀ ਮੈਂ ਇਸ ਤਰੀਕ ਨੂੰ ਬਿੱਲ ਨੂੰ ਇੰਟਰੋਡਿਊਸ ਕਰਨਾ ਚਾਹੁੰਦਾ ਠੀਕ ਹੈ ਕਿੰਨੇ ਦਿਨਾਂ ਦਾ ਨੋਟਿਸ ਪ੍ਰਾਇਰ ਨੋਟਿਸ ਦੇਣਾ ਪੈਂਦਾ 1 month ਦਾ ਜਿਵੇਂ ਆਪਣੇ ਯਾਦ ਆ ਨਾ ਵੀ ਜਦੋਂ ਆਪਾਂ ਸਪੀਕਰ ਨੂੰ ਉਹਦੀ ਸੀਟ ਤੋਂ ਲਾਉਣਾ ਸੀਗਾ ਤੇ ਕਿੰਨੇ ਦਿਨਾਂ ਦਾ ਪ੍ਰਾਇਰ ਨੋਟਿਸ ਹੁੰਦਾ 14 ਦਿਨਾਂ ਦਾ ਐਂ ਜਦੋਂ ਪ੍ਰੈਜ਼ੀਡੈਂਟ ਨੂੰ ਲਾਉਣਾ ਹੁੰਦਾ ਉੱਥੇ ਵੀ ਹਨਾ ਆਪਾਂ ਵੇਖਿਆ ਵੀ 14 ਦਿਨਾਂ ਦੇ ਇਹ ਨੋਟਿਸ ਦਿੱਤੇ ਜਾਂਦੇ ਹੁੰਦੇ ਇੱਥੇ ਕੀ ਹੈ 1 month ਦਾ ਪਹਿਲਾਂ ਦਾ ਦੱਸਣਾ ਪਊਗਾ ਤੁਹਾਨੂੰ ਫਿਰ ਕੀ ਹੈਗਾ ਆਫਟਰ ਦੈਟ it is published in the Gazette of India. The introduction of the bill and its publication in the Gazette constitute the first reading of the bill. ਠੀਕ ਹੈ ਸੋ ਫਸਟ ਰੀਡਿੰਗ ਦੇ ਵਿੱਚ ਕੀ ਆਉਂਦਾ ਵੀ ਜਦੋਂ ਤੁਸੀਂ ਬਿੱਲ ਨੂੰ ਇੰਟਰੋਡਿਊਸ ਕਰਤਾ ਲੋਕ ਸਭਾ ਦੇ ਵਿੱਚ ਤੇ ਉਹ ਨਾਲ ਦੀ ਨਾਲ ਕਾਹਦੇ 'ਚ ਦਰਜ ਹੋ ਜਾਂਦਾ ਗੈਜਟ ਆਫ ਇੰਡੀਆ ਦੇ ਵਿੱਚ ਗੈਜਟ ਆਫ ਇੰਡੀਆ ਦੇ ਵਿੱਚ ਉਹ ਪਬਲਿਕੇਟ ਹੋ ਜਾਂਦਾ ਤੇ ਇਹਨੂੰ ਕੀ ਕਹਿੰਦੇ ਆਪਾਂ ਫਸਟ ਰੀਡਿੰਗ ਪਹਿਲੀ ਸਟੇਜ ਕੰਪਲੀਟ ਫਸਟ ਰੀਡਿੰਗ ਦਾ ਮਤਲਬ ਇਹ ਨਹੀਂ ਵੀ ਆਪਾਂ ਉੱਥੇ ਕੁਝ ਪੜਾਂਗੇ ਉਹ ਬਿੱਲ ਬਾਰੇ ਠੀਕ ਹੈ ਜੀ ਰਿਕਾਰਡ 'ਚ ਦਰਜ ਹੈ ਬਸ ਰਿਕਾਰਡ 'ਚ ਦਰਜ ਹੋ ਗਿਆ ਗੈਜਟ ਕਿਹੜੇ ਰਿਕਾਰਡ 'ਚ ਦਰਜ ਹੋਇਆ ਗੈਜਟ ਆਫ ਇੰਡੀਆ ਦੇ ਵਿੱਚ ਦਰਜ ਹੋ ਗਿਆ ਤੇ ਉਸੇ ਨੂੰ ਅਸੀਂ ਕੀ ਕਹਿ ਦਿੰਦੇ ਆ ਫਸਟ ਰੀਡਿੰਗ ਆਫ ਦੀ ਬਿੱਲ ਠੀਕ ਹੈ ਕੁਛ ਨਹੀਂ ਕੀ ਕੀਤਾ ਤੋਮਰ ਸਾਹਿਬ ਨੇ ਬਿੱਲ ਬਣਾਇਆ ਹਨਾ ਵੀ ਸਰਕਾਰ ਨੇ ਜਦੋਂ ਕੈਬਨਿਟ ਮੀਟਿੰਗ ਹੋਈ ਸੀ ਉਹਦੇ 'ਚ ਬਿੱਲ ਬਣਾ ਲਿਆ ਹੋਊਗਾ ਉਹਨਾਂ ਨੇ ਵੀ ਆਹ ਇਹ ਜਿਹਾ ਬਿੱਲ ਆਪਾਂ ਨੂੰ ਚਾਹੀਦਾ ਸੋ ਉਹ ਬਿੱਲ ਨੂੰ ਤੋਮਰ ਸਾਹਿਬ ਨੇ ਲਿਆ ਕੇ ਸਪੀਕਰ ਨੂੰ ਫੜਾਤਾ ਸਪੀਕਰ ਨੇ ਰੱਖ ਲਿਆ ਉਹਨੂੰ ਆਪਦੇ ਕੋਲੇ ਉਦੋਂ ਬਾਅਦ ਵਿੱਚ ਕੀ ਹੋਇਆ ਬਸ ਉਹਨੂੰ ਚੱਕ ਕੇ ਕਾਹਦੇ 'ਚ ਦਰਜ ਕਰਤਾ ਗੈਜਟ ਆਫ ਇੰਡੀਆ ਦੇ ਵਿੱਚ ਹਜੇ ਤੱਕ ਸਿਰਫ ਇੰਨੀ ਕੁ ਗੱਲ ਹੋਈ ਹੈ ਠੀਕ ਹੈ ਠੀਕ ਹੈ ਸੋ
ਇਹ ਕੀ ਹੋਗੀ, ਫਸਟ ਰੀਡਿੰਗ ਹੋਗੀ ਬਿੱਲ ਦੀ। ਫਿਰ ਸੈਕੰਡ ਰੀਡਿੰਗ ਆ, ਸਪੈਸ਼ਲ ਪਾਵਰ ਦੇ ਆਪਾਂ ਬਾਅਦ ਚ ਗੱਲ ਕਰਦੇ। ਸੈਕੰਡ ਰੀਡਿੰਗ ਆਫ ਦਾ ਬਿੱਲ। In the second reading, principles of the bill are discussed in details, and the Treasury and the opposition member give their views either in support or opposition of the bill. Second reading ਦੇ ਵਿੱਚ ਕੀ ਹੁੰਦਾ, second reading ਦੇ ਵਿੱਚ discussion ਹੁੰਦੀ ਹੈ। second reading ਚ ਕੀ ਹੁੰਦੀ ਹੈ, discussion। ਜਿੰਨੇ 545 ਮੈਂਬਰ ਉੱਥੇ ਐਮਪੀ ਬੈਠੇ ਆ ਹਨਾ, ਉਹ ਸਾਰੇ ਦੇ ਸਾਰੇ ਆਪਦੇ ਵਿਊ ਦੇਣਗੇ ਉਹ ਬਿੱਲ ਨੂੰ ਲੈ ਕੇ, ਵੀ ਮੈਨੂੰ ਕੀ ਲੱਗਦਾ ਬਿੱਲ ਦੇ ਵਿੱਚ ਕੀ ਫਾਇਦੇ ਹੋ ਸਕਦੇ ਆ, ਇਹਦੇ ਕੀ ਨੁਕਸਾਨ ਹੋ ਸਕਦੇ ਆ। ਠੀਕ ਆ, ਆਹ ਬਿੱਲ ਦੀ ਆਹ ਚੀਜ਼ ਨਹੀਂ ਮੈਨੂੰ ਠੀਕ ਲੱਗਦੀ, ਇਹਨੂੰ ਬਦਲਣਾ ਚਾਹੀਦਾ ਸਾਨੂੰ। ਸਾਰੇ ਐਮਪੀ ਆਪਦੀਆਂ ਗੱਲਾਂ ਦੱਸਣਗੇ, ਉਹਨਾਂ ਨੂੰ ਕੀ ਲੱਗਦਾ। ਠੀਕ ਹੈ, ਸੋ ਇਹ ਡਿਸਕਸ਼ਨ ਹੋਊਗੀ ਡਿਟੇਲ ਦੇ। ਠੀਕ ਹੈ, ਸਾਰੇ ਦੇ ਸਾਰੇ ਐਮਪੀ, ਹੁਣ ਇੱਥੇ ਇਕੱਲੇ ਸਰਕਾਰ ਦੇ ਐਮਪੀ ਨੇ, ਸਾਰੇ ਐਮਪੀ ਆਪਦੇ ਵਿਊ ਰੱਖਣਗੇ ਉਹ ਬਿੱਲ ਦੇ ਉੱਤੇ। ਸੋ ਦਾ ਸੈਕੰਡ ਰੀਡਿੰਗ ਇਜ਼ ਡਿਵਾਈਡਡ ਇਨਟੂ 2 ਸਟੇजेस। ਸੈਕੰਡ ਰੀਡਿੰਗ ਨੂੰ ਆਪਾਂ 2 ਸਟੇਜਾਂ ਦੇ ਵਿੱਚ ਵੰਡ ਦਿੰਦੇ ਹਾਂ। ਕੀ ਹੁੰਦਾ, ਕੰਸਿਸਟ ਆਫ ਜਨਰਲ ਡਿਸਕਸ਼ਨਸ ਆਫ ਦਾ ਪ੍ਰਿੰਸੀਪਲਸ ਆਫ ਦਾ ਬਿੱਲ। ਦੂਜਾ ਕੀ ਹੈ, ਰਿਲੇਟਸ ਟੂ ਡਿਸਕਸ਼ਨਸ ਆਫ ਕਲਾਸਿਸ, ਸ਼ਡਿਊਲਸ ਐਂਡ ਅਮੈਂਡਮੈਂਟਸ। ਹੁਣ ਗੱਲ ਇਹ ਆ ਵੀ ਸੈਕੰਡ ਰੀਡਿੰਗ ਨੂੰ ਵੀ ਆਪਾਂ 2 ਭਾਗਾਂ 'ਚ ਵੰਡਦਾ। ਜਿਹੜਾ ਪਹਿਲੀ ਪਹਿਲੇ ਭਾਗ 'ਚ ਕੀ ਹੋਊਗਾ ਵੀ ਉਹ ਸਿਰਫ ਇੱਕ ਜਨਰਲ ਜੀ ਡਿਸਕਸ਼ਨ ਹੋ ਜੂ, ਤੋਂ ਜਾਂ ਡਿਸਕਸ਼ਨ ਕਰ ਲੈਣਗੇ। ਠੀਕ ਹੈ, ਮੇਨ ਪ੍ਰਿੰਸੀਪਲ ਤੇ ਵੀ ਹਾਂ ਖੇਤੀ ਵਾਲੇ ਬਿੱਲ ਆ ਵੀ ਦੱਸੋ ਜੀ ਵੀ ਖੇਤੀ ਬਿੱਲਾਂ ਦੇ ਵਿੱਚ ਕੀ ਆ, ਆਹ ਚੀਜ਼ਾਂ ਆਏ ਆ ਵੀ ਸਾਨੂੰ ਨਹੀਂ ਇਹ ਮਨਜ਼ੂਰ ਕਰ, ਹਨਾ ਵੀ ਸਿੱਧੀਆਂ ਜਿਹੀਆਂ ਗੱਲਾਂ ਕਰੀ ਜਾਣਗੇ। ਪਰ ਜਦੋਂ ਸੈਕੰਡ ਡਿਸਕਸ਼ਨ ਹੋਊਗੀ ਉਹਦੇ 'ਚ ਕੀ ਹੋਊਗੀ, ਕਲੌਜ਼ ਬਾਈ ਕਲੌਜ਼। ਜੇ ਉਹਦੇ 'ਚ 23 ਕਲੌਜ਼ ਆ ਖੇਤੀ ਆਰਟੀਕਲ ਦੇ ਵਿੱਚ, ਤਾਂ ਉਹ ਕੱਲੇ ਕਲੌਜ਼ ਤੇ ਵੀ ਇੱਥੇ ਆਹ ਚੀਜ਼ ਲਿਖੀ ਹੈ, ਇੱਥੇ ਆਹ ਚੀਜ਼ ਲਿਖੀ ਹੈ, ਇੱਥੇ ਆਹ ਚੀਜ਼ ਲਿਖੀ ਹੈ, ਆਹ ਗਲਤ ਆ, ਆਹ ਗਲਤ ਆ, ਆਹ ਗਲਤ। ਹमें लगे भी ਕੱਲੇ ਕਲੌਜ਼ ਬਾਈ ਕਲੌਜ਼ ਦੀ ਗੱਲ ਕਰਾਂਗੇ। ਇੱਕ ਆਪਾਂ ਮੋਟਾ ਪਹਿਲੀ ਹਨਾ ਸੈਕੰਡ ਰੀਡਿੰਗ ਦੀ ਪਹਿਲੀ ਸਟੇਜ ਦੇ ਵਿੱਚ ਕਿਸੇ ਮੋਟਾ ਚੀਜ਼ ਪੜ੍ਹ ਲਈ। ਹੁਣ ਕੀ ਹੈ, ਉਹਨੂੰ ਪੂਰਾ ਡੀਪਲੀ ਕੱਲੀ ਗੱਲ ਨੂੰ ਆਪਾਂ ਡਿਸਕਸ ਕਰਾਂਗੇ। ਇਫ ਦਾ ਬਿੱਲ ਇਜ਼ ਰੈਫਰ ਟੂ ਦਾ ਸਿਲੈਕਟਡ ਕਮੇਟੀ or joint committee, it is expected to give its report within a specified date। ਇਹ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ, ਮੈਂ ਆਪਾਂ ਜੁਆਇੰਟ ਕਮੇਟੀ ਦੀ ਗੱਲ ਕੀਤੀ ਸੀ ਇੱਕ ਦਿਨ, ਵੀ ਜੇ ਮੰਨ ਕੇ ਚੱਲੋ ਅਸਲ 'ਚ ਇਹੀ ਪ੍ਰੋਸੀਜਰ ਹੁੰਦਾ ਵੀ ਬਿੱਲ ਜਦੋਂ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉਹ ਜੇ ਬਹੁਤ ਇੰਪੋਰਟੈਂਟ ਬਿੱਲ ਆ ਤਾਂ ਕੀ ਹੁੰਦਾ ਵੀ ਜਦੋਂ ਪੇਸ਼ ਕਰਦੇ ਆ ਨਾ ਇੱਕ ਜਨਰਲ ਡਿਸਕਸ਼ਨ ਤੋਂ ਬਾਅਦ ਉਹ ਬਿੱਲ ਨੂੰ ਕਿਹਨੂੰ ਭੇਜ ਦਿੱਤਾ ਜਾਂਦਾ, ਸਿਲੈਕਟ ਕਮੇਟੀ ਨੂੰ ਜਾਂ ਜੁਆਇੰਟ ਕਮੇਟੀ ਨੂੰ। ਜੁਆਇੰਟ ਕਮੇਟੀ ਕੀ ਹੁੰਦੀ ਹੈ, ਐਕਸਪਰਟ ਦੀ ਹੁੰਦੀ ਹੈ ਕਮੇਟੀ, ਬਣੀ ਹੈ ਐਮਪੀਸ ਤੋਂ ਹੀ ਹੁੰਦੀ ਹੈ, ਕੋਈ 10 ਐਮਪੀਆਂ ਦੀ ਕਮੇਟੀ ਹੋਊਗੀ। ਠੀਕ ਹੈ, ਪਰ ਇਹ ਐਕਸਪਰਟ ਹੁੰਦੀ ਹੈ, ਇਹਨਾਂ ਨੂੰ ਉਹ ਚੀਜ਼ ਬਾਰੇ ਜਾਣਕਾਰੀ ਹੁੰਦੀ ਹੈ, ਇਹਨਾਂ ਨੇ ਫਿਰ ਉਹਦੇ ਬਾਰੇ ਹੋਰ ਟੈਕਨੀਕਲ ਗੱਲਾਂ ਪਤਾ ਕਰਨੀਆਂ ਹੁੰਦੀਆਂ ਵੀ ਜੇ ਅਸੀਂ ਆਹ ਐ ਚੀਜ਼ ਕਰਤੀ ਉਹਦੇ ਕੋਈ ਵੱਡਾ ਸਾਈਡ ਇਫੈਕਟ ਤਾਂ ਨਹੀਂ ਕੋਈ ਆਊਗਾ, ਹਨਾ ਕੀ ਨੁਕਸਾਨ ਹੋ ਸਕਦੇ ਜਾਂ ਕਿੰਨੇ ਕੁ ਫਾਇਦੇ ਹੋ ਸਕਦੇ। ਉਹ ਕਮੇਟੀ ਆਪਦੀ ਬਾਅਦ ਚ ਰਿਪੋਰਟ ਦਿੰਦੀ ਹੈ। ਠੀਕ ਹੈ, ਸੋ ਉਹਨੂੰ ਆਪਾਂ ਕਰ ਸਕਦੇ ਹਾਂ। ਫਿਰ the bill then undergoes long discussion clause by clause and may undergo substantial change। तो ਇੰਨੀ ਕੁ ਗੱਲ ਆ ਵੀ ਸੈਕੰਡ ਰੀਡਿੰਗ ਆਫ ਬਿੱਲ ਦਾ ਕੀ ਮਤਲਬ ਹੈ। ਸੈਕੰਡ ਰੀਡਿੰਗ ਆਫ ਬਿੱਲ ਦੇ ਵਿੱਚ ਕੀ ਹੋਊਗਾ ਵੀ ਪਹਿਲਾਂ ਤਾਂ ਸਿਰਫ ਜਨਰਲ ਜੀ ਡਿਸਕਸ਼ਨ ਹੋ ਗਈ ਉੱਤੋਂ ਜੇ ਮੋਟੀ ਜਦੋਂ ਮੋਟੀ ਡਿਸਕਸ਼ਨ ਕੀਤੀ ਉਹਨਾਂ ਨੂੰ ਪਤਾ ਲੱਗ ਜੂ ਵੀ ਇਹ ਬਿੱਲ ਆ ਜਿਹੜਾ ਇਹ ਜੁਆਇੰਟ ਕਮੇਟੀ ਨੂੰ ਦੇਣ ਵਾਲਾ ਹੈਗਾ ਕਿ ਨਹੀਂ। ਜੇ ਉਹਨਾਂ ਨੂੰ ਲੱਗਿਆ ਵੀ ਹਾਂ ਵੀ ਬਿੱਲ ਯਾਰ ਇੰਪੋਰਟੈਂਟ ਆ ਇਹ, ਹਨਾ ਵੀ ਇਹਦੇ ਨਤੀਜੇ ਭਿਆਨਕ ਵੀ ਹੋ ਸਕਦੇ ਆ, ਹਨਾ ਤੇ ਤਾਂ ਕਰਕੇ ਵੀ ਆਪਾਂ ਫਿਰ ਐਂ ਕਰੀਏ ਵੀ ਐਕਸਪਰਟ ਕਮੇਟੀ ਨੂੰ ਇੱਕ ਵਾਰੀ ਦੇ ਦਈਏ, ਉਹ ਦੱਸਣਗੇ ਵੀ ਇਹਦਾ ਜੁਆਇੰਟ ਕਮੇਟੀ ਹਨਾ ਐਕਸਪਰਟ ਕਮੇਟੀ ਹੁੰਦੀ ਆ, ਜੁਆਇੰਟ ਕਮੇਟੀ ਦੱਸੂਗੀ ਵੀ ਹਾਂ ਵੀ ਇਹਦਾ ਕੀ ਫਾਇਦੇ ਕੀ ਨੁਕਸਾਨ ਹੋ ਸਕਦੇ ਆ। ਸੋ ਉਹਨੂੰ ਰੈਫਰ ਕਰਤਾ। ਜਦੋਂ ਜੁਆਇੰਟ ਕਮੇਟੀ ਨੇ ਆਪਦੀ ਰਿਪੋਰਟ ਦੇਤੀ ਫਿਰ ਇੱਕ ਵਾਰੀ ਡਿਸਕਸ਼ਨ ਹੋਊਗੀ। ਕਿਹੜੀ ਹੋਊਗੀ ਫਿਰ ਉਹ ਡਿਟੇਲ ਦੇ ਵਿੱਚ ਹੋਊਗੀ, ਕਲੌਜ਼ ਬਾਈ ਕਲੌਜ਼ ਬਾਅਦ ਚ ਡਿਸਕਸ਼ਨ ਹੋਊਗੀ। ਸਮਝ ਲੱਗ ਗਈ। ਫਿਰ ਆ ਗਿਆ ਥਰਡ ਰੀਡਿੰਗ ਆਫ ਦਾ ਬਿੱਲ। ਥਰਡ ਰੀਡਿੰਗ ਆਫ ਦਾ ਬਿੱਲ ਕੀ ਹੁੰਦੀ ਹੈ, ਫਾਈਨਲ ਰੀਡਿੰਗ ਹੁੰਦੀ ਹੈ। ਜਦੋਂ ਹੁਣ ਯਾਰ ਕਲੌਜ਼ ਬਾਈ ਕਲੌਜ਼ ਥੋੜੀ ਡਿਟੇਲ ਦੇ ਵਿੱਚ ਸੈਕੰਡ ਰੀਡਿੰਗ ਦੇ ਵਿੱਚ ਡਿਸਕਸ਼ਨ ਹੋ ਹੀ ਗਈ, ਥਰਡ ਰੀਡਿੰਗ ਚ ਫਿਰ ਕੀ ਹੋਊਗਾ, ਵੋਟਿੰਗ ਹੀ ਹੋਊਗੀ ਇੱਕ ਹਿਸਾਬ ਦੀ। ਠੀਕ ਹੈ, ਸੋ ਇਟ ਇਜ਼ ਮੋਰ ਔਰ ਲੈਸ ਆ ਫਾਰਮਲ ਅਫੇਅਰ। ਇਹ ਤਾਂ ਸਿਰਫ ਇੱਕ ਵੀ ਆਪਾਂ ਜਿਵੇਂ ਕਹਿ ਦਿੰਦੇ ਖਾਨਾ ਪੂਰਤੀ ਹੈ, ਫਾਰਮਲ ਜਿਹਾ ਅਫੇਅਰ ਹੈ, ਫਾਰਮੈਲਿਟੀ ਹੈ ਇੱਕ। ਕੀ ਹੈ
The debate is confined to acceptance or rejection of the bill. So the bill is submitted to vote of the house and has to be accepted or rejected altogether. So ਤੀਜੀ ਰੀਡਿੰਗ ਦੇ ਵਿੱਚ ਤਾਂ ਕੁਝ ਨਹੀਂ ਯਾਰ, ਬਸ ਤੀਜੀ ਰੀਡਿੰਗ ਕੀ ਹੈ, VOTING ਹੋਣੀ ਹੈ ਉਹ ਬਿੱਲ ਦੇ ਉੱਤੇ। ਠੀਕ ਹੈ ਠੀਕ ਹੈ, ਜੇ ਤਾਂ ਹੁਣ ਵੋਟਾਂ ਪੈ ਗਈਆਂ, ਉਹਨੂੰ ਪੂਰੀਆਂ ਮੈਜੋਰਟੀ ਆ ਗਈ ਹਨਾ, ਸਿੰਪਲ ਮੈਜੋਰਟੀ ਨਾਲ ਹੀ ਹੋਣੇ ਹੁੰਦੇ ਆਮ ਬਿੱਲ ਤਾਂ ਬਸ। ਤੇ ਜੇ ਉਹ ਮੈਜੋਰਟੀ ਆ ਗਈ ਤਾਂ ਉਹ ਬਿੱਲ ਕੀ ਹੋ ਜਾਊਗਾ, ਪਾਸ, ਨਹੀਂ ਉਹ ਬਿੱਲ ਕੀ ਹੋ ਜਾਊਗਾ, ਖਤਮ। ਸੋ ਗੱਲ ਕੁਛ ਨਹੀਂ। ਠੀਕ ਹੈ, 3 ਰੀਡਿੰਗਾਂ ਦੀ ਜਿਹੜੀ ਗੱਲ ਕੀਤੀ ਸੀ ਉਹਨਾਂ ਚੋਂ ਕੀ ਆ, ਪਹਿਲੀ ਰੀਡਿੰਗ ਤਾਂ ਸਿਰਫ ਇੰਨੀ ਹੈ ਵੀ ਉਹ ਬਿੱਲ ਨੂੰ ਜਦੋਂ ਬਿੱਲ ਉਹਨੇ ਇੰਟਰੋਡਿਊਸ ਕੀਤਾ ਤੋਮਰ ਨੇ, ਤੇ ਉਹ ਬਿੱਲ ਕਿੱਥੇ ਦਰਜ ਹੋ ਜਾਂਦਾ, ਗੈਜਟ ਆਫ ਇੰਡੀਆ ਦੇ ਵਿੱਚ। ਇਸੇ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਇਹ ਪਹਿਲੀ ਰੀਡਿੰਗ ਹੋ ਗਈ। ਠੀਕ ਹੈ, ਦੂਜੀ ਰੀਡਿੰਗ ਦੇ ਵਿੱਚ ਕੀ ਹੈ, ਦੂਜੀ ਰੀਡਿੰਗ ਦੇ ਵਿੱਚ ਵੀ ਪਹਿਲਾਂ ਜਦੋਂ ਉਹ ਗੈਜਟ ਦੇ ਵਿੱਚ ਦਰਜ ਹੋ ਗਿਆ ਹਨਾ, ਹੁਣ ਕੀ ਆ ਵੀ ਉਹ ਜਿਹੜੇ ਬਿੱਲ ਆ ਉਹ ਤੇ ਮੋਟੀ ਮੋਟੀ ਜੀ ਡਿਸਕਸ਼ਨ ਕਰ ਲੈਣਗੇ ਇੱਕ ਵਾਰੀ ਪਾਰਲੀਮੈਂਟ। ਪਰ ਜਦੋਂ ਮੋਟੀ ਮੋਟੀ ਡਿਸਕਸ਼ਨ ਕੀਤੀ, ਉਹਨਾਂ ਨੂੰ ਪਤਾ ਲੱਗਿਆ ਵੀ ਇਹ ਬਿੱਲ ਇੰਪੋਰਟੈਂਟ ਆ ਜਾਂ ਵੀ ਇਹਦੇ ਚ ਕੀ ਕੁਝ ਲਿਖਿਆ ਹਨਾ, ਤੇ ਫਿਰ ਉਹਨਾਂ ਨੇ ਕੀ ਕੀਤਾ ਵੀ ਜੇ ਤਾਂ ਉਹਨਾਂ ਨੂੰ ਜ਼ਿਆਦਾ ਇੰਪੋਰਟੈਂਟ ਲੱਗੂਗਾ ਉਹ, ਤੇ ਉਹ ਸਿਲੈਕਟ ਕਮੇਟੀ ਨੂੰ ਦੇ ਦੇਣਗੇ ਵੀ ਹਾਂ ਵੀ ਤੁਸੀਂ ਇਹਦੇ ਤੇ ਆਪਦੇ ਵਿਚਾਰ ਰੱਖੋ। ਸਿਲੈਕਟ ਕਮੇਟੀ ਜਾਂ ਜੁਆਇੰਟ ਕਮੇਟੀ ਕਹਿ ਲਓ, ਜਿਹੜੀ ਐਕਸਪਰਟ ਐਮਪੀਜ਼ ਦੀ ਕਮੇਟੀ ਹੁੰਦੀ ਹੈ। ਠੀਕ ਹੈ, ਉਹਨੂੰ ਦੇ ਦੇਣਗੇ ਵੀ ਆਪਦੇ ਵਿਚਾਰ ਰੱਖੋ, ਤੇ ਉਹ ਉਦੋਂ ਬਾਅਦ ਵਿੱਚ ਆਪਦੀ ਰਿਪੋਰਟ ਸੌਂਪੂਗੀ ਉਹ ਚੀਜ਼ ਤੇ। ਜਦੋਂ ਉਹਨੇ ਰਿਪੋਰਟ ਸੌਂਪਤੀ, ਫਿਰ ਉਦੋਂ ਬਾਅਦ ਵਿੱਚ ਫਿਰ ਡਿਸਕਸ਼ਨ ਹੋਊਗੀ ਉਹ ਬਿੱਲ ਤੇ ਉਹ ਡਿਸਕਸ਼ਨ ਕੀ ਹੋਊਗੀ, ਪੂਰੀ ਡਿਟੇਲ ਦੇ ਵਿੱਚ ਕਲੌਜ਼ ਬਾਈ ਕਲੌਜ਼ ਹੋਊਗੀ। ਇਹ ਸੈਕੰਡ ਰੀਡਿੰਗ ਦੇ ਵਿੱਚ। ਥਰਡ ਰੀਡਿੰਗ 'ਚ ਕੀ ਹੈ, ਜਦੋਂ ਹੁਣ ਡਿਸਕਸ਼ਨ ਤੁਸੀਂ ਕਰ ਲਈ, ਐਂਡ ਤੇ ਕੀ ਪੈਣੀ ਹੈ, ਵੋਟ। ਠੀਕ ਹੈ, ਸੋ ਹੁਣ ਗੱਲ ਕੀ ਆ, ਆਹੀ ਚੀਜ਼ ਦੀ ਤਾਂ ਗੱਲ ਹੋ ਰਹੀ ਸੀ ਨਾ ਵੀ ਜਦੋਂ ਮੋਦੀ ਗਵਰਨਮੈਂਟ ਆਰਡੀਨੈਂਸ ਲੈ ਕੇ ਆਈ ਸੀ ਨਾ ਖੇਤੀ ਬਿੱਲਾਂ ਦਾ, ਉਦੋਂ ਕਿਸੇ ਨੂੰ ਨਹੀਂ ਪਤਾ ਲੱਗਿਆ ਸੀ, ਇੰਨਾ ਰੌਲਾ ਨਹੀਂ ਪਿਆ ਸੀਗਾ। ਉਦੋਂ ਸਿਰਫ ਮੋਟੇ ਮੋਟੇ ਜਿਹੜੇ ਅਖਬਾਰ ਪੜ੍ਹਦੇ ਸੀ ਜਾਂ ਵੀ ਜਿਹੜੇ ਪੜ੍ਹੇ ਲਿਖੇ ਜ਼ਿਆਦਾ ਪੜ੍ਹੇ ਲਿਖੇ ਬੰਦੇ ਉਹਨਾਂ ਨੂੰ। ਪਰ ਜਦੋਂ ਹੁਣ ਮੰਨ ਕੇ ਚੱਲੋ ਉਹ ਬਿੱਲ ਨੂੰ ਪੇਸ਼ ਕਰਨ ਵਾਸਤੇ ਹਨਾ, ਪਾਸ ਕਰਨ ਵਾਸਤੇ ਉਹ ਪਾਰਲੀਮੈਂਟ ਦੇ ਵਿੱਚ ਲੈ ਕੇ ਆਏ, ਤੇ ਉਦੋਂ ਕੀ ਹੋਇਆ, ਉਦੋਂ ਆ ਜਿਹੜਾ ਦੂਜਾ ਪੁਆਇੰਟ ਹੁਣ ਡਿਸਕਸ਼ਨ ਹੋਣੀ ਹੈ ਕਲੌਜ਼ ਬਾਈ ਕਲੌਜ਼, ਪੂਰੀ ਡਿਟੇਲ ਦੇ ਵਿੱਚ ਸਾਰਾ ਕੁਝ ਹਨਾ ਸਾਹਮਣੇ ਆਉਣਾ, ਉਹਨਾਂ ਨੂੰ ਦੱਸਣੀਆਂ ਪੈਣੀਆਂ ਗੱਲਾਂ। ਹਾਲਾਂਕਿ ਬਿੱਲ ਤਾਂ ਸਰਕਾਰ ਨੇ ਪਾਸ ਕਰਵਾਤੇ, ਜਿਹੜੇ ਤੀਜੀ ਰੀਡਿੰਗ ਆ ਇਹ ਕੋਈ ਔਖਾ ਕੰਮ ਨਹੀਂ ਸਰਕਾਰ ਲਈ, ਕਿਉਂਕਿ ਸਰਕਾਰ ਪਹਿਲਾਂ ਹੀ ਮੈਜੋਰਟੀ 'ਚ ਬਿੱਲ ਤਾਂ ਉਹ ਪਾਸ ਕਰਵਾ ਲੂਗੀ। ਪਰ ਜਿਹੜਾ ਆਹ ਪੁਆਇੰਟ ਬਹੁਤ ਇੰਪੋਰਟੈਂਟ, ਜਿਹੜੀ ਡਿਸਕਸ਼ਨ ਹੁੰਦੀ ਹੈ ਨਾ ਉੱਥੇ, ਸੋ ਡਿਸਕਸ਼ਨ ਦੇ ਨਾਲ ਕੀ ਆ ਵੀ ਉਹ ਸਾਰੀਆਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਕੀ ਕੀ ਨੁਕਸਾਨ ਹੋ ਸਕਦੇ ਆ, ਕੀ ਕੀ ਫਾਇਦੇ ਹੋ ਸਕਦੇ ਆ, ਆਮ ਬੰਦੇ ਨੂੰ ਪਤਾ ਲੱਗ ਜਾਂਦਾ, ਉਹ ਮੀਡੀਆ 'ਚ ਗੱਲ ਆ ਜਾਂਦੀ ਹੈ। ਕਿੱਥੇ ਤੁਸੀਂ ਕੁਛ ਵੀ ਡਿਸਕਸ ਨਹੀਂ ਕੀਤਾ, ਕੁਛ ਨਹੀਂ ਕੀਤਾਗਾ, ਤੁਹਾਡਾ ਜੀ ਕੀਤਾ ਤੁਸੀਂ ਸਿੱਧਾ ਬਸ ਬਿੱਲ ਬਣਾ ਕੇ ਉਹ ਆਰਡੀਨੈਂਸ ਪਾਸ ਕਰਕੇ ਤੇ ਸਿੱਧਾ ਕਾਨੂੰਨ ਬਣਾਤਾ, ਜੋ ਚੀਜ਼ ਚੱਲੀ ਜਾਂਦੀ, ਕਿਸੇ ਨੂੰ ਪਤਾ ਨਹੀਂ ਉਹਦੇ ਨਾਲ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਠੀਕ ਹੈ, ਸੋ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ, ਜਦੋਂ ਪਹਿਲੀ ਰੀਡਿੰਗ ਦੇ ਵਿੱਚ ਉਹਨੇ ਬਿੱਲ ਨੂੰ ਸਪੀਕਰ ਨੂੰ ਫੜਾਇਆ, ਤੇ ਉਹਦੇ 'ਚ ਇੱਕ ਤਾਂ ਬਿੱਲ ਦਾ ਪਹਿਲਾਂ ਤਾਂ ਉਹਨੇ ਵੀ ਦੱਸਿਆ ਹੋਊਗਾ ਬਿੱਲ 'ਚ ਹੈ ਕੀ ਕੁਛ ਆ, ਤੇ ਉਹਦਾ ਕਾਰਨ ਵੀ ਦੱਸਿਆ ਹੋਊਗਾ ਵੀ ਕਾਹਤੋਂ ਲਿਆਂਦਾ। ਸੋ ਇਹ ਸਾਰੀਆਂ ਗੱਲਾਂ ਕਰਕੇ ਵੀ ਪਾਰਲੀਮੈਂਟ ਬਹੁਤ ਇੰਪੋਰਟੈਂਟ ਚੀਜ਼ ਆ। ਵੀ ਜੇ ਆਪਾਂ ਕਹਿ ਦਈਏ ਵੀ ਪਾਰਲੀਮੈਂਟ ਦੇ ਵਿੱਚ ਜੇ ਆਪਣੇ ਦਿਮਾਗ 'ਚ ਇਹ ਹੋਵੇ ਵੀ ਹਾਂ ਵੀ ਬਿੱਲ ਭਾਵੇਂ ਸਰਕਾਰ ਹੀ ਯਾਰ ਕਾਨੂੰਨ ਬਣਾ ਦੇ, ਸਰਕਾਰ ਨੂੰ ਕੀ ਹੈ, ਜਿਵੇਂ ਪਾਲਿਸੀ ਤੇ ਐਕਟ ਦੇ ਵਿੱਚ ਹੁਣ ਤੁਹਾਨੂੰ ਫਰਕ ਪਤਾ ਲੱਗਦਾ ਕੀ ਹੋ ਗਿਆ। ਪਾਲਿਸੀ ਸਰਕਾਰ ਨੇ ਸਿੱਧੀ ਬਣਾਤੀ ਸੀਗੀ, ਉਹ ਤੇ ਕੋਈ ਡਿਸਕਸ਼ਨ ਨਹੀਂ ਹੋਈ, ਸਰਕਾਰ ਦੀ ਮਰਜ਼ੀ ਸਰਕਾਰ ਦੇ ਦਿਮਾਗ 'ਚ ਆਈ, ਉਹਨਾਂ ਨੇ 12-13 ਮੰਤਰੀਆਂ ਨੇ ਆਪਦਾ ਡਿਸਕਸ ਕੀਤਾ, ਮੇਨ ਮੰਤਰੀਆਂ ਨੇ, ਤੇ ਉਹ ਪਾਲਿਸੀ ਬਣਾਤੀ ਉਹਨਾਂ ਨੇ। ਠੀਕ ਹੈ, ਪਰ ਜਿਹੜਾ ਕਾਨੂੰਨ ਬਣਦਾ, ਐਕਟ ਬਣਦਾ, ਉਹ ਇੰਨੀ 12-13 ਬੰਦਿਆਂ ਦੇ ਉਹਦੇ ਨਾਲ ਨਹੀਂ ਬਣ ਜਾਂਦਾ, ਉੱਥੇ ਡਿਸਕਸ਼ਨ ਬਹੁਤ ਹੁੰਦੀ ਹੈ। ਠੀਕ ਹੈ, ਜਦੋਂ ਪਾਰਲੀਮੈਂਟ ਦੇ ਵਿੱਚ ਆਊਗਾ, ਜਿਵੇਂ ਆਹ ਸੈਕੰਡ ਰੀਡਿੰਗ ਦੀ ਆਪਾਂ ਗੱਲ ਕੀਤੀ ਹੈ, ਉੱਥੇ ਡਿਟੇਲ 'ਚ ਡਿਸਕਸ਼ਨ ਹੋਊਗੀ ਘੱਟੋ ਘੱਟ। ਹਾਂ, ਬਿੱਲ ਉਹ ਵੀ ਚਾਂਸ ਇਹ ਹੁੰਦੇ ਆ ਵੀ ਜਿਹੜਾ ਸਰਕਾਰ ਬਿੱਲ ਲਿਆਈ ਉਹ ਜ਼ਿਆਦਾਤਰ ਪਾਸ ਹੋ ਹੀ ਜਾਣਾ ਹੁੰਦਾ। ਉਹਦਾ ਕਾਰਨ ਹੁੰਦਾ ਕਿਉਂਕਿ ਸਰਕਾਰ ਕੋਲੇ ਮੈਜੋਰਟੀ ਹੁੰਦੀ ਹੈ ਲੋਕ ਸਭਾ ਦੇ ਵਿੱਚ, ਤਾਂ ਲੋਕ ਸਭਾ ਤੋਂ ਪਾਸ ਕਰਨਾ ਸੌਖਾ ਹੀ ਹੁੰਦਾ। ਸੋ ਆਈ ਥਿੰਕ ਇਹ ਜੀ ਤੁਹਾਨੂੰ ਕਲੀਅਰ ਹੈ। ਸੋ ਹੁਣ ਬਿੱਲ ਕਿੱਥੇ ਪਹੁੰਚ ਜੂਗਾ, ਸੈਕੰਡ ਹਾਊਸ ਦੇ ਵਿੱਚ, ਉਧਰੋਂ ਪਾਸ ਹੋ ਗਿਆ ਮੰਨ ਲਓ, ਬਿੱਲ ਸੈਕੰਡ ਹਾਊਸ ਦੇ ਵਿੱਚ ਆ ਗਿਆ, ਸੈਕੰਡ ਹਾਊਸ ਦੇ ਵਿੱਚ ਵੀ ਕੀ ਚੱਲੂਗਾ, ਸੇਮ ਪ੍ਰੋਸੀਜਰ। ਪਹਿਲਾਂ ਦੇਖੋ ਕੀ ਹੈ, ਆਫਟਰ ਦਾ ਬਿੱਲ has been passed by one house, it is transmitted to other house where it has to pass through the same process. So the other house has 4 alternatives before. ਦੂਜਾ ਹਾਊਸ ਕੀ ਕੁਝ ਕਰ ਸਕਦਾ, ਜਾਂ ਤਾਂ ਉਹ ਬਿੱਲ ਨੂੰ ਪਾਸ ਕਰ ਦੂਗਾ, ਹੋਰ ਕੀ ਕਰ ਸਕਦਾ ਉਹ, ਕਿ ਆਪਾਂ ਜੁਆਇੰਟ ਸੈਸ਼ਨ ਦੇ ਵਿੱਚ ਵੀ ਗੱਲਾਂ ਕੀਤੀਆਂ। ਦੂਜਾ ਉਸ ਬਿੱਲ ਬਾਰੇ ਕੀ ਕੁਝ ਕਰ ਸਕਦਾ, ਜਾਂ ਤਾਂ ਬਿੱਲ ਨੂੰ ਉਹ ਪਾਸ ਕਰ ਦੂ ਪਹਿਲੀ ਗੱਲ,
ਜੇ ਉਹਨੇ ਪਾਸ ਨਹੀਂ ਕੀਤਾ ਰਿਜੈਕਟ ਕਰ ਸਕਦਾ। ਦੋ ਹੋ ਗਏ, ਜਾਂ ਪਾਸ ਕਰਤਾ ਜਾਂ ਰਿਜੈਕਟ ਕਰਤਾ। ਤੀਜੀ ਗੱਲ ਉਹਨੇ ਰਿਜੈਕਟ ਨਹੀਂ ਕੀਤਾਗਾ, ਉਹਨੇ ਉਹ ਚ ਥੋੜੀ ਜਿਹੀ ਸੋਧ ਰਾਹੀਂ ਉਹਨੂੰ ਪਾਸ ਕਰਤਾ, ਸੋਧ ਕਰਤੀ ਥੋੜੀ ਜਿਹੀ ਉਹਦੇ ਚ। ਤਿੰਨ। ਠੀਕ ਹੈ ਜੀ। ਚੌਥੀ ਹੈ ਉਹਨੇ ਕੁਝ ਵੀ ਨਹੀਂ ਕੀਤਾ, ਬਿੱਲ ਪਿਆ ਬਸ ਠੀਕ ਹੈ ਟੇਬਲ ਤੇ ਹੀ ਪਿਆ ਦੂਜਾ ਉਸ ਦੇ ਐਮਰਜੈਂਸੀ ਆ ਗਈ। ਠੀਕ ਹੈ। ਫਿਰ ਚਾਰ ਚੀਜ਼ਾਂ ਹੋ ਸਕਦੀਆਂ ਨੇ, ਆਹੀ ਇੱਥੇ ਲਿਖਣਾ। ਇਟ ਮੇ ਪਾਸ ਦਾ ਬਿੱਲ ਐਜ਼ ਸੈਂਟ ਬਾਈ ਦਾ ਫਸਟ ਹਾਊਸ, ਪਾਸ ਕਰ ਸਕਦਾ। ਇਟ ਮੇ ਪਾਸ ਦਾ ਬਿੱਲ ਵਿਦ ਅਮੈਂਡਮੈਂਟਸ, ਸੋਧ ਕਰਕੇ ਪਾਸ ਕਰ ਸਕਦਾ। ਰਿਟਰਨ ਇਟ ਟੂ ਦਾ ਫਸਟ ਹਾਊਸ, ਜੇ ਸੋਧ ਕੀਤੀ ਹੈ ਤਾਂ ਫਿਰ ਪਹਿਲੇ ਹਾਊਸ ਦੇ ਵਿੱਚ ਜਾਊਗਾ ਨਾ, ਪਹਿਲਾ ਹਾਊਸ ਉਹ ਸੋਧਾਂ ਨੂੰ ਮਨਜ਼ੂਰ ਕਰਦਾ ਕਿ ਨਹੀਂ ਕਰਦਾ। ਫਿਰ ਹਾਂਜੀ ਇਟ ਮੇ ਰਿਜੈਕਟ ਬਿੱਲ ਆਲ ਟੂਗੈਦਰ, ਜਮਾ ਸਿੱਧਾ ਹੀ ਕਹਿ ਸਕਦਾ, ਕੋਰੀ ਨਾ ਕਰ ਦੂਗਾ ਵੀ ਅਸੀਂ ਨਹੀਂ ਪਾਸ ਕਰਦੇ ਹਨਾ, ਵੀ ਸਿੱਧਾ ਹੀ ਵੋਟਾਂ ਜਦੋਂ ਪਈਆਂ ਤੇ ਉਹ ਵੋਟਾਂ ਦੇ ਵਿੱਚ ਵੀ ਹਾਂ ਵੀ ਉਹ ਰਿਜੈਕਟ ਹੋ ਗਿਆ। ਫਿਰ ਇਟ ਮੇ ਨਾਟ ਟੇਕ ਐਨੀ ਐਕਸ਼ਨ ਐਂਡ ਦਸ ਕੀਪਸ ਦਾ ਬਿੱਲ ਪੈਂਡਿੰਗ, ਉਹ ਬਿੱਲ ਪੈਂਡਿੰਗ ਪਿਆ ਰਹਿ ਸਕਦਾ। ਸੋ ਇਨ ਕੇਸ ਦਾ ਬਿੱਲ ਇਜ਼ ਆਲਸੋ ਪਾਸਡ ਬਾਈ ਦਾ, ਹੁਣ ਜੇ ਤਾਂ ਇਹਨਾਂ ਚੋਂ ਕੋਈ ਚਾਰਾਂ ਚੀਜ਼ਾਂ ਚੋਂ ਚੀਜ਼ ਹੋ ਗਈ ਤਾਂ ਆਪਾਂ ਕੱਲ ਪੜਿਆ ਸੀਗਾ, ਫਿਰ ਕੀ ਹੋ ਜਾਊਗਾ, ਪ੍ਰੈਜ਼ੀਡੈਂਟ ਕੀ ਸੱਦੂਗਾ, ਜੁਆਇੰਟ ਸਿਟਿੰਗ, ਜੁਆਇੰਟ ਸੈਸ਼ਨ ਸੱਦੂਗਾ ਪ੍ਰੈਜ਼ੀਡੈਂਟ। ਜੇ ਆਹ ਹਨਾ ਵੀ ਪਹਿਲੇ ਹਾਊਸ ਚ ਪਾਸ ਹੋ ਗਿਆ, ਦੂਜੇ ਹਾਊਸ ਦੇ ਵਿੱਚ ਅੜ ਗਿਆ ਬਿੱਲ, ਤੇ ਕੀ ਸੱਦਦੇ ਹੁੰਦੇ ਆ, ਜੁਆਇੰਟ ਸਿਟਿੰਗ। ਸੋ ਜੁਆਇੰਟ ਸਿਟਿੰਗ ਦਾ ਆਰਟੀਕਲ ਜ਼ਰੂਰ ਲਿਖਿਓ ਜੀ ਕਮੈਂਟ ਦੇ ਵਿੱਚ। ਸੋ ਉਦੋਂ ਬਾਅਦ ਵਿੱਚ ਕੀ ਆ ਗਿਆ, ਜੇ ਬਿੱਲ ਪਾਸ ਹੋ ਗਿਆ ਮੰਨ ਕੇ ਚਲੋ ਸੈਕੰਡ ਹਾਊਸ ਦੇ ਵਿੱਚ, ਫਿਰ ਕੀ ਹੋਊਗਾ, ਇਨ ਕੇਸ ਦਾ ਬਿੱਲ ਇਜ਼ ਆਲਸੋ ਪਾਸਡ ਬਾਈ ਦਾ ਸੈਕੰਡ ਹਾਊਸ ਹਨਾ, ਔਰ ਦਾ ਫਸਟ ਹਾਊਸ ਐਗਰੀਜ਼ ਵਿਦ ਦਾ ਅਮੈਂਡਮੈਂਟਸ, ਜਿਹੜੀ ਦੂਜੀ ਆਪਾਂ ਕੰਡੀਸ਼ਨ ਪੜ੍ਹੀ ਸੀ ਵੀ ਉਹ ਜੇ ਅਮੈਂਡਮੈਂਟਾਂ ਕੀਤੀਆਂ ਤੇ ਸੈਕੰਡ ਹਾਊਸ ਨੇ ਜਿਹੜੀਆਂ ਅਮੈਂਡਮੈਂਟਾਂ ਕੀਤੀਆਂ ਉਹ ਪਹਿਲੇ ਹਾਊਸ ਨੇ ਮੰਨ ਲਈਆਂ, ਹੁਣ ਫਿਰ ਵੀ ਉਹ ਪਾਸ ਹੋ ਗਿਆ ਨਾ ਦੋਵਾਂ ਹਾਊਸਸ ਤੋਂ, ਤੇ ਫਿਰ ਉਹ ਕੀ ਹੋਊਗਾ, made by the bill is sent to the president for his assent, तो पता ही है। So in case the bill is rejected by the second house or it is kept by the second house with it for 6 months, 6 महीने तो ज्यादा टाइम, without any action, or first house disagrees with the amendment suggested by the second house, a deadlock is deemed to have taken place। ਜਦੋਂ ਡੈਡਲੌਕ ਹੋ ਗਿਆ ਤੇ ਉਦੋਂ ਕੀ ਹੋਊਗੀ, ਜੁਆਇੰਟ ਸਿਟਿੰਗ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਚੀਜ਼ਾਂ, ਮੈਂ ਬਹੁਤ ਵਾਰੀ ਦੱਸਦਾ, ਕਿ ਹੈ ਕੋਈ ਹਜੇ ਵੀ ਡਾਊਟ? ਨਹੀਂ। So to resolve a deadlock, the president may summon a joint sitting of two houses under Article 108 if the majority of members present and voting at the joint sitting pass the bill, it is considered as passed by both the houses of parliament and is sent for president's assent। So ਇਹ ਚੀਜ਼ ਦਾ ਤਾਂ ਆਪਾਂ ਨੂੰ ਪਤਾ ਹੀ ਹੈ। ਸੋ ਲਗਭਗ ਆਪਾਂ ਨੂੰ ਬਿੱਲ ਦੀ ਪ੍ਰਕਿਰਿਆ ਦਾ ਪਤਾ ਲੱਗ ਗਿਆ। ਫਿਰ ਅੱਗੇ ਕੀ ਹੈ, ਅਸੈਂਟ ਆਫ ਦਾ ਪ੍ਰੈਜ਼ੀਡੈਂਟ। ਅਸੈਂਟ ਆਫ ਦਾ ਪ੍ਰੈਜ਼ੀਡੈਂਟ ਦੇ ਵਿੱਚ ਕੀ ਹੋਊਗਾ, ਆਫਟਰ ਬੀਇੰਗ ਪਾਸਡ ਬਾਈ ਬੋਥ ਹਾਊਸਸ ਹਨਾ, ਵੈਨ ਦਾ ਬਿੱਲ ਇਜ਼ ਪ੍ਰੈਜ਼ੈਂਟ ਟੂ ਦਾ ਪ੍ਰੈਜ਼ੀਡੈਂਟ, ਤੇ ਉਹਦੇ ਕੋਲੇ ਵੀ ਤਿੰਨ ਆਪਸ਼ਨਸ ਹੁੰਦੀਆਂ, ਇਹ ਵੀ ਆਪਾਂ ਪੜ੍ਹੀਆਂ ਹੋਈਆਂ ਵੀਟੋ ਪਾਵਰ ਦੇ ਵਿੱਚ, ਪ੍ਰੈਜ਼ੀਡੈਂਟ ਦੀ ਵੀਟੋ ਪਾਵਰ ਜਿਹੜੀ ਹੁੰਦੀ ਹੈ, ਠੀਕ ਹੈ। ਜਾਂ ਤਾਂ ਉਹ ਬਿੱਲ ਨੂੰ ਕੀ ਕਰ ਦੂਗਾ, ਪਾਸ ਕਰ ਦੂਗਾ, ਸਾਈਨ ਕਰ ਦੂਗਾ, ਇੱਕ ਆਪਸ਼ਨ ਹੋ ਗਈ। ਦੂਜੀ ਆਪਸ਼ਨ ਕੀ ਹੈ ਵੀ ਉਹ ਬਿੱਲ ਤੇ ਸਾਈਨ ਨਾ ਕਰੇ ਹਨਾ, ਨਾ ਕਰਦੇ। ਨਾ ਕਰਨ ਦਾ ਮਤਲਬ ਇਹ ਹੈ ਵੀ ਉਹ ਕਹਿ ਦੇ ਵੀ ਹਾਂ ਇਹਨੂੰ ਰੀਕਨਸੀਡਰ ਕਰੋ, ਕੀ ਕਰੋ, ਰੀਕਨਸੀਡਰ, ਵਾਪਸ ਭੇਜ ਦੇ ਵੀ ਦੁਬਾਰਾ ਸੋਚੋ ਇਹਦੇ ਬਾਰੇ, ਠੀਕ ਹੈ। ਤੀਜੀ ਆਪਸ਼ਨ ਕੀ ਹੈ ਵੀ ਉਹ ਵਿਦ ਹੋਲਡ ਕਰ ਲੇ ਸੈਂਟਰ ਨੂੰ ਹਨਾ ਆਪਦੇ ਕੋਲੇ। ਸੋ ਜੇ ਤਾਂ ਪ੍ਰੈਜ਼ੀਡੈਂਟ, ਇਹ ਹੁਣ ਤਿੰਨੇ ਵੀਟੋ ਹੋ ਗਏ ਨਾ, ਵਿਦ ਹੋਲਡ ਵਾਲੀ ਕਿਹੜੀ ਹੋ ਗਈ, ਐਬਸੋਲਿਊਟ ਹੋ ਗਈ। ਤੇ ਆਪਣੀ ਇੱਕ ਹੁੰਦੀ ਸਸਪੈਂਸਿਵ, ਜੀ ਜੋ ਉਹ ਕੋਈ ਐਕਸ਼ਨ ਨਹੀਂ, ਸਸਪੈਂਸਿਵ ਕਹੀ ਜਾਂਦਾ ਦੂਜੀ, ਐਬਸੋਲਿਊਟ। ਜਿਹੜੀ ਤੀਜੀ ਵੀਟੋ ਕਿਹੜੀ ਹੁੰਦੀ ਸੀ ਜਿਹਦੇ ਚੋਂ ਕੋਈ ਐਕਸ਼ਨ ਨਹੀਂ ਲੈਂਦਾ ਹੁੰਦਾ ਸੀਗਾ, ਪਾਕਟ ਵੀਟੋ। ਐਬਸੋਲਿਊਟ, ਪਾਕਟ ਤੇ ਸਸਪੈਂਸਿਵ। ਸਸਪੈਂਸਿਵ ਤਾਂ ਉਹ ਹੁੰਦੀ ਹੈ ਨਾ ਜਿਹਦੇ ਚੋਂ ਵਾਪਸ ਭੇਜ ਦਿੰਦਾ ਹੁੰਦਾ ਰੀਕਨਸੀਡਰ ਕਰਨ ਵਾਸਤੇ ਉਹਨਾਂ ਨੂੰ ਦੁਬਾਰਾ, ਵੀ ਹਾਂ ਵੀ ਵਿਚਾਰ ਕਰੋ। ਜੇ ਦੁਬਾਰਾ ਫਿਰ ਦੋਵੇਂ ਹਾਊਸਸ ਨੇ ਉਹ ਤੇ ਵੋਟ ਕਰਤੀ, ਫਿਰ ਪਾਸ ਕਰਤਾ, ਤੇ ਫਿਰ ਉਹਨੂੰ ਸਾਈਨ ਕਰਨੇ ਹੀ ਪੈਂਦੇ ਹੁੰਦੇ ਆ। ਸਸਪੈਂਸਿਵ ਵੀਟੋ ਦੇ ਵਿੱਚ ਇੱਕ ਵਾਰੀ ਰਾਸ਼ਟਰਪਤੀ ਨਾ ਕਰ ਸਕਦਾ ਸਾਈਨ ਕਰਨ ਤੋਂ, ਵੀ ਹਾਂ ਉਹਨਾਂ ਨੂੰ ਕਹਿ ਸਕਦਾ ਵੀ ਤੁਸੀਂ ਦੁਬਾਰਾ ਸੋਚੋ ਇਹਦੇ ਬਾਰੇ ਵੀ ਠੀਕ ਆ ਇਹ ਬਿੱਲ, ਠੀਕ ਹੈ। ਤੇ ਉਹ ਦੁਬਾਰਾ ਸੋਚ ਕੇ ਦੁਬਾਰਾ ਵੋਟਿੰਗ ਕਰਕੇ ਜੇ ਉਹ ਦੁਬਾਰਾ ਪਾਸ ਕਰਕੇ ਭੇਜ ਦਿੰਦੇ ਆ ਦੋਵੇਂ ਹਾਊਸ ਬਿੱਲ ਨੂੰ, ਤੇ ਰਾਸ਼ਟਰਪਤੀ ਨੂੰ ਸਾਈਨ ਕਰਨੇ ਹੀ ਪੈਂਦੇ ਆ, ਉਹ ਫਿਰ ਦੁਬਾਰਾ ਨਹੀਂ ਉਹ ਨਾ ਕਰ ਸਕਦਾ। ਸਸਪੈਂਸਿਵ ਵੀਟੋ ਇਹ ਹੁੰਦੀ ਹੈ, ਠੀਕ ਹੈ।
ਤੇ ਪਾਕਟ ਵੀਟੋ ਦੇ ਵਿੱਚ ਇਹ ਆ ਵੀ ਬਸ ਉਹਦੇ ਪਾਕਟ 'ਚ ਜਾ ਵੜਿਆ, ਬਸ ਪਾਕਟ ਬਹੁਤ ਵੱਡੀ ਆ ਤੇ ਉਹਨੂੰ ਕਿਹੜਾ ਇਹ ਆ ਵੀ ਕਿਤੇ ਵੀ ਨਹੀਂ ਲਿਖਿਆ ਹੈਗਾ ਕਨਸਟੀਟਿਊਸ਼ਨ ਦੇ ਵਿੱਚ ਵੀ ਹਾਂ ਰਾਸ਼ਟਰਪਤੀ ਨੇ 2 ਦਿਨਾਂ ਦੇ ਵਿੱਚ ਸਾਈਨ ਕਰਨੇ ਜਾਂ 3 ਦੇ ਵਿੱਚ ਸਾਈਨ ਕਰਨੇ। ਠੀਕ ਆ, ਸੋ ਠੀਕ ਹੈ ਪਾਕਟ ਵੀਟੋ ਇਹ ਹੋ ਗਈ ਤੇ ਉਹਦੇ ਵਿੱਚ ਕੀ ਆ ਵੀ ਉਹ ਵਿਦ ਹੋਲਡ ਕਰ ਲੈਂਦਾ ਆਪਦੀ ਅਸੈਂਟ ਵੀ ਦਿੰਦਾ ਨਹੀਂਗਾ, ਸਾਈਨ ਨਹੀਂ ਕਰਦਾਗਾ ਜਿਹੜੀ ਪਹਿਲੀ ਵੀਟੋ ਵੀ ਉਹ ਲਗਭਗ ਵੈਸੇ ਤਾਂ ਯਾਰ ਕੋਈ ਬੜਾ ਫਰਕ ਹੁੰਦਾ ਨਹੀਂਗਾ ਐਬਸੋਲੂਟ ਵੀਟੋ ਉਹਦੇ ਚ ਪਾਕਟ ਦੇ ਵਿੱਚ ਵੀ ਲਗਭਗ ਉਹੀ ਆ ਵੀ ਉਹਨੇ ਆਪਦੀ ਅਸੈਂਟ ਨਹੀਂ ਦਿੱਤੀ। ਠੀਕ ਹੈ, ਇਹ ਆਪਾਂ ਡਿਟੇਲ ਦੇ ਵਿੱਚ ਕੀਤੀਆਂ ਪ੍ਰੈਜ਼ੀਡੈਂਟ ਦੇ ਜਿਹੜਾ ਛੋਟਾ ਜਿਹਾ ਫਰਕ ਸੀ ਉਹ ਮੈਂ ਤੁਹਾਨੂੰ ਦੱਸਿਆ ਸੀ ਉੱਥੇ। ਤੇ ਜੇ ਤੁਹਾਨੂੰ ਇਹ ਚੀਜ਼ 'ਚ ਕੋਈ ਮਾੜੀ ਮੋਟੀ ਡਾਊਟ ਹੋਊ ਤਾਂ ਦੁਬਾਰਾ ਵੇਖ ਲਿਓ ਜੋ ਸੈਸ਼ਨ। ਠੀਕ ਹੈ, ਸੋ ਆ ਗਿਆ ਅਸੈਂਟ ਆਫ ਦਾ ਪ੍ਰੈਜ਼ੀਡੈਂਟ। ਇਹ ਆਪਣਾ ਹੋ ਗਿਆ ਨਾ, ਤਿੰਨੇ ਆਪਾਂ ਚੀਜ਼ਾਂ ਡਿਸਕਸ ਕਰ ਲਈਆਂ। ਹੀ ਮੇ ਹਾਂ ਬਈ ਅਸੈਂਟ ਟੂ ਦਾ ਬਿੱਲ, ਹੀ ਮੇ ਵਿਦਹੋਲਡ ਹਿਸ ਅਸੈਂਟ ਤੇ ਹੀ ਮੇ ਰਿਟਰਨ ਦਾ ਬਿੱਲ ਫਾਰ ਦਾ ਰੀਕਨਸੀਡਰੇਸ਼ਨ ਆਫ ਦਾ ਹਾਊਸ। ਸੋ ਪਹਿਲੀ ਆ ਗਈ ਆ ਜਿਹੜੀ ਦੂਜੀ ਕੰਡੀਸ਼ਨ ਆ ਗਈ ਐਬਸੋਲੂਟ ਵੀਟੋ ਹੋ ਗਈ, ਤੀਜੀ ਕੀ ਹੋ ਗਈ ਸਸਪੈਂਸਿਵ ਵੀਟੋ। ਠੀਕ ਹੈ, ਹਾਂ so if the president give assent to the bill it becomes an act, it becomes an act if the president withhold his assent the bill ends। ਹਾਂ ਬਿੱਲ ਉਹਦੇ ਤੋਂ ਬਿਨਾ ਥੋੜਾ ਉਹ ਉਹਦੀ ਰਾਇ ਤੋਂ ਬਿਨਾ ਵੀ ਜੇ ਆਪਾਂ ਕਹਿ ਦਈਏ ਵੀ ਉਹਨੇ ਯਾਰ ਵਿਦਹੋਲਡ ਕਰ ਲਈ, ਉਹਨੇ ਨਾ ਕਰਤੀ ਇੱਕ ਹਿਸਾਬ ਦੀ। ਹਾਂ ਠੀਕ ਬਈ ਹੈ, ਵਿਦਹੋਲਡ ਦਾ ਮਤਲਬ ਤੁਹਾਨੂੰ ਉੱਥੇ ਹੀ ਕਿਹਾ ਸੀ ਵੀ ਮਨਾ ਕਰਨਾ ਹੀ ਹੁੰਦਾ ਵਿਦਹੋਲਡ ਦਾ, ਫਿਰ ਤਾਂ ਬਿੱਲ ਖਤਮ ਹੀ ਹੋ ਗਿਆ ਉਹ ਹਾਂ ਬਈ ਜਦੋਂ ਪ੍ਰੈਜ਼ੀਡੈਂਟ ਨੇ ਨਾ ਕਰਤੀ। ਸੋ ਇਫ ਦਾ ਪ੍ਰੈਜ਼ੀਡੈਂਟ ਰਿਟਰਨਸ ਦਾ ਬਿੱਲ ਫਾਰ ਰੀਕਨਸੀਡਰੇਸ਼ਨ ਇਟ ਇਜ਼ ਪਾਸਡ ਅਗੇਨ ਬਾਈ ਬੋਥ ਦਾ ਹਾਊਸਸ, ਹੀ ਹੈਜ਼ ਟੂ ਵੋਟ ਹਿਸ ਅਸੈਂਟ, ਹੀ ਹੈਜ਼ ਟੂ ਗਿਵ ਹਿਸ ਅਸੈਂਟ ਆਫਟਰ ਦਾ ਸੈਕੰਡ ਪਾਸ। ਜਦੋਂ ਦੁਬਾਰਾ ਉਹਨਾਂ ਨੇ ਪਾਸ ਕਰਤਾ ਉਹਨੂੰ ਦੇਣਾ ਹੀ ਪੈਣਾ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਜਿਹੜਾ ਹੈਜ਼ ਟੂ ਹੁੰਦਾ ਨਾ ਵਰਡ, ਇਹਦਾ ਹੁੰਦਾ ਵੀ ਮਜਬੂਰੀ, ਵੀ ਉਹਨੂੰ ਕਰਨਾ ਹੀ ਪੈਣਾ ਹੀ ਇਹ ਚੀਜ਼, ਭਾਵੇਂ ਉਹਦਾ ਜੀ ਕਰੇ ਤੇ ਭਾਵੇਂ ਨਾ ਕਰੇ। ਬਲਤੇਜ ਨੂੰ ਪੱਠੇ ਲਿਆਉਣੇ ਹੀ ਪੈਣੇ ਆ, ਉੱਥੇ ਆਪਾਂ ਹੈਜ਼ ਟੂ ਲਾਵਾਂਗੇ। ਠੀਕ ਹੈ ਠੀਕ ਹੈ, ਵੀ ਕਰਨਾ ਹੀ ਪੈਣਾ ਇਹ ਚੀਜ਼, ਇਹ ਨਹੀਂਗਾ ਵੀ ਹਾਂ ਵੀ ਤੇਰਾ ਜੀ ਨਹੀਂ ਕਰਦਾ ਤੂੰ ਨਾ ਕਰੇਗਾ। ਸੋ ਆਹ ਸਸਪੈਂਸਿਵ ਵੀਟੋ ਦੀ ਗੱਲ ਆ ਗਈ। ਆਹ ਹਾਂ ਬਈ ਵੀ ਜੇ ਦੁਬਾਰਾ ਉਹਨਾਂ ਨੇ ਭੇਜਤਾ ਤਾਂ ਉਹਨੂੰ ਕਰਨਾ ਪੈਣਾ, ਇਹ ਕੀ ਹੈ ਸਸਪੈਂਸਿਵ ਵੀਟੋ। ਫਿਰ ਸਿੰਸ ਦਾ ਕਨਸਟੀਟਿਊਸ਼ਨ ਪ੍ਰੋਵਾਈਡਸ ਨੋ ਟਾਈਮ ਲਿਮਿਟ ਫਾਰ ਦਾ ਪ੍ਰੈਜ਼ੀਡੈਂਟ ਟੂ ਗੋ ਹਿਸ ਅਸੈਂਟ ਟੂ ਗਿਵ ਹਿਸ ਅਸੈਂਟ, he may keep the bill in his office without taking any action and prevent it from becoming act। ਇਹ ਕਿਹੜੀ ਵੀਟੋ ਦੀ ਗੱਲ ਕਰਤੀ ਦੱਸੋ, ਕੋਈ ਟਾਈਮ ਲਿਮਿਟ ਨਹੀਂ ਗੀ, ਇਹ ਕਿਹੜੀ ਵੀਟੋ ਆ? ਐਬਸੋਲੂਟ ਪਾਕਟ ਸਸਪੈਂਸਿਵ ਜੋ ਨਾ ਕਰਤੀ ਤਾਂ ਪਾਊਟਾ। ਹਾਂ ਨਾ ਕਰਤੀ ਪਾਕਟ ਕਿਉਂ ਹੁੰਦੀ ਹੈ ਯਾਰ? ਜਦੋਂ ਇਹ ਚ ਕੋਈ ਪਈ ਸੱਚ। ਐਕਸ਼ਨ ਨਹੀਂ ਲਿਆਗਾ। ਅੱਛਾ ਵੀ ਆ ਨਾਟ ਹੁਣ ਐਕਸ਼ਨ। ਆ ਤੁਹਾਨੂੰ ਲਾਈਨਾਂ ਸਮਝ ਨਹੀਂ ਲੱਗੇਗੀ। ਸਿੰਸ ਦਾ ਕਨਸਟੀਟਿਊਸ਼ਨ ਪ੍ਰੋਵਾਈਡਸ ਨੋ ਲਿਮਿਟ ਫਾਰ ਦਾ ਪ੍ਰੈਜ਼ੀਡੈਂਟ ਟੂ ਗਿਵ ਹਿਸ ਅਸੈਂਟ, ਕੋਈ ਟਾਈਮ ਲਿਮਿਟ ਨਹੀਂ ਗੀ। ਟਾਈਮ ਦੀ ਲਿਮਟ ਨਹੀਂ, ਹਾਂ ਠੀਕ ਹੈ ਜੀ। ਗਿਵ ਹਿਸ ਅਸੈਂਟ ਆ ਤੁਹਾਡੇ ਹੁਣ ਬੁੱਕ ਆਈ ਜਾਂਦੀ ਹੈ ਤੁਹਾਡੀ ਸਕਰੀਨ ਤੇ ਕਿ ਨਹੀਂ ਆਈ ਜਾਂਦੀ? ਆਉਂਦੀ ਹੋਈ ਆਈ ਜਾਂਦੀ ਆ। ਤੇ ਫਿਰ ਤੁਹਾਨੂੰ ਕੱਲੇ ਕੱਲੇ ਵਰਡ ਦਾ ਮਤਲਬ ਨਹੀਂ ਪਤਾਗਾ? ਉਹ ਜੇ ਨਹੀਂ ਪਤਾ ਤਾਂ ਮੈਨੂੰ ਦੱਸ ਦਿਓ, ਮੈਂ ਫੇਰ ਦੱਸ ਦੇਣਾ ਤੁਹਾਨੂੰ। ਨਹੀਂ ਪਤਾ ਲੱਗ ਗਿਆ ਬਈ, ਲੱਗ ਗਿਆ ਜੀ। ਸੁੱਤੇ ਪਏ ਜੇ ਨਾ ਲੈਕਚਰ ਸੁਣਿਆ ਕਰੋ ਯਾਰ, ਦਿਮਾਗ ਖੋਲ ਕੇ ਰੱਖੋ। ਆ ਹੁਣ ਮੈਂ ਲਾਈਨਾਂ ਕਾਹਦੇ ਵਾਸਤੇ ਪੜ੍ਹੀਆਂ ਨੇ? ਮੈਨੂੰ ਤਾਂ ਲੈਣਾ ਆਉਂਦੀਆਂ, ਮੈਂ ਤਾਂ ਤੁਹਾਨੂੰ ਪਹਿਲਾਂ ਬੋਲ ਕੇ ਦੱਸ ਹੀ ਦਿੱਤਾ। ਤੁਹਾਨੂੰ ਸਮਝਾਉਣ ਵਾਸਤੇ ਉਹ ਲਾਈਨਾਂ ਮੈਂ ਪੜ੍ਹੀਆਂ ਵੀ ਹਾਂ ਜੇ ਤੁਹਾਨੂੰ ਕਿਸੇ ਲਾਈਨ ਦੇ ਵਿੱਚ ਹਜੇ ਵੀ ਦਿੱਕਤ ਕੋਈ ਲੱਗਦੀ ਹੈ ਤਾਂ ਤੁਸੀਂ ਮੇਰੇ ਤੋਂ ਪੁੱਛ ਲਓ। ਬਜਟ ਇਨ ਦਾ ਪਾਰਲੀਮੈਂਟ। ਠੀਕ ਹੈ, ਸੋ ਉਹ ਆ ਜਿਹੜੇ ਆਪਾਂ ਪ੍ਰੋਸੀਜਰ ਪੜ੍ਹੇ ਆ ਉਹ ਆਰਡੀਨਰੀ ਬਿੱਲ ਦੇ ਪੜ੍ਹ ਲਏ। ਹੁਣ ਆਪਾਂ ਵੇਖਣਾ ਵੀ ਬਜਟ ਕਿਵੇਂ ਪੇਸ਼ ਹੁੰਦਾ ਪਾਰਲੀਮੈਂਟ ਦੇ ਵਿੱਚ। ਬਜਟ ਕੀ ਹੁੰਦਾ? ਇੱਕ ਮਨੀ ਬਿੱਲ ਹੁੰਦਾ। ਬਜਟ ਕੀ ਹੁੰਦਾ? ਮਨੀ ਬਿੱਲ ਹੁੰਦਾ। ਤੁਹਾਨੂੰ ਬਜਟ ਦਾ ਆਰਟੀਕਲ ਮੈਂ ਪਹਿਲਾਂ ਵੀ ਦੱਸਿਆ ਸੀ। ਬਜਟ ਆਪਣੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਬਜਟ ਵਰਡ ਕਿਤੇ ਨਹੀਂ ਲਿਖਿਆ। ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਬਜਟ ਵਰਡ ਕਿਤੇ ਨਹੀਂ ਲਿਖਿਆ। ਬਜਟ ਦੀ ਥਾਂ ਤੇ ਕਿਹੜਾ ਵਰਡ ਯੂਜ਼ ਕੀਤਾ? ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਠੀਕ ਹੈ, ਜਿਵੇਂ ਆਪਾਂ ਬੈਂਕ ਦੀ ਸਟੇਟਮੈਂਟ ਕਢਾਉਣੇ ਹੁੰਦੇ ਆ, ਸਟੇਟਮੈਂਟ ਤਾਂ ਸਟੇਟਮੈਂਟ ਹੀ ਹੁੰਦੀ ਹੈ। ਠੀਕ ਹੈ, ਤੇ ਸਟੇਟਮੈਂਟ ਕਾਹਦੇ ਨਾਲ ਸੰਬੰਧਿਤ ਹੋਊਗੀ? ਪੈਸੇ ਨਾਲ ਸੰਬੰਧਿਤ ਹੋਊਗੀ। ਤਾਂ ਕਰਕੇ ਕਿਹੜੀ ਸਟੇਟਮੈਂਟ ਕਹਿੰਦੇ ਇਹਨੂੰ? ਫਾਈਨੈਂਸ਼ੀਅਲ ਸਟੇਟਮੈਂਟ। ਤੇ ਕਿੰਨੇ ਟਾਈਮ ਬਾਅਦ ਬਜਟ ਪੇਸ਼ ਹੁੰਦਾ? ਸਾਲ ਬਾਅਦ। ਤਾਂ ਕਰਕੇ ਐਨੂਅਲ ਆ। ਸੋ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਦਾ ਤੁਹਾਨੂੰ ਮਤਲਬ ਪਤਾ ਲੱਗ ਗਿਆ ਕੀ ਹੋਊਗਾ। ਸਟੇਟਮੈਂਟ ਤਾਂ ਸਟੇਟਮੈਂਟ ਹੀ ਆ। ਠੀਕ ਹੈ, ਜਿਵੇਂ ਆਪਾਂ ਕਹਿੰਦੇ ਨੇ ਬੈਂਕ ਚੋਂ ਸਟੇਟਮੈਂਟ ਕਢਾ ਲਈ, ਉਹਦੇ ਚ ਕੀ ਹੋਊਗਾ? ਬੈਂਕ ਦੀ ਸਟੇਟਮੈਂਟ ਦੇ ਵਿੱਚ ਕੀ ਹੋਊਗਾ? ਆਪਣੀ ਚ
ਵੀ ਉਹ ਜਿਹੜੇ ਆਪਾਂ ਲੈਣ ਦੇਣ ਕੀਤਾ ਉਹ ਜਿਵੇਂ ਆਪਾਂ ਕਾਪੀ ਤੇ ਐਂਟਰੀ ਪਵਾ ਦਿੰਦੇ ਆ ਵੀ ਕਿੰਨੇ ਪੈਸੇ ਨੇ ਜਮ੍ਹਾਂ ਕਰਾਏ ਆ ਕਿੰਨੇ ਕਢਾ ਲਏ, ਉਹ ਚੀਜ਼ ਆ। ਸਟੇਟਮੈਂਟ ਤਾਂ ਉਹ ਹੋ ਗਈ। ਜੇ ਪੈਸੇ ਨਾਲ ਸੰਬੰਧਿਤ ਆ ਉਹ ਫਾਈਨੈਂਸ਼ੀਅਲ ਸਟੇਟਮੈਂਟ ਆ। ਠੀਕ ਆ, ਜਿਹੜੀ ਉਹ ਬੈਂਕ ਵਾਲੀ ਉਹ ਵੀ ਫਾਈਨੈਂਸ਼ੀਅਲ ਸਟੇਟਮੈਂਟ ਹੀ ਹੁੰਦੀ ਹੈ। ਸੋ ਫਾਈਨੈਂਸ਼ੀਅਲ ਸਟੇਟਮੈਂਟ ਹੈ, ਜੇ ਉਹ ਸਾਲ ਬਾਅਦ ਆ ਰਹੀ ਹੈ ਤੇ ਉਹਨੂੰ ਆਪਾਂ ਕੀ ਕਹਾਂਗੇ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਸੋ ਬਾਈਟ ਨੂੰ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕਹਿੰਦੇ ਆ। ਕਾਹਦੇ ਚ? ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ। ਕਿਹੜੇ ਆਰਟੀਕਲ ਚ ਬਾਈਟ ਦੀ ਗੱਲ ਹੋਈ ਆ? ਆਰਟੀਕਲ 112 ਦੇ ਵਿੱਚ ਬਾਈਟ ਦੀ ਗੱਲ ਹੋਈ ਹੈ। ਠੀਕ ਹੈ। ਸੋ ਦਾ ਕਨਸਟੀਟਿਊਸ਼ਨ ਰੈਫਰਸ ਟੂ ਦਾ ਬਜਟ ਐਜ਼ ਦਾ ਐਨੂਅਲ। ਰੈਫਰ ਦਾ ਮਤਲਬ ਕੀ ਹੁੰਦਾ ਵੀ ਕਿਹਾ ਗਿਆ, ਵੀ ਕੀ ਕਿਹਾ ਗਿਆ ਕਨਸਟੀਟਿਊਸ਼ਨ ਦੇ ਵਿੱਚ। ਦਾ ਕਨਸਟੀਟਿਊਸ਼ਨ ਰੈਫਰਸ ਟੂ ਦਾ ਬਜਟ ਐਜ਼ ਦਾ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਇਨ ਅਦਰ ਵਰਡਸ, ਦੂਜੇ ਸ਼ਬਦਾਂ ਵਿੱਚ, ਦਾ ਟਰਮ ਬਜਟ ਹੈਜ਼ ਨੋਵੇਅਰ ਬੀਨ ਯੂਜ਼ਡ ਇਨ ਦਾ ਕਨਸਟੀਟਿਊਸ਼ਨ। ਬਈ ਬਾਈਟ ਵਰਡ ਯੂਜ਼ ਹੀ ਨਹੀਂ ਕੀਤਾ ਕਿਤੇ ਵੀ ਕਨਸਟੀਟਿਊਸ਼ਨ ਦੇ ਵਿੱਚ। ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਹੈਜ਼ ਬੀਨ ਡੈਲਟ ਵਿਦ ਇਨ ਦਾ ਆਰਟੀਕਲ 112 ਆਫ ਦਾ ਕਨਸਟੀਟਿਊਸ਼ਨ। ਜਿਹੜਾ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਹੈ ਉਹ ਕਿਹੜੇ ਆਰਟੀਕਲ ਦੇ ਵਿੱਚ ਉਹਦੀ ਗੱਲ ਕੀਤੀ ਗਈ ਹੈ? 112 ਆਰਟੀਕਲ ਦੇ ਵਿੱਚ। ਸੋ ਅੱਗੇ ਕੀ ਹੈ? ਦਾ ਬਾਈਟ ਇਜ਼ ਅ ਸਟੇਟਮੈਂਟ ਆਫ ਦਾ ਐਸਟੀਮੇਟਡ ਰਿਸੀਪਟਸ ਐਂਡ ਐਕਸਪੈਂਡੀਚਰ ਆਫ ਦਾ ਗਵਰਨਮੈਂਟ ਆਫ ਇੰਡੀਆ ਇਨ ਏ ਫਾਈਨੈਂਸ਼ੀਅਲ ਈਅਰ। ਸੋ ਬਾਈਟ ਕੀ ਹੁੰਦਾ? ਬਾਈਟ ਕੁਝ ਨਹੀਂ ਹੁੰਦਾਗਾ। ਬਾਈਟ ਦੇ ਵਿੱਚ ਕੀ ਹੈ ਵੀ ਸਰਕਾਰ ਦੇ ਖਰਚਿਆਂ ਦਾ ਤੇ ਸਰਕਾਰ ਦੀ ਆਮਦਨ ਦਾ ਇੱਕ ਬਸ ਮੋਟਾ ਅਨੁਮਾਨ ਹੁੰਦਾ। ਬਾਈਟ ਦੇ ਵਿੱਚ ਕੀ ਹੁੰਦਾ ਵੀ ਇੰਨਾ ਅਸੀਂ ਇਸ ਸਾਲ ਖਰਚਾ ਕਰਾਂਗੇ ਤੇ ਇੰਨੇ ਪੈਸੇ ਸਾਨੂੰ ਆਉਣਗੇ ਟੈਕਸਾਂ ਤੋਂ ਇਕੱਠੇ ਹੋਣਗੇ। ਅਸੀਂ ਇਹ ਚੀਜ਼ ਹੁੰਦੀ ਹੈ। ਜਿਹੜਾ ਖਰਚਾ ਉਹਨੂੰ ਅਸੀਂ ਐਕਸਪੈਂਡੀਚਰ ਕਹਿ ਦਿੰਦੇ ਆ, ਜਿਹੜਾ ਸਾਡੀ ਆਮਦਨ ਉਹਨੂੰ ਅਸੀਂ ਰਿਸੀਪਟਸ ਕਹਿ ਦਿੰਦੇ ਆ। ਰਿਸੀਪਟਸ ਆਮਦਨ ਹੋ ਗਈ ਤੇ ਐਕਸਪੈਂਡੀਚਰ ਕੀ ਹੋ ਗਿਆ? ਖਰਚਾ ਹੋ ਗਿਆ। ਸੋ ਬਸ ਆਹੀ ਇੱਥੇ ਲਿਖਿਆ। ਸੋ ਐਸਟੀਮੇਟਡ ਆ, ਨਾਲੇ ਇਹ ਅਨੁਮਾਨ ਹੀ ਆ। ਦਾ ਬਾਈਟ ਇਜ਼ ਅ ਸਟੇਟਮੈਂਟ ਆਫ ਦਾ ਐਸਟੀਮੇਟਡ ਰਿਸੀਪਟਸ, ਕਿੰਨੀ ਆਮਦਨ ਹੋਊ, ਐਂਡ ਐਕਸਪੈਂਡੀਚਰ ਆਫ ਦਾ ਗਵਰਨਮੈਂਟ ਆਫ ਇੰਡੀਆ ਇਨ ਫਾਈਨੈਂਸ਼ੀਅਲ ਈਅਰ ਵਿਚ ਬਿਗਿਨਸ ਔਨ। ਫਾਈਨੈਂਸ਼ੀਅਲ ਈਅਰ ਕਦੋਂ ਸਟਾਰਟ ਹੁੰਦਾ? 1 ਅਪ੍ਰੈਲ। ਕਦੋਂ ਸਟਾਰਟ ਹੁੰਦਾ ਫਾਈਨੈਂਸ਼ੀਅਲ ਈਅਰ? 1 ਅਪ੍ਰੈਲ ਤੋਂ। ਤੇ ਕਦੋਂ ਤੱਕ ਚੱਲਦਾ? 31 ਮਾਰਚ ਤੱਕ। ਇਹ ਵੀ ਕੁਐਸਚਨ ਤੁਹਾਨੂੰ ਆ ਸਕਦਾ। ਇੱਕ ਆਪਾਂ ਨਵਾਂ ਸਾਲ, ਆਪਾਂ ਵੈਸੇ ਨਵਾਂ ਸਾਲ ਕਦੋਂ ਕਹਿੰਦੇ ਆ? 1 ਜਨਵਰੀ ਨੂੰ। 1 ਜਨਵਰੀ ਨੂੰ ਨਵਾਂ ਸਾਲ ਹੁੰਦਾ ਨਾ। ਪਰ ਜੇ ਆਪਾਂ ਫਾਈਨਾਂਸ ਦੀ ਭਾਸ਼ਾ ਦੇ ਵਿੱਚ ਗੱਲ ਕਰਨੀ ਹੈ, ਗਵਰਨਮੈਂਟ ਦੀ ਭਾਸ਼ਾ ਦੇ ਵਿੱਚ ਗੱਲ ਕਰਨੀ ਹੈ, ਤੇ ਨਵਾਂ ਸਾਲ ਕਦੋਂ ਹੁੰਦਾ? 1 ਅਪ੍ਰੈਲ ਨੂੰ ਹੁੰਦਾ। ਠੀਕ ਹੈ ਜੀ। ਸੋ ਫਾਈਨੈਂਸ਼ੀਅਲ ਜਿਹੜਾ ਈਅਰ ਆ ਉਹ ਕੀ ਹੈ? 1 ਅਪ੍ਰੈਲ ਤੋਂ 31 ਮਾਰਚ। ਆਫਟਰ ਇੰਟਰੋਡਕਸ਼ਨ ਆਫ ਦਾ ਬਿੱਲ ਆਫ ਦਾ ਬਜਟ, ਦਾ ਲੋਕ ਸਭਾ ਡਿਸਕਸ ਦਾ ਡਿਮਾਂਡਸ ਫਾਰ ਗ੍ਰਾਂਟਸ ਆਫ ਵੇਰੀਅਸ ਮਿਨਿਸਟਰੀਜ਼ ਐਂਡ ਡਿਪਾਰਟਮੈਂਟਸ। ਹੁਣ ਹਨਾ ਵੀ ਅਲੱਗ-ਅਲੱਗ ਮਿਨਿਸਟਰੀਆਂ ਦੀ, ਹੁਣ ਮਿਨਿਸਟਰੀਆਂ ਕਿਹੜੀਆਂ ਜਿਵੇਂ ਹੁਣ ਵੀਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰੀ ਹੈ, ਵੀਮਨ ਐਂਡ ਚਾਈਲਡ ਵਾਲੀ ਹੋ ਗਈ। ਐਗਰੀਕਲਚਰ ਮਿਨਿਸਟਰੀ ਹੋ ਗਈ ਹੈ। ਫਿਰ ਆਪਣੀ ਦੂਜੀ ਹੈਲਥ ਮਿਨਿਸਟਰੀ ਹੋ ਗਈ, ਐਜੂਕੇਸ਼ਨ ਮਿਨਿਸਟਰੀ ਹੋ ਗਈ। ਹੁਣ ਇਹ ਸਾਰੀਆਂ ਮਿਨਿਸਟਰੀਆਂ ਅੱਡੋ ਅੱਡ ਆ ਨਾ, ਕੋਈ 35-40 ਮਿਨਿਸਟਰੀਆਂ ਹੈਗੀਆਂ ਗਵਰਨਮੈਂਟ ਦੀਆਂ। ਹੁਣ ਸਾਰਿਆਂ ਨੇ ਆਪਦੇ ਡਿਪਾਰਟਮੈਂਟ ਵਾਸਤੇ, ਆਪਦੀ ਮਿਨਿਸਟਰੀ ਵਾਸਤੇ ਕੀ ਮੰਗਣੀਆਂ? ਸਰਕਾਰ ਤੋਂ ਗ੍ਰਾਂਟਾਂ ਮੰਗਣੀਆਂ ਵੀ ਹਾਂ ਸਾਨੂੰ ਗ੍ਰਾਂਟ ਦਿਓ ਜੀ, ਸਾਨੂੰ ਗ੍ਰਾਂਟ ਦਿਓ, ਸਾਨੂੰ ਗ੍ਰਾਂਟ ਦਿਓ। ਉਹੀ ਚੀਜ਼ਾਂ ਬਸ ਗ੍ਰਾਂਟਾਂ ਵਗੈਰਾ ਬਾਰੇ ਡਿਸਕਸ ਹੋਊਗੀ ਬਾਈਟ ਦੇ ਵਿੱਚ। ਕਿਉਂਕਿ ਜਿਹੜਾ ਹੁਣ ਸਰਕਾਰ ਦਾ ਖਰਚਾ ਹੋਣਾ, ਖਰਚਾ ਸਰਕਾਰ ਦਾ ਕਿਵੇਂ ਹੋਣਾ? ਮਿਨਿਸਟਰੀਆਂ ਨੇ ਕਰਨਾ ਨਾ ਖਰਚਾ ਦਾ। ਕੁਛ ਖਰਚਾ ਸਰਕਾਰ ਨੇ ਐਜੂਕੇਸ਼ਨ ਵਾਸਤੇ ਰੱਖਤਾ, ਕੁਛ ਹੈਲਥ ਵਾਸਤੇ ਰੱਖਤਾ, ਕੁਛ ਐਗਰੀਕਲਚਰ ਵਾਸਤੇ ਰੱਖਤਾ। ਸੋ ਜਿਹੜਾ ਤਾਂ ਹੁਣ ਐਗਰੀਕਲਚਰ ਵਾਲਾ ਖਰਚਾ ਉਹ ਕੌਣ ਕਰੂਗਾ? ਐਗਰੀਕਲਚਰ ਮਿਨਿਸਟਰੀ। ਜਿਹੜਾ ਹੈਲਥ ਵਾਲਾ ਖਰਚਾ ਉਹ ਕੌਣ ਕਰੂਗੀ? ਹੈਲਥ ਮਿਨਿਸਟਰੀ। ਜਿਹੜਾ ਐਜੂਕੇਸ਼ਨ ਨੂੰ ਇੰਪਰੂਵ ਕਰਨਾ ਹੈ ਨਾ, ਆਪਾਂ ਨਵੇਂ ਮਾਸਟਰ ਭਰਤੀ ਕਰਨੇ, ਉਹ ਖਰਚਾ ਕੌਣ ਕਰੂਗੀ? ਕੌਣ ਕਰੂਗੀ? ਐਜੂਕੇਸ਼ਨ ਮਿਨਿਸਟਰੀ। ਪਰ ਉਹ ਸਾਰਾ ਪੈਸਾ ਮਿਲੂਗਾ ਕਿੱਥੋਂ? ਮਿਲੂਗਾ ਤਾਂ ਉੱਥੋਂ ਹੀ ਨਾ, ਸਰਕਾਰ ਤੋਂ ਹੀ, ਉਹ ਸਰਕਾਰੀ ਖਜ਼ਾਨੇ 'ਚ ਹੀ ਮਿਲੂਗਾ ਉਹਨਾਂ ਨੂੰ ਵੀ। ਹਾਂ ਬਈ। ਵੀ ਜਿਵੇਂ ਆਪਾਂ ਕਹਿ ਦਿੰਦੇ ਆ ਯਾਰ ਪੈਸੇ ਵੰਡੇ ਜਾਂਦੇ, ਜੇ ਹੁਣ ਮੰਨ ਕੇ ਚਲੋ ਆਪਣੇ ਘਰੇ ਵਿਆਹ ਹੁੰਦਾ, ਠੀਕ ਹੈ, ਵਿਆਹ ਦਾ ਇੱਕ ਕੰਮ ਥੋੜਾ ਹੁੰਦਾ, ਕਿੰਨਾ ਕੰਮ ਧੰਦਾ ਹੁੰਦਾ। ਆਪਾਂ ਉੱਥੇ ਫਿਰ 3-4 ਬੰਦਿਆਂ 'ਚ ਕੰਮ ਵੰਡ ਲੈਂਦੇ ਆ ਵੀ ਆਹ ਕੰਮ ਤੂੰ ਕਰਦੀ, ਆਹ ਕੰਮ ਤੂੰ ਕਰਦੀ, ਆਹ ਕੰਮ ਤੂੰ ਕਰਦੀ, ਆਹ ਕੰਮ ਤੂੰ ਕਰਦੀ। ਪਰ ਪੈਸੇ ਕਿੱਥੋਂ ਆਉਂਦੇ ਆ? ਪੈਸੇ ਉਹ ਸਾਂਝੇ ਜਿੱਥੋਂ ਵੀ ਆਪਾਂ ਖਰਚਾ ਕਰਨਾ ਹੁੰਦਾ, ਜਾਂ ਵੀ ਜਿਹੜਾ ਮੇਨ ਕਰਤਾ ਧਰਤਾ ਹੁੰਦਾ ਉਹ ਪੈਸੇ ਦੇ ਦਿੰਦਾ ਚਾਰੇ ਬੰਦਿਆਂ ਨੂੰ ਕਿ ਤੂੰ ਯਾਰ ਐਂ ਕਰ, ਆਹ ਇੰਨੇ ਪੈਸੇ ਤੂੰ ਆਪਦੇ ਕੋਲੇ ਰੱਖ, ਆਹ ਕੰਮ ਕਰਨੇ, ਇੰਨੇ ਪੈਸੇ ਤੂੰ ਰੱਖ, ਇੰਨੇ ਪੈਸੇ। ਉਹੀ ਹੈ ਵੀ ਹੁਣ ਮੰਨ ਕੇ ਚਲੋ ਕੰਸੋਲੀਡੇਟਡ ਫੰਡ ਆਫ ਇੰਡੀਆ ਖਜ਼ਾਨਾ, ਠੀਕ ਹੈ। ਹੁਣ ਉਹਦੇ ਚੋਂ ਇਹਨਾਂ ਮਿਨਿਸਟਰੀਆਂ ਨੂੰ ਇਹ ਜਿੰਨੇ ਮੰਗਣਗੀਆਂ ਵੀ ਇੰਨੇ ਸਾਨੂੰ ਜੀ, ਇੰਨੇ ਸਾਨੂੰ ਚਾਹੀਦੇ ਗ੍ਰਾਂਟ ਮੰਗਣਗੀਆਂ, ਉਨੀ ਲਗਭਗ ਉਹਨਾਂ ਨੂੰ ਮਿਲ ਜੂਗੀ। ਬਾਅਦ ਚ ਉਹ ਪੈਸੇ ਨੂੰ ਉਹ ਖਰਚ ਕਰ ਦੇਣਗੇ। ਸੋ
आफ्टर इंट्रोडक्शन ऑफ द बाइट द लोक सभा डिस्कस द लोक सभा ਦੇ ਵਿੱਚ ਕੀ ਡਿਸਕਸ ਹੁੰਦੀ ਹੈ डिमांड्स ऑफ फॉर ग्रांट्स ऑफ वेरियस मिनिस्ट्रीज एंड डिपार्टमेंट्स ठीक है सो ऑल ग्रांट्स वोटेड बाय द लोक सभा and expenditure charged on the consolidated fund of India are then presented in the form of a single bill called appropriation bill. Proposal for taxation are presented in the form of finance bill. So एक मिनट रुको. So ਸੋ ਜੇ ਆਪਾਂ ਬਾਈਟ ਦੀ ਗੱਲ ਕਰਦੇ ਆਂ ਬਜਟ ਠੀਕ ਹੈ ਬਾਈਟ ਨੂੰ ਕੀ ਕਹਿੰਦੇ ਆ ਕਨਸਟੀਟਿਊਸ਼ਨ ਦੇ ਵਿੱਚ ਐਨ ਇੰਡੀਅਨ ਕਨਸਟੀਟਿਊਸ਼ਨ ਇੱਥੇ ਬਸ ਸਿੱਧਾ ਹੀ ਲਿਖੋ ਬਜਟ ਕੀ ਹੁੰਦੀ ਹੈ ਐਨੂਅਲ फाइनेंशियल स्टेटमेंट ठीक है ਤੁਹਾਨੂੰ ਪਤਾ ਹੀ ਹੈ ਵੀ ਇਹ ਆਪਣੇ ਕਨਸਟੀਟਿਊਸ਼ਨ ਸਿਰਫ ਇਹੀ ਵਰਡ ਲਿਖਿਆ ਹੋਇਆ ਠੀਕ ਹੈ ਤੇ ਆਰਟੀਕਲ ਇਹਦਾ ਕਿੰਨਾ 112 ਪਹਿਲੀ ਗੱਲ ਤੁਸੀਂ ਯਾਦ ਰੱਖ ਲਈ ਬਾਈਟ ਬਾਰੇ ਠੀਕ ਹੈ ਸਕਰੀਨ ਨਹੀਂ ਯਾਰ ਸ਼ੋ ਹੁੰਦੀ ਹੈ ਸਕਰੀਨ ਸ਼ੋ ਹੋਣ ਹਟ ਗਈ ਸ਼ੋ ਨਹੀਂ ਹੁੰਦੀਗੀ ਹੁਣ ਹਟੀ ਹੁਣ ਕੁਝ ਵੀ ਨਹੀਂ ਹੁੰਦਾ ਪਿਆ ਨੀਲਾ ਜਿਹਾ ਆਈ ਜਾਂਦਾ ਨੀਲਾ ਜਿਹਾ ਜਿਵੇਂ ਲੈਣਾ ਇੱਕ ਮਿੰਟ ਹੁਣ ਆਉਂਦਾ ਹਾਂ ਹਾਂ ਤਾਂ ਆਉਣ ਲੱਗ ਗਿਆ ਸ਼ੋ ਆਉਣ ਲੱਗ ਗਿਆ ਫਿਰ ਹੁੰਦਾ ਹੁਣ ਆ ਗਿਆ ਦੀ ਓਕੇ ਇੱਕ ਮਿੰਟ ਰੁਕੋ ਲੱਗ ਗਈ ਸੋ ਬਾਈਟ ਦੀ ਆਪਾਂ ਗੱਲ ਕਰਨ ਲੱਗੇ ਸੀ ਨਾ ਬਜਟ ਕੀ ਚੀਜ਼ ਹੁੰਦੀ ਹੈ ਐਨੂਅਲ फाइनेंशियल
स्टेटमेंट आर्टिकल 112। ठीक है, एक चीज क्लियर होगी बाइट बारे। ठीक है, फिर की है बजट बाइट ਦੇ ਵਿੱਚ ਕੀ ਹੁੰਦਾ, ਦੋ ਚੀਜ਼ਾਂ ਹੁੰਦੀਆਂ। हेलो, हाँ भाई हाँ। आई ਜਾਂਦੀ ਹੈ ਫੋਟੋ ਯਾਰ? हाँ भैया हाई इन बाइक इंडस्ट्री टू टाइप जेड लिखी है ना, है जेड लिखी आई इन जेड लिखी है ना, टाइप की हुई है ना। ਜਿਹੜਾ ਵੀ ਲਿਖਿਆ ਨਾ ਉਹਦੀ ਫੋਟੋ ਆਈ ਹੈ। ਠੀਕ ਹੈ। ਕਿਹੜੇ ਕਿਹੜੇ ਆ? ਐਪਰੋਪ੍ਰੀਏਸ਼ਨ ਬਿੱਲ, ਠੀਕ ਹੈ। ਐਪਰੋਪ੍ਰੀਏਸ਼ਨ ਬਿੱਲ ਦੇ ਵਿੱਚ ਕੀ ਡਿਸਕਸ ਹੁੰਦਾ? ਡਿਮਾਂਡ ਫਾਰ grants and expenditure। ਮੇਨਲੀ ਤੁਸੀਂ ਇਹ ਕਹਿ ਸਕਦੇ ਹੋ ਵੀ ਐਕਸਪੈਂਡੀਚਰ ਹੈ, ਐਕਸਪੈਂਡੀਚਰ ਆਫ ਗਵਰਨਮੈਂਟ। ਠੀਕ ਹੈ, ਠੀਕ ਹੈ ਜੀ। ਮੇਨ ਕੀ ਡਿਸਕਸ ਹੁੰਦਾ ਹੈ? ਐਕਸਪੈਂਡੀਚਰ, ਖਰਚਾ ਜਿਹੜਾ ਹੋਊਗਾ। ਜਿਹੜਾ ਫਾਈਨਾਂਸ ਬਿੱਲ ਹੁੰਦਾ ਉਹਦੇ ਚ ਕੀ ਡਿਸਕਸ ਹੁੰਦਾ? ਟੈਕਸਸ, ਟੈਕਸਸ ਬਾਰੇ ਗੱਲ ਹੁੰਦੀ ਹੈ। ਬਸ ਇੰਨੇ ਯਾਦ ਰੱਖੋ। ਠੀਕ ਹੈ। ਸੋ ਜਿਹੜਾ ਐਪਰੋਪ੍ਰੀਏਸ਼ਨ ਬਿੱਲ ਆ ਉਹ ਕਾਹਦੇ ਨਾਲ ਸੰਬੰਧਿਤ ਹੋ ਗਿਆ? ਖਰਚੇ ਦੇ ਨਾਲ। ਵੀ ਗਵਰਨਮੈਂਟ ਨੇ ਜਿਹੜਾ ਖਰਚਾ ਕਰਨਾ ਸਰਕਾਰੀ ਖਜ਼ਾਨੇ ਚੋਂ, ਹਨਾ, ਉਹ ਕਿਹੜੇ ਬਿੱਲ ਦੇ ਹਿਸਾਬ ਨਾਲ ਕਰੂਗੀ? ਐਪਰੋਪ੍ਰੀਏਸ਼ਨ ਬਿੱਲ ਲੈ ਕੇ ਆਊਗੀ ਉਹਦੇ ਵਾਸਤੇ। ਜੇ ਸਰਕਾਰ ਨੇ ਕੋਈ ਪੈਸੇ ਕਢਾਉਣੇ ਆ ਵੀ ਇੰਨਾ ਇੰਨਾ ਖਰਚਾ ਹੋਣਾ ਸਾਡਾ, ਕਿਹੜਾ ਬਿੱਲ ਲੈ ਕੇ ਆਊਗੀ ਸਰਕਾਰ? ਐਪਰੋਪ੍ਰੀਏਸ਼ਨ ਬਿੱਲ। ਕਿਹੜਾ ਬਿੱਲ? ਐਪਰੋਪ੍ਰੀਏਸ਼ਨ ਬਿੱਲ। ਐਪਰੋਪ੍ਰੀਏਸ਼ਨ ਬਿੱਲ। ਜੇ ਸਰਕਾਰ, ਜਦੋਂ ਸਰਕਾਰ ਨੇ ਵੀ ਕੋਈ ਟੈਕਸ ਨਵਾਂ ਲਾਉਣਾ ਜਾਂ ਹਨਾ ਵੀ ਸਰਕਾਰੀ ਖਜ਼ਾਨੇ 'ਚ ਪੈਸਾ ਜਾਣਾ, ਟੈਕਸ ਲਾਵੇ ਜਾਂ ਕੁਝ ਵੀ ਨਵਾਂ ਲਾਉਣਾ ਚਾਹੁੰਦੀ ਹੈ, ਉਦੋਂ ਕਿਹੜਾ ਬਿੱਲ ਲੈ ਕੇ ਆਊਗੀ? ਫਾਈਨਾਂਸ ਬਿੱਲ। ਫਾਈਨਾਂਸ ਬਿੱਲ। ਫਾਈਨਾਂਸ ਬਿੱਲ। ਸਮਝ ਲੱਗ ਗਈ? ਹਾਂ ਬਈ। ਸੋ ਜੇ ਤਾਂ ਸਰਕਾਰ ਨੇ ਕੋਈ ਖਰਚਾ ਕਰਨਾ, ਕਿਹੜਾ ਬਿੱਲ ਲੈ ਕੇ ਆਊਗੀ? ਐਪਰੋਪ੍ਰੀਏਸ਼ਨ ਬਿੱਲ। ਜੇ ਸਰਕਾਰ ਨੇ ਕੋਈ ਟੈਕਸ ਨਵਾਂ ਲਾਉਣਾ, ਹਨਾ, ਜਨਤਾ ਦੇ ਜਾਂ ਕੁਝ ਵੀ ਪਾਰਲੀਮੈਂਟ ਦੇ, ਫਿਰ ਕਿਹੜਾ ਬਿੱਲ ਲਿਆਉਣਾ ਪਊਗਾ ਸਰਕਾਰ ਨੂੰ? ਫਾਈਨਾਂਸ ਬਿੱਲ। ਠੀਕ ਹੈ। ਸੋ ਹੁਣ ਆਪਾਂ ਚੱਲਦੇ ਹਾਂ ਉੱਥੇ ਕੰਮ ਦੇ। ਸੋ ਆਹੀ ਗੱਲ ਲਿਖੀ ਹੈ ਇਹਦੇ ਚ। ਠੀਕ ਹੈ। ਫਾਈਨੈਂਸ਼ੀਅਲ ਈਅਰ ਦਾ ਤੁਹਾਨੂੰ ਪਤਾ ਲੱਗ ਗਿਆ 1 ਅਪ੍ਰੈਲ ਤੋਂ 31 ਮਾਰਚ ਹੁੰਦਾ, ਤੁਹਾਨੂੰ ਦੱਸਤਾ ਸੀ, ਹਨਾ। ਆ ਵੇਖੋ, ਆਫਟਰ ਇੰਟਰੋਡਕਸ਼ਨ ਆਫ ਦਾ ਬਜਟ ਦਾ ਲੋਕ ਸਭਾ ਡਿਸਕਸ ਦਾ ਡਿਮਾਂਡਸ ਫਾਰ ਗ੍ਰਾਂਟਸ ਆਫ ਵੇਰੀਅਸ ਮਿਨਿਸਟਰੀਜ਼ ਐਂਡ ਡਿਪਾਰਟਮੈਂਟਸ। ਆਲ ਗ੍ਰਾਂਟਸ ਵੋਟਡ ਬਾਈ the Lok Sabha and expenditure charged on consolidated fund of India are then presented
in the form of bill called appropriation bill। ਸੋ ਜਿੰਨੀਆਂ ਵੀ ਗ੍ਰਾਂਟਸ ਉਹਨਾਂ ਨੂੰ ਚਾਹੀਦੀਆਂ ਤੇ ਐਕਸਪੈਂਡੀਚਰ ਆ ਜਿਹੜਾ ਉਹ ਕਾਹਦੇ ਚੋਂ ਕੱਢਾਂਗੇ, ਕਿਹੜੇ ਬਿੱਲ ਰਾਹੀਂ ਆਪਾਂ ਕੱਢਾਂਗੇ? ਐਪਰੋਪ੍ਰੀਏਸ਼ਨ ਬਿੱਲ ਰਾਹੀਂ। ਜਿਹੜੇ ਪੈਸੇ ਤੁਹਾਨੂੰ ਚਾਹੀਦੇ ਆ ਉਹ ਪੈਸੇ ਤੁਸੀਂ ਹਨਾ ਹੁਣ ਸਾਰੀਆਂ ਮਿਨਿਸਟਰੀਆਂ ਨੂੰ ਚਾਹੀਦੇ ਜਿਹੜੇ ਉਹਨਾਂ ਨੇ ਖਰਚਾ ਕਰਨਾ ਉਹ ਕਿਵੇਂ ਕਢਵਾ ਸਕਦੇ ਆ? ਐਪਰੋਪ੍ਰੀਏਸ਼ਨ ਬਿੱਲ ਦੇ ਰਾਹੀਂ। ਤੇ ਫਾਈਨਾਂਸ ਬਿੱਲ ਦੇ ਰਾਹੀਂ ਕੀ ਆ ਵੀ ਜੇ ਸਰਕਾਰ ਨੂੰ ਜਿਹੜਾ ਰੈਵਨਿਊ ਆ ਜਿਹੜੀ ਆਪਾਂ ਰਿਸਿਪਟਸ ਦੀ ਗੱਲ ਕਰੀ ਜਾਂਦੇ ਆ ਬਾਈਟ ਦੇ ਵਿੱਚ ਕੀ ਹੁੰਦਾ? ਦੋ ਹੀ ਚੀਜ਼ਾਂ, ਰਿਸਿਪਟਸ ਆਮਦਨ ਸਰਕਾਰ ਨੂੰ ਜਿਹੜੀ ਆਉਣੀ ਆ ਤੇ ਖਰਚਾ ਜਿਹੜਾ ਸਰਕਾਰ ਨੇ ਕਰਨਾ। ਖਰਚਾ ਕਿਵੇਂ ਕਰੂਗੀ ਸਰਕਾਰ? ਐਪਰੋਪ੍ਰੀਏਸ਼ਨ ਬਿੱਲ ਲਿਆ ਕੇ। ਜਿਹੜੀਆਂ ਰਿਸਿਪਟਸ ਆ ਪੈਸਾ ਸਰਕਾਰ ਕੋਲੇ ਕਿਵੇਂ ਆਊਗਾ? ਟੈਕਸਸ ਦੇ ਨਾਲ। ਜੇ ਟੈਕਸਸ ਦੇ ਨਾਲ ਸੰਬੰਧਿਤ ਗੱਲ ਕਰਨੀ ਹੈ ਤਾਂ ਉਹ ਕਿਹੜਾ ਹੋਊਗਾ? ਫਾਈਨਾਂਸ ਬਿੱਲ। ਪ੍ਰਪੋਜ਼ਲ ਫਾਰ ਟੈਕਸੇਸ਼ਨ ਟੂ ਰੇਜ਼ ਰੈਵਨਿਊ ਆਰ presented in the form of finance bill। The government of India has two bite, namely railway bite ਤੇ ਜਨਰਲ ਬਾਈਟ। ਪਹਿਲਾਂ 2017 ਤੋਂ ਪਹਿਲਾਂ ਕੀ ਹੁੰਦਾ ਸੀਗਾ ਵੀ ਗਵਰਨਮੈਂਟ ਆਫ ਇੰਡੀਆ ਕਿੰਨੇ ਬਾਈਟ ਪੇਸ਼ ਕਰਦੀ ਸੀ? 2। ਫਾਈਨਾਂਸ ਬਾਈਟ ਅਲੱਗ ਹੁੰਦਾ ਸੀ ਤੇ ਰੇਲਵੇ ਬਾਈਟ ਕੀ ਸੀਗਾ? ਅਲੱਗ ਸੀਗਾ। ਉਹ ਰੇਲ ਦਾ ਜਨਰਲ ਬਾਈਟ ਅੱਡ ਸੀਗਾ ਤੇ ਰੇਲਵੇ ਬਾਈਟ ਅੱਡ ਸੀ। ਪਰ 2017 ਤੋਂ ਬਾਅਦ ਕੀ ਹੋਇਆ? ਇਕੱਠਾ ਕਰਤਾ। ਹੁਣ ਰੇਲ ਦਾ ਕੋਈ ਅੱਡ ਬਾਈਟ ਨਹੀਂ ਹੁੰਦਾ ਗਾ, ਇਕੱਠਾ ਹੀ ਬਾਈਟ ਹੁੰਦਾ। ਠੀਕ ਹੈ। ਸੋ ਉਹ ਜਿਹੜੀ ਰਿਕਮੈਂਡੇਸ਼ਨ ਕੀਤੀ ਸੀ ਵੀ ਜਿਹੜਾ ਰੇਲ ਬਾਈਟ ਨੂੰ ਅਲੱਗ ਨਾ ਪੇਸ਼ ਕਰੋ ਵੀ ਇਕੱਠਾ ਹੀ ਕਰ ਦਿਓ, ਉਹ ਕਿਹੜੀ ਕਮੇਟੀ ਨੇ ਕੀਤੀ ਸੀ? ਵਿਵੇਕ ਦੇਬਰਾਏ ਕਮੇਟੀ। ਇਹਦਾ ਨਾਂ ਯਾਦ ਰੱਖਣਾ। ਵਿਵੇਕ ਦੇਬਰਾਏ ਕਮੇਟੀ ਸੀਗੀ ਜਿਹਨੇ ਮਰਜ ਕਰਨ ਦੀ ਗੱਲ ਕਹੀ ਸੀਗੀ। ਕਿਹਨੂੰ ਕਿਹਦੇ ਚ ਮਰਜ ਕਰਨਾ ਸੀਗਾ? ਰੇਲਵੇ ਬਾਈਟ ਨੂੰ ਜਨਰਲ ਬਾਈਟ ਚ। ਹੁਣ ਇੱਕੋ ਹੀ ਬਿੱਲ ਉਹਦੀ ਫਿਰ ਉਹ ਸਰਕਾਰ ਨੇ ਗੱਲ ਮੰਨ ਲਈ ਸੀ ਬਸ। ਕਮੇਟੀ ਹੈ ਜਿਹੜੀ ਇਹ ਸਰਕਾਰ ਨੇ ਬਣਾਈ ਹੁੰਦੀ ਹੈ। ਮੈਂ ਤੁਹਾਨੂੰ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਵੀ ਕਮੇਟੀ ਕਦੋਂ ਬਣਦੀ ਹੈ? ਵੀ ਜਦੋਂ ਕੋਈ ਪ੍ਰੋਬਲਮ ਸਰਕਾਰ ਦੇ ਦਿਮਾਗ ਸਾਹਮਣੇ ਵਾਰੀ ਆਉਂਦੀ ਹੈ। ਜਿਵੇਂ ਮੈਂ ਤੁਹਾਨੂੰ ਉਹਦੇ ਚ ਡਿਸਕਸ ਆਪਾਂ ਕੀਤਾ ਸੀਗਾ ਜਦੋਂ ਸਟੇਟ ਰੀਆਰਗੇਨਾਈਜੇਸ਼ਨ ਹੋਣੀਆਂ ਸੀਗੀਆਂ ਲੈਂਗੁਏਜ ਦੇ ਆਧਾਰ ਤੇ। ਠੀਕ ਆ, ਉਦੋਂ ਫਿਰ ਲੋਕੀ ਰੌਲਾ ਪਾਉਂਦੇ ਸੀਗੇ, ਸਰਕਾਰ ਤੇ ਪ੍ਰੈਸ਼ਰ ਸੀ। ਸਰਕਾਰ ਇੱਕ ਵਾਰੀ ਕੀ ਬਣਾ ਦਿੰਦੀ ਹੈ? ਕਮੇਟੀ ਬਣਾ ਦਿੰਦੀ। ਉਹ ਕਮੇਟੀ ਨੂੰ ਕਹਿੰਦੀ ਹੈ ਵੀ ਦੱਸੋ ਜੀ, ਡਿਟੇਲ ਦੇ ਵਿੱਚ ਦੱਸੋ ਸਾਨੂੰ ਵੀ ਕੀ ਗੱਲ ਕੀ ਹੈ, ਅਸਲ 'ਚ ਮੁੱਦਾ ਕੀ ਹੈ। ਠੀਕ ਹੈ, ਤੇ ਇਹਨੂੰ ਆਪਾਂ ਕਿਵੇਂ ਸੋਲਵ ਕਰ ਸਕਦੇ ਹਾਂ, ਤੇ ਜੇ ਇਹਨੂੰ ਆਪਾਂ ਐਂ ਕਰਦੇ ਹਾਂ ਤੇ ਇਹਦੇ ਕੀ ਨੁਕਸਾਨ ਹੋ ਸਕਦੇ। ਸੋ ਕਮੇਟੀ ਸਾਰੇ ਡਿਟੇਲ ਦੇ ਵਿੱਚ ਰਿਪੋਰਟ ਬਣਾ ਕੇ ਦੱਸਦੀ ਵੀ ਐਂ ਆਹ ਚੀਜ਼ਾਂ ਹੋ ਸਕਦੀਆਂ, ਪੋਸੀਬਿਲਿਟੀਆਂ ਸਾਰੀਆਂ ਡਿਸਕਸ ਕਰ ਦਿੰਦੀ ਹੈ, ਸਾਰੀਆਂ ਸੰਭਾਵਨਾਵਾਂ ਡਿਟੇਲ ਦੇ ਵਿੱਚ ਦੱਸ ਦਿੰਦੀ ਹੈ ਸਰਕਾਰ ਨੂੰ। ਫਿਰ ਸਰਕਾਰ ਉਸ ਤੋਂ ਬਾਅਦ ਦੇ ਡਿਸੀਜਨ ਲੈਂਦੀ ਹੈ ਵੀ ਹਾਂ ਵੀ ਜੇ ਸਰਕਾਰ ਨੂੰ ਲੱਗਦਾ ਵੀ ਅਸੀਂ ਹਨਾ ਗੱਲ ਮੰਨ ਸਕਦੀ ਹੈ ਕਮੇਟੀ ਦੀ, ਨਹੀਂ ਤਾਂ ਉਹਦੀ ਮਰਜ਼ੀ। ਵੀ ਹੁਣ ਐਂ ਵੀ ਜਿਹੜੀ ਵਿਵੇਕ ਦੇਬਰਾਏ ਕਮੇਟੀ ਬਣਾਈ ਸੀ, ਸਰਕਾਰ ਨੇ ਬਣਾਈ ਸੀ ਵੀ ਆਪਾਂ ਨੂੰ ਰੇਲ ਬਾਈਟ ਨੂੰ ਤੇ ਜਿਹੜਾ ਜਨਰਲ ਬਾਈਟ ਨੂੰ ਇਕੱਠਾ ਰੱਖਣਾ ਚਾਹੀਦਾ ਕਿ ਅਲੱਗ ਕਰ ਦੇਣਾ ਚਾਹੀਦਾ। ਇਹਨਾਂ ਨੇ ਕਿਹਾ ਜੀ ਆਪਾਂ ਨੂੰ ਇਕੱਠਾ ਕਰ ਦੇਣਾ ਚਾਹੀਦਾ ਹਨਾ। ਸੋ ਫਿਰ ਉਸ ਤੋਂ ਬਾਅਦ ਸਰਕਾਰ ਨੇ ਉਹਦੀ ਗੱਲ ਮੰਨ ਲਈ। ਜੇ ਸਰਕਾਰ ਚਾਹੁੰਦੀ ਤਾਂ ਨਾ ਵੀ ਮੰਨਦੀ। ਠੀਕ ਹੈ, ਕਮੇਟੀ ਵਾਲੇ ਬਾਅਦ ਚ ਇਹ ਨਹੀਂ ਕਹਿ ਸਕਦੇ ਵੀ ਹਾਂ ਤੁਸੀਂ ਸਾਨੂੰ ਬਣਾ ਤਾਂ ਦਿੱਤਾ ਤੇ ਹੁਣ ਸਾਡੀ ਗੱਲ ਹੀ ਨਹੀਂ ਮੰਨੀ। ਇਹ ਨਹੀਂ ਗੱਲ ਹੁੰਦੀ। ਠੀਕ ਹੈ। ਸੋ ਅੱਗੇ ਆ ਗਿਆ ਕੰਸੋਲੀਡੇਟਡ ਫੰਡ ਆਫ ਇੰਡੀਆ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, 3 ਤਰ੍ਹਾਂ ਦੇ ਆਪਣੇ ਮੇਨਲੀ ਫੰਡ ਹੁੰਦੇ ਆ। ਕੰਸੋਲੀਡੇਟਡ ਫੰਡ ਆਫ ਇੰਡੀਆ, ਕੰਟੀਨਜੈਂਸੀ ਫੰਡ ਆਫ ਇੰਡੀਆ ਤੇ ਪਬਲਿਕ ਅਕਾਊਂਟ ਆਫ ਇੰਡੀਆ। ਠੀਕ ਹੈ। ਆਰਟੀਕਲ 266, ਆਰਟੀਕਲ 267 ਕੰਟੀਨਜੈਂਸੀ ਤੇ ਕੰਸੋਲੀਡੇਟਡ ਫੰਡ ਦਾ ਆਰਟੀਕਲ ਯਾਦ ਰੱਖਣਾ ਤੁਸੀਂ। ਪਬਲਿਕ ਅਕਾਊਂਟਸ ਬਾਰੇ ਸਿਰਫ ਨਾ ਹੀ ਯਾਦ ਬਹੁਤ। ਠੀਕ ਹੈ। ਸੋ ਜਿਹੜਾ ਕੰਸੋਲੀਡੇਟਡ ਫੰਡ ਆਫ ਇੰਡੀਆ ਹੀ ਮੇਨ ਆ। ਸਾਰਾ ਲਗਭਗ ਜਿਹੜਾ ਸਾਰੇ ਦਾ ਸਾਰਾ ਪੈਸਾ ਉਹ ਕਿੱਥੇ ਹੁੰਦਾ? ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚ ਹੁੰਦਾ। ਪਰ ਇਸ ਫੰਡ ਦੀ ਇੱਕ ਖਾਸੀਅਤ ਆ ਵੀ ਇਸ ਫੰਡ ਚੋਂ ਗੌਰਮੈਂਟ ਪੈਸੇ ਆਪਦੀ ਮਰਜ਼ੀ ਨਾਲ ਨਹੀਂ ਕਢਾ ਸਕਦੀ। ਇਸ ਫੰਡ ਚੋਂ 1 ਪੈਸਾ ਵੀ ਕਢਾਉਣ ਵਾਸਤੇ ਨਾ 1 ਰੁਪਿਆ ਵੀ ਕਢਾਉਣ ਵਾਸਤੇ ਗੌਰਮੈਂਟ ਨੂੰ ਕੀ ਕਰਨਾ ਪਊਗਾ? ਪਾਰਲੀਮੈਂਟ ਦੇ ਵਿੱਚ ਬਿੱਲ ਲੈ ਕੇ ਆਉਣਾ ਪਊਗਾ। ਕਿਹੜਾ ਬਿੱਲ? ਖਰਚਿਆਂ ਵਾਲਾ ਕਿਹੜਾ ਬਿੱਲ ਸੀ? ਐਪਰੋਪ੍ਰੀਏਸ਼ਨ ਬਿੱਲ। ਠੀਕ ਹੈ। ਐਪਰੋਪ੍ਰੀਏਸ਼ਨ ਬਿੱਲ ਆਊਗਾ, ਉਹ ਪਾਸ ਹੋਊਗਾ ਤਾਂ ਫਿਰ ਸਰਕਾਰ ਨੂੰ ਰੁਪਿਆ ਮਿਲਣਾ, ਨਹੀਂ ਸਰਕਾਰ ਨੂੰ ਇਹਦੇ ਵੱਲ ਝਾਕ ਨਹੀਂ ਸਕਦੀ। ਇਹੀ ਮੇਨ ਆ, ਇਹਦੇ 'ਚ ਹੀ ਆ ਸਾਰੇ ਪੈਸੇ। It is a fund to which all receipts are credited and all payments are debited। ਇਹੀ ਮੇਨ ਫੰਡ ਆ ਜਿਹਦੇ 'ਚ ਸਾਰੇ ਦਾ ਸਾਰਾ ਜਿਹੜੇ ਟੈਕਸਸ ਵਗੈਰਾ ਸਰਕਾਰ ਇਕੱਠੇ ਕਰਦੀ ਆ, ਉਹ ਸਾਰੇ ਦੇ ਸਾਰੇ ਟੈਕਸ ਇਕੱਠੇ ਕਰਕੇ ਕਿਹੜੇ ਫੰਡ ਦੇ ਜਮ੍ਹਾਂ ਕਰਵਾਉਂਦੀ ਹੈ? ਕੰਸੋਲੀਡੇਟਡ ਫੰਡ ਦੇ ਵਿੱਚ। ਜਿਹੜੇ ਗ੍ਰਾਂਟਾਂ ਮਿਲਣੀਆਂ ਜਾਂ ਹਨਾ ਪੈਸੇ ਖਰਚਾ ਹੋਣਾ ਉਹ ਵੀ ਕਿੱਥੋਂ ਜਾਣਾ? ਇੱਥੋਂ। ਠੀਕ ਹੈ।
ਠੀਕ ਹੈ ਜੀ। ਇਨ ਅਦਰ ਵਰਡਸ ਇਹਦੇ ਚ ਕੀ ਕੁਛ ਆਊਗਾ, ਆਲ ਰੈਵਨਿਊਜ਼ ਰਿਸੀਵਡ ਬਾਈ ਦਾ ਗਵਰਨਮੈਂਟ ਆਫ ਇੰਡੀਆ। ਜਿੰਨਾ ਵੀ ਰੈਵਨਿਊ ਇਕੱਠਾ ਹੋਊਗਾ ਗਵਰਨਮੈਂਟ ਨੂੰ, ਉਸ ਠੀਕ ਹੈ, ਉਹ ਕਾਹਦੇ ਚ ਜਮਾ ਹੋਊਗਾ, ਕੰਸੋਲੀਡੇਟਡ ਫੰਡ ਆਫ ਇੰਡੀਆ। ਹੁਣ ਰੈਵਨਿਊ ਇਕੱਠਾ ਸਰਕਾਰ ਨੂੰ ਕਿਵੇਂ ਕਿਵੇਂ ਹੋ ਸਕਦਾ ਬਈ, ਠੀਕ ਹੈ, ਰੈਵਨਿਊ ਇਕੱਠਾ ਜੇ ਸਰਕਾਰ ਨੇ ਕਰਨਾ ਕਿਹੜੀਆਂ ਕਿਹੜੀਆਂ ਤਰੀਕਿਆਂ ਨਾਲ ਹੋ ਸਕਦਾ। ਰੈਵਨਿਊ ਇਕੱਠਾ ਹੋ ਸਕਦਾ ਸਰਕਾਰ ਨੂੰ ਨੰਬਰ 1 ਟੈਕਸਸ ਤੋਂ, ਨੰਬਰ 2 ਜਿਹੜੀਆਂ ਹੁਣ ਸਰਕਾਰ ਦੀਆਂ ਜਿਹੜੇ ਸਰਕਾਰੀ ਕਾਲਜ ਯੂਨੀਵਰਸਿਟੀਆਂ ਹੈ ਨਹੀਂਆਂ, ਉਹਨਾਂ ਦਾ ਵੀ ਜਿਹੜਾ ਉਹਦੀਆਂ ਫੀਸਾਂ ਵਗੈਰਾ ਜਿਹੜਾ ਉਹ ਪੈਸਾ ਇਕੱਠਾ ਹੋਊਗਾ, ਉਹ ਕਿੱਥੇ ਜਾਊਗਾ, ਸਰਕਾਰੀ ਖਜ਼ਾਨੇ 'ਚ ਜਾਊਗਾ। ਠੀਕ ਹੈ, ਦੂਜਾ ਹਨਾ ਵੀ ਸਰਕਾਰੀ ਕੰਪਨੀਆਂ ਤੋਂ, ਸਰਕਾਰੀ ਕਾਲਜਾਂ ਤੋਂ, ਇੰਸਟੀਟਿਊਸ਼ਨਸ ਤੋਂ ਹਨਾ ਸਰਕਾਰ ਨੂੰ ਮਿਲ ਸਕਦਾ। ਦੋ ਹੋ ਗਏ। ਤੀਜਾ ਕੀ ਹੈ, ਜਿਵੇਂ ਚਲਾਨ ਵਗੈਰਾ ਹੁੰਦੇ ਆ, ਫਾਈਨਸ ਤੋਂ, ਉਹ ਵੀ ਪੈਸਾ ਸਰਕਾਰੀ ਖਜ਼ਾਨੇ 'ਚ ਜਮਾ ਹੁੰਦਾ। ਟੈਕਸ ਤੇ ਫਾਈਨ 'ਚ ਤਾਂ ਫਰਕ ਹੈ ਨਾ। ਹਾਂ ਵੀ ਟੈਕਸ ਤਾਂ ਤੁਹਾਡੇ ਤੇ ਲੱਗਣਾ ਹੀ ਲੱਗਣਾ, ਫਾਈਨ ਉਹ ਆ ਜੇ ਤੁਸੀਂ ਕੋਈ ਗਲਤੀ ਕਰੋਗੇ ਫਿਰ ਲੱਗੂਗਾ। ਸੋ ਉਹ ਸਾਰੇ ਦਾ ਸਾਰਾ ਵੀ ਤਾਂ ਕਰਕੇ ਆਲ ਰੈਵਨਿਊ ਲਿਖਿਆ ਵੀ ਭਾਵੇਂ ਤਾਂ ਜੁਰਮਾਨਾ ਲੱਗਿਆ ਤੁਹਾਨੂੰ, ਭਾਵੇਂ ਤੁਹਾਨੂੰ ਕਾਮ ਟੈਕਸ ਦੇ ਰੂਪ 'ਚ ਹੈ ਹਨਾ, ਤੇ ਭਾਵੇਂ ਤੁਸੀਂ ਜਮ੍ਹਾਂ ਕਰਵਾਈ ਹੈ ਫੀਸ ਕਾਲਜ ਜਾ ਕੇ ਸਰਕਾਰੀ, ਉਹ ਸਾਰੇ ਦਾ ਸਾਰਾ ਜਿਹੜਾ ਪੈਸਾ ਉਹ ਕਿੱਥੇ ਜਮ੍ਹਾਂ ਹੋਣਾ, ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚ। ਕਿਹੜੇ ਫੰਡ 'ਚ, ਕੰਸੋਲੀਡੇਟਡ ਫੰਡ ਆਫ ਇੰਡੀਆ। ਹਾਂ। ਸੋ ਆਲ ਲੋਨਸ ਰੇਜ਼ਡ ਬਾय ਦ ਗਵਰਨਮੈਂਟ, all loans raised by the government by the issue of treasury bill, ठीक है, or ways and means of advances। ਸੋ ਦੂਜੀ ਗੱਲ, ਇੱਕ ਗੱਲ ਇਹ ਵੀ ਯਾਦ ਰੱਖਣੀ ਹੈ ਵੀ ਜੇ ਕੋਈ ਸਰਕਾਰ ਆਪਣੀ ਭਾਰਤ ਸਰਕਾਰ ਕੋਈ ਲੋਨ ਵੀ ਲਊਗੀ ਬਾਹਰਲੇ ਦੇਸ਼ ਤੋਂ ਜਾਂ ਬਾਹਰਲੀਆਂ ਸਰਕਾਰਾਂ ਤੋਂ, ਉਹ ਵੀ ਪੈਸਾ ਕਿੱਥੇ ਆਊਗਾ, ਕੰਸੋਲੀਡੇਟਡ ਫੰਡ ਆਫ ਇੰਡੀਆ ਚ ਆਊਗਾ। ਆਲ ਮਨੀ ਰਿਸੀਵਡ ਬਾय ਦ ਗਵਰਨਮੈਂਟ ਇਨ ਰੀਪੇਮੈਂਟ ਆਫ ਲੋਨਸ ਫਰੋਮ ਦ ਕੰਸੋਲੀਡੇਟਡ ਫੰਡ ਆਫ ਇੰਡੀਆ। ਸੋ ਇਹ ਮੈਂ ਤੁਹਾਨੂੰ ਇੱਕ ਮਿੰਟ ਐਕਸਪਲੇਨ ਕਰਦਾ ਸਾਰਾ। ਆਲ ਦਾ ਲੀਗਲੀ authorized payments on behalf of government are made out of this fund. No money out of this fund can be appropriated, issue or drawn except the in accordance with the parliamentary law। ਇਹ ਤਾਂ ਮੈਂ ਤੁਹਾਨੂੰ ਦੱਸਤਾ ਵੀ ਜਿੰਨਾ ਟਾਈਮ ਤੁਸੀਂ ਐਪਰੋਪ੍ਰੀਏਸ਼ਨ ਬਿੱਲ ਲੈ ਕੇ ਨਹੀਂ ਆਉਂਦੇ ਉਹਨਾਂ ਟਾਈਮ 1 ਰੁਪਿਆ ਨਹੀਂ ਕਢਾ ਸਕਦੇ। ਕਾਹਦੇ ਚੋਂ, ਕੰਸੋਲੀਡੇਟਡ। ਹਾਂ, ਤੇ ਸਾਰੇ ਲਗਭਗ ਪੈਸੇ ਕਿੱਥੇ ਪਏ ਆ, ਕੰਸੋਲੀਡੇਟਡ ਫੰਡ ਆਫ ਇੰਡੀਆ 'ਚ ਹੀ ਪਏ ਆ। ਠੀਕ ਹੈ, ਹੁਣ ਗੱਲ ਇਹ ਹੈ ਵੀ ਜਿਹੜਾ ਕੰਸੋਲੀਡੇਟਡ ਫੰਡ ਆਫ ਇੰਡੀਆ ਨਾ, ਹੁਣ ਉਹਦੇ 'ਚ ਪੈਸੇ ਕਿੱਥੋਂ ਕਿੱਥੋਂ ਆ ਸਕਦੇ, ਤੁਹਾਨੂੰ ਦੱਸਿਆ ਵੀ ਇੱਕ ਤਾਂ ਜਿੰਨੇ ਵੀ ਰੈਵਨਿਊ ਹੋਣਗੇ ਸਰਕਾਰ ਦੇ, ਉਹ ਸਾਰਾ ਸਰਕਾਰ ਦਾ ਜਿੰਨਾ ਵੀ ਰੈਵਨਿਊ ਆਊਗਾ ਉਹ ਸਾਰਾ ਪੈਸਾ ਕਿੱਥੇ ਜਮ੍ਹਾਂ ਹੋਊਗਾ, ਕੰਸੋਲੀਡੇਟਡ ਫੰਡ 'ਚ। ਮੈਂ ਤੁਹਾਨੂੰ ਦੱਸਿਆ ਵੀ ਰੈਵਨਿਊ ਕਿੱਥੋਂ ਕਿੱਥੋਂ ਆ ਸਕਦਾ। ਰੈਵਨਿਊ ਆਉਂਦਾ ਟੈਕਸਾਂ ਤੋਂ, ਰੈਵਨਿਊ ਆਉਂਦਾ ਸਰਕਾਰੀ ਇੰਸਟੀਟਿਊਸ਼ਨਸ ਤੋਂ, ਠੀਕ ਹੈ, ਰੈਵਨਿਊ ਆਉਂਦਾ ਫਾਈਨਸ ਵਗੈਰਾ ਤੋਂ। ਸੋ ਉਹ ਸਾਰਾ ਜਮ੍ਹਾਂ ਹੋ ਗਿਆ। ਪਲੱਸ ਸਰਕਾਰ ਬਾਹਰਲੇ ਦੇਸ਼ ਤੋਂ ਕੀ ਲੈ ਸਕਦੀ ਹੈ, ਲੋਨ ਲੈ ਸਕਦੀ ਹੈ, ਉਹ ਵੀ ਜਮ੍ਹਾਂ ਹੋ ਜੂ। ਤੇ ਇਹ ਵੀ ਹੋ ਸਕਦਾ ਵੀ ਆਪਣੀ ਸਰਕਾਰ ਨੇ, ਇੰਡੀਅਨ ਗਵਰਨਮੈਂਟ ਨੇ ਬਾਹਰਲੇ ਦੇਸ਼ ਨੂੰ ਕਿਸੇ ਨੂੰ ਲੋਨ ਦਿੱਤਾ ਹੋਵੇ, ਦਿੱਤਾ ਵੀ ਹੋ ਸਕਦਾ ਨਾ, ਲੈਂਦੀ ਹੈ ਦਿੰਦੀ ਵੀ ਹੈ ਲੋਨ। ਠੀਕ ਹੈ, ਜਾਂ ਬਾਹਰਲੇ ਦੇਸ਼ ਨੂੰ ਨਾ ਕਹੋ, ਸਰਕਾਰ ਜਿਹੜੀਆਂ ਸਟੇਟ ਸਰਕਾਰਾਂ ਉਹਨਾਂ ਨੂੰ ਲੋਨ ਦਿੰਦੀ ਹੈ। ਜਿਵੇਂ ਹੁਣ ਆਪਾਂ ਕਹਿ ਦਿੰਦੇ ਵੀ ਪੰਜਾਬ ਤੇ ਜੀ 2.5 ਲੱਖ ਕਰੋੜ ਰੁਪਏ ਦਾ ਕਰਜ਼ਾ। ਸੋ ਇਹ ਕਰਜ਼ੇ ਦਾ ਕੀ ਮਤਲਬ, ਇਹ ਸੈਂਟਰ ਸਰਕਾਰ ਤੋਂ ਲੋਨ ਲਿਆ ਗਿਆ ਹੋਊਗਾ ਨਾ ਆਪਾਂ। ਉਹ ਜਿਹੜਾ ਲੋਨ ਆ, ਜੇ ਉਹ ਸਟੇਟ ਸਰਕਾਰ ਵਾਪਸ ਕਰੂਗੀ, ਮੋੜ ਦੂਗੀ, ਤਾਂ ਉਹ ਪੈਸੇ ਵੀ ਕਿੱਥੇ ਜਮ੍ਹਾਂ ਹੋਣਗੇ, ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚ। ਤਿੰਨ ਥਾਵਾਂ ਤੋਂ ਇੱਕ ਹਿਸਾਬ ਦੇ ਪੈਸੇ ਆ ਰਹੇ ਆ ਗਵਰਨਮੈਂਟ ਨੂੰ। ਜੇ ਮੇਨਲੀ ਆਪਾਂ ਗੱਲ ਕਰੀਏ ਵੀ ਇੱਕ ਤਾਂ ਰੈਵਨਿਊਜ਼ ਹੋ ਗਏ, ਸਾਰੇ ਰੈਵਨਿਊਜ਼ ਤੋਂ ਪੈਸਾ ਆਉਂਦਾ, ਰੈਵਨਿਊਜ਼ ਦੇ ਵਿੱਚ ਉਹ ਸਾਰਾ ਕੁਝ ਹੀ ਆ ਜਾਊਗਾ। ਤੇ ਦੂਜਾ, ਜੇ ਕਿਸੇ ਬਾਹਰਲੀ ਗਵਰਨਮੈਂਟ ਤੋਂ ਸਰਕਾਰ ਨੇ ਲੋਨ ਲੈ ਲਿਆ ਉਹ ਵੀ। ਤੇ ਤੀਜਾ ਵੀ ਜਿਹੜਾ ਇਹਨਾਂ ਨੇ ਪਹਿਲਾਂ ਲੋਨ ਦਿੱਤਾ ਸੀਗਾ ਕਿਸੇ ਟਾਈਮ ਤੇ ਉਹ ਲੋਨ ਹੁਣ ਵਾਪਸ ਆ ਗਿਆ, ਉਹ ਵੀ ਪੈਸੇ ਕਿੱਥੇ ਜਮ੍ਹਾਂ ਹੋ ਜਾਣਗੇ ਦੁਬਾਰਾ, ਕੰਸੋਲੀਡੇਟਡ ਫੰਡ ਆਫ ਇੰਡੀਆ ਦੇ। ਠੀਕ ਹੈ, ਸੋ ਕਹਿਣ ਦਾ ਮਤਲਬ ਯਾਰ ਲਗਭਗ ਸਾਰੇ ਦੇ ਸਾਰੇ ਜਿਹੜਾ ਮੋਟਾ ਪੈਸਾ, ਸਾਰਾ ਪੈਸਾ ਕਿੱਥੇ ਜਮ੍ਹਾਂ ਹੁੰਦਾ, ਕੰਸੋਲੀਡੇਟਡ ਫੰਡ ਆਫ ਇੰਡੀਆ ਦੇ। ਆਈ ਥਿੰਕ ਕਲੀਅਰ ਹੈ। ਹਾਂ ਠੀਕ ਹੈ, ਫਿਰ ਆ ਗਿਆ ਕੰਟੀਨਜੈਂਸੀ ਫੰਡ ਆਫ ਇੰਡੀਆ। ਕੰਟੀਨਜੈਂਸੀ ਫੰਡ ਆਫ ਇੰਡੀਆ ਦਾ ਆਰਟੀਕਲ ਕਿਹੜਾ, 267। ਤੁਹਾਨੂੰ ਉਹਦੇ ਚ ਕੰਸੋਲੀਡੇਟਡ ਫੰਡ ਚ ਦੋ ਹੀ ਕੁਐਸਚਨ ਮੇਨਲੀ ਬਣਨਗੇ।
ਆ ਤਾਂ ਸਾਰਾ ਕੁਝ ਮੈਂ ਤੁਹਾਨੂੰ ਦੱਸਤਾ ਵੀ ਸਮਝਾਉਣ ਵਾਸਤੇ ਵੀ ਹਾਂ ਵੀ ਸਾਰੇ ਦਾ ਸਾਰਾ ਪੈਸਾ ਕਿੱਥੇ ਜਮਾ ਹੁੰਦਾ ਕੰਸੋਲੀਡੇਟਡ ਫੰਡ ਆਫ ਇੰਡੀਆ ਚ, ਵੀ ਕਿੱਥੋਂ ਕਿੱਥੋਂ ਪੈਸਾ ਆ ਸਕਦਾ ਸਰਕਾਰ ਨੂੰ, ਉਹ ਤਾਂ ਮੈਂ ਤੁਹਾਨੂੰ ਇੱਕ ਐਕਸਪਲੇਨ ਕੀਤੀ ਹੈ ਜੀ। ਪਰ ਕੁਐਸਚਨ ਇੱਥੋਂ ਕੀ ਬਣੂਗਾ, ਜਾਂ ਤਾਂ ਉਹਦਾ ਆਰਟੀਕਲ ਪੁੱਛਣਗੇ ਕਿਹੜਾ ਕੰਸੋਲੀਡੇਟਡ ਫੰਡ ਆਫ ਇੰਡੀਆ ਦਾ, ਤੇ ਜਾਂ ਇਹ ਪੁੱਛਣਗੇ ਵੀ ਹਾਂ ਵੀ ਕੰਸੋਲੀਡੇਟਡ ਫੰਡ ਆਫ ਇੰਡੀਆ ਚੋਂ ਪੈਸੇ ਕਢਾਉਣ ਲਈ ਸਰਕਾਰ ਨੂੰ ਕੀ ਕਰਨਾ ਪਊਗਾ। ਸਰਕਾਰ ਨੂੰ ਕੀ ਕਰਨਾ ਪਊਗਾ, ਐਪਰੋਪ੍ਰੀਏਸ਼ਨ ਬਿੱਲ ਲੈ ਕੇ ਆਉਣਾ ਪਊਗਾ, ਉਹ ਪਾਸ ਕਰਾਉਣਾ ਪਊਗਾ। ਕੰਸੋਲੀਡੇਟਡ ਫੰਡ ਆਫ ਇੰਡੀਆ ਚੋਂ ਜਦੋਂ ਪ੍ਰਧਾਨ ਮੰਤਰੀ ਦੀ ਜੀ ਕਰੇ ਜਾਂ ਵੀ ਕੈਬਨਿਟ ਦਾ ਜੀ ਕਰੇ ਆਪੇ ਪੈਸੇ ਨਹੀਂ ਕਢਾ ਸਕਦੀ, ਪਹਿਲਾਂ ਪਾਰਲੀਮੈਂਟ ਤੋਂ ਉਹ ਬਿੱਲ ਪਾਸ ਕਰਾਉਣਾ ਪੈਂਦਾ। ਦਿਮਾਗ 'ਚ ਗੱਲ ਵੜ ਗਈ ਕਿ ਨਹੀਂ ਵੜੀ? ਹਾਂ ਬਈ। ਬਸ ਇਹ ਦੋ ਹੀ ਕੁਐਸਚਨ ਆਉਣਗੇ। ਫਿਰ ਕੰਟੀਜੈਂਸੀ ਫੰਡ ਦਾ ਆਰਟੀਕਲ ਪੁੱਛ ਸਕਦੇ ਆ। ਠੀਕ ਹੈ, ਹੁਣ ਕੰਟੀਜੈਂਸੀ ਫੰਡ ਕੀ ਹੁੰਦਾ? ਕੰਟੀਜੈਂਸੀ ਫੰਡ ਹੁੰਦਾ ਐਮਰਜੈਂਸੀ ਫੰਡ। ਕੀ ਹੁੰਦਾ? ਐਮਰਜੈਂਸੀ ਫੰਡ। ਜਿਵੇਂ ਹੁਣ ਮੰਨ ਕੇ ਚੱਲੋ ਵੀ ਤੁਹਾਨੂੰ ਇੱਕਦਮ ਪੈਸਿਆਂ ਦੀ ਲੋੜ ਪੈ ਗਈ, ਫਿਰ ਕੀ ਕਰੋਗੇ? ਠੀਕ ਹੈ, ਸੋ ਉਹ ਜਿਹੜੀ ਐਮਰਜੈਂਸੀ, ਜਿਵੇਂ ਮੰਨ ਕੇ ਚਲੋ ਹੁਣ ਕਰੋਨਾ ਆ ਗਿਆ ਸੀਗਾ ਇੱਕਦਮ, ਵੀ ਕਿਸੇ ਨੇ ਇਹ ਸੋਚਿਆ ਥੋੜਾ ਸੀ ਵੀ ਵੇਖੋ ਬਜਟ ਪੇਸ਼ ਕੀਤਾ 1 ਫਰਵਰੀ ਨੂੰ। ਬਜਟ ਪੇਸ਼ ਕਦੋਂ ਕੀਤਾ? 1 ਫਰਵਰੀ ਨੂੰ। ਕਾਹਦੇ ਵਾਸਤੇ ਕੀਤਾ? ਵੀ ਆਹ ਅਗਲੇ ਸਾਲ ਅਸੀਂ ਆਹ ਖਰਚੇ ਕਰਨੇ ਆ। ਠੀਕ ਹੈ, ਹੁਣ ਸਰਕਾਰ ਨੂੰ ਜਿਹੜੇ ਖਰਚਿਆਂ ਦਾ ਪਤਾ ਉਹ ਤਾਂ ਬਜਟ 'ਚ ਲਿਖਤੇ ਹੋਣੇ ਵੀ ਆਹ ਸਾਨੂੰ ਇਹਨਾਂ ਚੀਜ਼ਾਂ ਵਾਸਤੇ ਪੈਸੇ ਚਾਹੀਦੇ ਆ। ਪਰ ਹੁਣ ਜੇ ਮੰਨ ਕੇ ਚੱਲੋ ਵੀ ਖਰਚਾ ਹੀ ਕੋਈ ਨਵੀਂ ਚੀਜ਼ ਇਹ ਜਿਹੀ ਆ ਗਈ ਵੀ ਹੁਣ ਸਰਕਾਰ ਨੂੰ ਉਦੋਂ 1 ਫਰਵਰੀ ਨੂੰ ਇਹ ਥੋੜਾ ਪਤਾ ਵੀ ਹਾਂ ਬਈ ਮੰਨ ਕੇ ਚੱਲੋ ਵੀ ਹੋਰ 2 ਮਹੀਨਿਆਂ ਨੂੰ ਭੁਚਾਲ ਆ ਜਾਊਗਾ ਜਾਂ ਹੋਰ 2 ਮਹੀਨਿਆਂ ਨੂੰ ਹੜ੍ਹ ਆ ਜਾਊਗਾ, ਨਹੀਂ ਪਤਾ ਨਾ। ਸੋ ਸਰਕਾਰ ਨੇ ਉਹ ਥੋੜਾ ਗੱਲਾਂ ਕੀਤੀਆਂ ਹੋਣਗੀਆਂ ਬਾਈਟ 'ਚ ਤਾਂ ਉਹਨਾਂ ਨੇ ਜਿੰਨੇ ਪੈਸੇ ਉਹਨਾਂ ਨੂੰ ਲੱਗਦਾ ਸੀ ਵੀ ਹਾਂ ਸਾਡਾ ਇੰਨਾ ਖਰਚਾ ਹੋਊਗਾ ਉਹ ਲੈ ਲਏ। ਠੀਕ ਹੈ, ਪਰ ਵੀ ਜਿਹੜੀ ਅਣਵਸੀਆਂ ਸਥਿਤੀਆਂ ਹਨਾ ਵੀ ਜਿਹੜੀਆਂ ਵੀ ਹੁਣ ਕੁਦਰਤੀ ਕੋਈ ਹੜ੍ਹ ਆ ਗਿਆ, ਕੋਈ ਭੂਚਾਲ ਆ ਗਿਆ, ਜਾਂ ਜਿਵੇਂ ਐਤਕੀ ਕਰੋਨਾ ਆ ਗਿਆ ਸੀ, ਉਹਨਾਂ ਚੀਜ਼ਾਂ ਬਾਰੇ ਥੋੜਾ ਕਿਸੇ ਨੂੰ ਪਤਾ। ਸੋ ਇਹ ਐਕਟ ਜਿਹੜਾ ਬਣਿਆ, ਇਹ ਜਿਹੜਾ ਫੰਡ ਬਣਿਆ, ਇਹ ਉਹਨਾਂ ਚੀਜ਼ਾਂ ਵਾਸਤੇ ਬਣਿਆ ਵੀ ਜਦੋਂ ਕੋਈ ਆਪਾਤਕਾਲੀਨ ਕੋਈ ਐਮਰਜੈਂਸੀ ਸਿਚੁਏਸ਼ਨ ਖੜੀ ਹੋ ਜੇ, ਸੋ ਉਦੋਂ ਫਿਰ ਹੁਣ ਜੇ ਪਾਰਲੀਮੈਂਟ ਦੇ ਆਪਾਂ ਨੂੰ ਇਹ ਪਤਾ ਨਾ ਪਾਰਲੀਮੈਂਟ ਤਾਂ 3 ਵਾਰੀ ਮਿਲਦੀ ਹੈ। ਪਾਰਲੀਮੈਂਟ ਕਿੰਨੇ ਵਾਰੀ ਮਿਲਦੀ ਹੈ? 3 ਵਾਰੀ। ਵੀ ਜੇ ਹੁਣ ਪਾਰਲੀਮੈਂਟ ਦਾ ਸੈਸ਼ਨ ਨਹੀਂ ਚੱਲਦਾ ਪਿਆ, ਸਰਕਾਰ ਨੂੰ ਪੈਸਿਆਂ ਦੀ ਲੋੜ ਹੈ, ਤੇ ਆਪਾਂ ਕਹੀ ਜਾਂਦੇ ਵੀ ਕੰਸੋਲੀਡੇਟਡ ਫੰਡ ਜਦੋਂ ਤੁਸੀਂ ਪੈਸੇ ਕਢਾ ਹੀ ਨਹੀਂ ਸਕਦੇ ਗੇ। ਕਢਾਉਣ ਲਈ ਕੀ ਚਾਹੀਦਾ ਤੁਹਾਨੂੰ? ਪਹਿਲਾਂ ਉਹ ਬਿੱਲ ਪਾਸ ਕਰਾਉਣਾ ਪਊਗਾ, ਐਪਰੋਪ੍ਰੀਏਸ਼ਨ ਬਿੱਲ। ਸੋ ਤਾਂ ਕਰਕੇ ਵੀ ਜੇ ਉਹ ਜੀ ਹੁਣ ਕੋਈ ਐਮਰਜੈਂਸੀ ਹਾਲਤ ਬਣ ਗਈ, ਉਹਦੇ ਵਾਸਤੇ ਪੈਸਾ ਕੰਸੋਲੀਡੇਟਡ ਫੰਡ ਆਫ ਇੰਡੀਆ ਚੋਂ ਪਹਿਲੀਆਂ ਜੀ ਪਾਸੇ ਕੱਢ ਕੇ ਰੱਖ ਦਿੱਤਾ ਜਾਂਦਾ ਕੰਟੀਜੈਂਸੀ ਫੰਡ ਦੇ ਵਿੱਚ। ਸੋ ਕੰਟੀਜੈਂਸੀ ਫੰਡ ਦੇ ਵਿੱਚੋਂ ਜਦੋਂ ਜੀ ਕਰੇ ਸਰਕਾਰ ਪੈਸੇ ਵਰਤ ਸਕਦੀ ਹੈ ਸਥਿਤੀ ਨੂੰ ਲੈ ਕੇ। ਪਰ ਹਾਂ ਬਾਅਦ ਵਿੱਚ ਹਿਸਾਬ ਦੇਣਾ ਪਊਗਾ, ਇੱਥੇ ਲਾਏਗਾ ਇੱਕ ਵਾਰੀ ਤੁਸੀਂ ਖਰਚ ਦਿਓ। ਜਿਵੇਂ ਉਦਾਹਰਨ ਇਹ ਹੈ ਯਾਰ, ਉਦਾਹਰਨ ਵੇਖੋ ਤੁਸੀਂ ਘਰੇ ਆਪਣੇ ਘਰੇ ਆ ਜਾਓ, ਵੀ ਵੈਸੇ ਲਗਭਗ ਸਾਰੇ ਤੇ ਸਾਰੇ ਪੈਸੇ ਕਿਹਦੇ ਕੋਲੇ ਪਏ ਹੁੰਦੇ ਆ? ਵੀ ਆ ਘਰ ਦੇ ਮਾਲਕ ਕੋਲੇ, ਜਿਹੜਾ ਵੀ ਮਤਲਬ ਆਪਣਾ ਮੇਨ ਜਿਹੜਾ ਕੈਸ਼ੀਅਰ ਹੁੰਦਾ ਉਹਦੇ ਕੋਲੇ ਪਏ ਹੁੰਦੇ ਆ। ਠੀਕ ਹੈ, ਪਰ ਉਹ ਕੈਸ਼ੀਅਰ ਕੁਛ ਕੁ ਪੈਸੇ, ਕੋਈ 1000 ਰੁਪਇਆ 2000 ਰੁਪਇਆ ਹਨਾ, ਉਹ ਆਪਾਂ ਨੂੰ ਦੇ ਛੱਡਦਾ ਵੀ ਆਹ ਲੈ ਤੈਨੂੰ ਦੇ ਬਈ। ਠੀਕ ਹੈ, ਇਹ ਪਰ ਤੂੰ ਵਰਤਣੇ ਉਦੋਂ ਜੇ ਐਮਰਜੈਂਸੀ ਆਈ ਹਨਾ। ਪਰ ਜੇ ਹੁਣ ਮੰਨ ਕੇ ਜਦੋਂ ਆਪਾਂ ਪੈਸੇ ਵਰਤ ਲਾਂਗੇ, ਉਦੋਂ ਬਾਅਦ ਦੇ ਚ ਆ ਕੇ ਉਹ ਆਪਣੇ ਤੋਂ ਕੀ ਮੰਗੂਗਾ? ਹਿਸਾਬ ਮੰਗੂਗਾ ਕਿ ਤੁਹਾਨੂੰ ਇੰਨੇ ਪੈਸੇ ਪਹਿਲਾਂ ਦਿੱਤੇ ਹੋਏ ਸੀ, ਉਹ ਕਿੱਥੇ ਆ? ਐਮਰਜੈਂਸੀ ਵਾਸਤੇ ਦਿੱਤੇ ਸੀ, ਉਹ ਕਿੱਥੇ? ਕਿਹੜੀ ਐਮਰਜੈਂਸੀ ਆਈ ਸੀ ਜਿਹੜੀ ਜੇ ਤੂੰ ਲਾਤੇ, ਉਹ ਦੱਸੂ। ਸੋ ਆਹੀ ਹੈ, ਪੜ੍ਹੋ। ਆਰਟੀਕਲ 267 of the constitution authorized the parliament to establish a contingency fund of India। तो पहली गल तो यह है भी कंटीजेंसी जिवें कंसोलीडेटेड फंड ऑफ इंडिया है ही है भी, वो तो बनया बनाया ये पार्लीमेंट नूं आथोराइज किया भी, पार्लीमेंट नूं पावर दी है किने? कॉन्स्टिट्यूशन ने, कि तुसीं बना सकते हैं। ये जरूरी नहीं बनया ही होवे, पर इंडिया दे विच बनया हुआ है। पर भी ये किने बनाया? पार्लीमेंट ने बनाया, ये पार्लीमेंट कोले पावर सी। तो इनटू विच amounts determined by law are paid from time to time. Accordingly, the Parliament enacted the Contingency Fund of India Act 1950। तो गल सिर्फ इन्नी का भी जो कॉन्टीजेंसी फंड ऑफ इंडिया जोड़ा है ना, ये कॉन्स्टिट्यूशन ने सिर्फ इन्नी गल कही सी कि तुसीं बना सकते हैं। जिवें कंसोलीडेटेड फंड ऑफ इंडिया तो बनया ही आ, वो तो बिना तो सरना ही नहीं।
ਹਾਂ ਵੀ ਠੀਕ ਹੈ। ਪਰ ਕੰਟੀਜੈਂਸੀ ਫੰਡ ਆਫ ਇੰਡੀਆ ਬਾਰੇ ਕਨਸਟੀਟਿਊਸ਼ਨ ਇਹ ਆਂਦਾ ਵੀ ਤੁਸੀਂ ਬਣਾ ਸਕਦੇ ਆ, ਪਾਰਲੀਮੈਂਟ ਨੂੰ ਕਿਹਾ ਸੀਗਾ ਤੇ ਪਾਰਲੀਮੈਂਟ ਨੇ ਕਿਹਾ ਠੀਕ ਹੈ ਜੀ ਅਸੀਂ ਬਣਾ ਲੈਂਦੇ ਹਾਂ। ਵੀ ਜੇ ਨਹੀਂ ਵੀ ਪਾਰਲੀਮੈਂਟ ਦੀ ਮਰਜ਼ੀ ਸੀ ਵੀ ਜੇ ਨਹੀਂ ਬਣਾਉਣਾ ਚਾਹੁੰਦੇ ਨਾ ਵੀ ਬਣਾਉਂਦੇ, ਉਹਨੇ ਕਿਹਾ ਵੀ ਸਕਦੇ ਆ ਤੁਸੀਂ ਜੇ ਤੁਹਾਨੂੰ ਲੋੜ ਆ ਤਾਂ। ਸੋ ਉਹਨਾਂ ਨੇ ਬਣਾ ਲਿਆ। ਕਿਹੜੇ ਐਕਟਰ ਨੇ ਬਣਾਇਆ? 1950 ਵਾਲੇ ਐਕਟਰ ਨੇ। ਸੋ ਦਿਸ ਫੰਡ ਇਜ਼ ਪਲੇਸਡ ਐਟ ਦਾ ਡਿਸਪੋਜ਼ਲ ਆਫ ਦਾ ਪ੍ਰੈਜ਼ੀਡੈਂਟ। ਬਸ ਆਹ ਚੀਜ਼ ਯਾਦ ਰੱਖਣੀ ਹੈ। ਜਿਹੜਾ ਕੰਸੋਲੀਡੇਟਡ ਫੰਡ ਆਫ ਇੰਡੀਆ ਉਹਦੇ ਚੋਂ ਪੈਸੇ ਕਢਾਉਣੇ ਆ ਤੇ ਸਰਕਾਰ ਜਦੋਂ ਮਰਜ਼ੀ ਕਢਾ ਲੈਣਾ ਆਪਦੀ ਮਰਜ਼ੀ ਨਾਲ। ਹਾਂ ਵੀ ਹੈ ਕੰਸੋਲੀਡੇਟਡ ਫੰਡ ਆਫ ਇੰਡੀਆ ਚੋਂ ਪੈਸੇ ਸਰਕਾਰ ਆਪਦੀ ਮਰਜ਼ੀ ਨਾਲ ਜਦੋਂ ਮਰਜ਼ੀ ਕਢਾ ਲੇ। ਠੀਕ ਹੈ। ਹਾਂ ਵੀ ਕੰਸੋਲੀਡੇਟਡ ਫੰਡ ਆਫ ਇੰਡੀਆ ਚੋਂ ਸਰਕਾਰ ਆਪਦੀ ਮਰਜ਼ੀ ਨਾਲ ਪੈਸੇ ਜਦੋਂ ਮਰਜ਼ੀ ਕਢਾ ਲੇ। ਠੀਕ ਹੈ। ਠੀਕ ਹੈ ਜੀ। ਹਾਂ ਬਈ। ਮੈਂ ਨਾ ਤੂੰ ਚੱਪਣੀ ਲਿਆਓ ਯਾਰ, ਮੈਂ ਨੱਕ ਡੋਬ ਲੈਣਾ। ਮੈਂ ਕੀ ਭਕਾਈ ਮਾਰੀ ਜਾਂਦਾ ਕਦੋਂ ਦਾ। ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਪੈਸੇ ਨਹੀਂ ਕਢਾਏ ਜਾ ਸਕਦੇ ਆ ਕੰਟੀਜੈਂਸੀ ਤੇ ਕਢਾਇਆ ਜਾਂਦਾ। ਤੇ ਮੈਂ ਹੁਣ ਕੀ ਪੁੱਛੀ ਜਾਂਦਾ ਤੁਹਾਡੇ ਤੋਂ? ਕੰਸੋਲੀਡੇਟਡ ਫੰਡ ਆਫ ਇੰਡੀਆ ਚੋਂ ਪੈਸੇ ਕਢਾਉਣ ਲਈ ਕੀ ਕਰਨਾ ਪਊਗਾ? ਪਾਰਲੀਮੈਂਟ ਤੋਂ ਮਨਜ਼ੂਰੀ ਲੈਣੀ ਤੇ ਪਊਗੀ। ਮੈਂ ਕੀ ਜਾਂਦਾ ਮੈਂ ਤੁਹਾਡੇ ਤੋਂ ਇਹ ਪੁੱਛੀ ਜਾਂਦਾ ਵੀ ਹਾਂ ਕੰਸੋਲੀਡੇਟਡ ਫੰਡ ਆਫ ਇੰਡੀਆ ਚੋਂ ਸਰਕਾਰ ਪੈਸੇ ਜਦੋਂ ਮਰਜ਼ੀ ਕਢਾ ਸਕਦੀ ਹੈ, ਤੁਸੀਂ ਹਾਂ ਹਾਂ ਕਰੀ ਜਾਂਦੇ। ਕਢਾ ਸਕਦੀ ਹੈ ਸਰਕਾਰ ਆਪਦੀ ਮਰਜ਼ੀ ਨਾਲ? ਨਹੀਂ ਵੀ ਕਾਹਦੇ ਚੋਂ? ਉਹ ਯਾਰ ਐਮਰਜੈਂਸੀ ਦੀ ਹੁਣ ਉੱਥੇ ਕਿੱਥੇ ਗੱਲ ਆ ਗਈ ਯਾਰ, ਮੈਂ ਕੰਸੋਲੀਡੇਟਡ ਦੀ ਗੱਲ ਕਰੀ ਜਾਂਦਾ ਜੀ। ਉਹਦਾ ਅਪਰੂਵਲ ਲੈਣੀ ਪਊਗੀ ਬਈ। ਕਿਹੜਾ ਬਿੱਲ ਪਾਸ ਕਰਵਾਉਣਾ ਪਊਗਾ ਸਰਕਾਰ ਨੂੰ? ਐਪਰੋਪ੍ਰੀਏਸ਼ਨ ਬਿੱਲ। ਉੱਤੇ ਐਪਰੋਪ੍ਰੀਏਸ਼ਨ ਨਾ ਬਿੱਲ। ਰਿਹਾ ਕਰੋ। ਮੈਂ ਠੀਕ ਆ ਵੀ ਮੈਂ ਤੁਹਾਨੂੰ ਕਹੀ ਜਾਂਦਾ ਵੀ ਨਹੀਂ ਡਿਸਕਸ਼ਨ ਕਰਦੇ, ਪਰ ਇਹ ਨਹੀਂਗਾ ਵੀ ਹਾਂ ਤੁਸੀਂ ਆਹ ਕਲਾਸ ਹੈ ਸੁੱਤੇ ਪਏ ਨੇ ਲਾਉਣੀ ਹੈ ਬਾਅਦ ਦੇ ਵਿੱਚ ਕਰਨਾ ਕੰਮ। ਨਹੀਂ ਬੈਠੇ ਆ। ਕਿੰਨੇ ਵਾਰੀ ਤਾਂ ਮੈਂ ਰਿਪੀਟ ਕਰਤੀ ਯਾਰ, ਉਹੀ ਗੱਲ ਵਾਰੀ ਵਾਰੀ ਕਰੀ ਜਾਂਦਾ। ਕਿਹੜਾ ਬਿੱਲ ਹੁੰਦਾ? ਐਪਰੋਪ੍ਰੀਏਸ਼ਨ ਬਿੱਲ। ਲੱਗ ਗਿਆ ਪਤਾ? ਕੰਟੀਜੈਂਸੀ ਫੰਡ ਤੇ ਕੰਸੋਲੀਡੇਟਡ ਚ ਇੰਨਾ ਕੀ ਫਰਕ ਆ ਵੀ ਉਹਦੇ ਚੋਂ ਜੇ ਕੰਸੋਲੀਡੇਟਡ ਚੋਂ ਪੈਸੇ ਕਢਾਉਣੇ ਆ ਤਾਂ ਤੁਹਾਨੂੰ ਐਪਰੋਪ੍ਰੀਏਸ਼ਨ ਬਿੱਲ ਪਾਸ ਕਰਾਉਣਾ ਪਊਗਾ। ਕੰਟੀਜੈਂਸੀ ਫੰਡ ਚ ਜੇ ਤੁਸੀਂ ਪੈਸੇ ਕਢਾਉਣੇ ਆ ਸਰਕਾਰ ਜਦੋਂ ਮਰਜ਼ੀ ਆਪਦੀ ਮਰਜ਼ੀ ਨਾਲ ਕਢਾ ਲੇ। ਕਿਉਂਕਿ ਆ ਵੇਖੋ ਆ ਕੀ ਲਿਖਿਆ, ਦਿਸ ਫੰਡ ਇਜ਼ ਪਲੇਸਡ ਕੰਟੀਜੈਂਸੀ ਦੇ ਵਿੱਚ ਵੇਖੋ ਕੀ ਲਿਖਿਆ, ਦਿਸ ਫੰਡ ਇਜ਼ ਪਲੇਸਡ ਐਟ ਦਾ ਡਿਸਪੋਜ਼ਲ ਆਫ ਦਾ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਦੇ ਹੱਥ 'ਚ ਰੱਖੀ ਹੋਈ ਹੈ ਚੀਜ਼। ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਿਆ ਨਾ ਪ੍ਰੈਜ਼ੀਡੈਂਟ ਦੇ ਹੱਥ 'ਚ ਇੱਕ ਹਿਸਾਬ ਦੀ ਕਿਹਦੇ ਹੱਥ 'ਚ ਹੁੰਦੀ ਹੈ? ਗਵਰਨਮੈਂਟ। ਪ੍ਰੈਜ਼ੀਡੈਂਟ ਤਾਂ ਨੋਮੀਨਲ ਹੈਡ ਹੀ ਆ, ਰੀਅਲ ਐਗਜ਼ੈਕਟਿਵ ਕੌਣ ਆ? ਗਵਰਨਮੈਂਟ। ਇਹਦਾ ਮਤਲਬ ਇਹ ਹੈ ਵੀ ਕੰਟੀਜੈਂਸੀ ਫੰਡ ਚੋਂ ਗਵਰਨਮੈਂਟ ਕਦੋਂ ਮਰਜ਼ੀ ਪੈਸੇ ਕਢਾ ਲੇ। ਐਂਡ ਹੀ ਕੈਨ ਮੇਕ ਐਡਵਾਂਸਸ ਆਊਟ ਆਫ ਇਟ ਟੂ ਮੀਟ ਅਨਫੋਰਸੀਨ ਐਕਸਪੈਂਡੀਚਰ ਪੈਂਡਿੰਗ ਟੂ ਆਥੋਰਾਈਜੇਸ਼ਨ ਬਾਈ ਦਾ ਪਾਰਲੀਮੈਂਟ। The fund is held by the finance secretary on behalf of president। ਠੀਕ ਹੈ। ਸੋ ਇੰਨੀ ਕੁ ਗੱਲ ਸੀਗੀ ਵੀ ਮੇਨ ਗੱਲ ਇਹ ਹੈ ਵੀ ਇਹ ਜਿਹੜਾ ਪੈਸਾ ਕੰਟੀਜੈਂਸੀ ਫੰਡ ਆਫ ਇੰਡੀਆ 'ਚ ਪੈਸਾ ਆਉਂਦਾ ਕਿੱਥੋਂ ਆਇਆ? ਉੱਥੋਂ ਹੀ ਕੰਸੋਲੀਡੇਟਡ ਫੰਡ 'ਚ ਹੀ। ਪਰ ਕੰਸੋਲੀਡੇਟਡ ਫੰਡ 'ਚੋਂ ਕੁਛ ਕੁ ਪੈਸਾ ਜਿਵੇਂ ਮੰਨ ਕੇ ਚਲੋ ਕੰਸੋਲੀਡੇਟਡ ਫੰਡ ਦੇ ਵਿੱਚ ਤਾਂ ਮੰਨ ਕੇ ਚਲੋ 2 ਲੱਖ ਕਰੋੜ ਰੁਪਇਆ ਪਿਆ, 4 ਲੱਖ ਕਰੋੜ ਰੁਪਇਆ ਪਿਆ ਮੰਨ ਲਓ, ਹਨਾ। ਉਹਦੇ ਚੋਂ 1 ਲੱਖ ਕਰੋੜ ਰੁਪਇਆ ਜਾਂ 500 ਕਰੋੜ ਰੁਪਇਆ, 1000 ਕਰੋੜ ਰੁਪਇਆ ਚੱਕ ਕੇ ਇਹਨਾਂ ਨੇ ਕਿੱਥੇ ਰੱਖ ਲਿਆ? ਕੰਟੀਜੈਂਸੀ ਫੰਡ ਆਫ ਇੰਡੀਆ ਦੇ ਵਿੱਚ। ਵੀ ਹਾਂ ਜੇ ਕੋਈ ਮੰਨ ਕੇ ਚਲੋ ਐਮਰਜੈਂਸੀ, ਕੰਟੀਜੈਂਸੀ ਫੰਡ ਹੈ ਇਹ ਚੀਜ਼ ਯਾਦ ਰੱਖਣੀ, ਐਮਰਜੈਂਸੀ ਫੰਡ ਆ। ਐ ਨਹੀਂ ਵੀ ਸਰਕਾਰ ਇਹਨੂੰ ਹੀ ਵਰਤੀ ਜਾਊਗੀ ਹੁਣ, ਤਾਈਓ ਇਹ 'ਚ ਪੈਸੇ ਥੋੜੇ ਰੱਖਦੇ ਆ ਵੀ ਉਨੇ ਕੁ ਪੈਸੇ ਰੱਖੇ ਆ ਇਹਦੇ 'ਚ ਜਿੰਨੇ ਕੁ ਐਮਰਜੈਂਸੀ ਸਥਿਤੀ ਨੂੰ ਨਾਲ ਨਿਪਟਣ ਲਈ ਚਾਹੀਦੇ। ਠੀਕ ਹੈ। ਸੋ ਉਹ ਕਹਿਣ ਦਾ ਮਤਲਬ ਉਨੇ ਕੁ ਪੈਸੇ ਉਹ ਤੋਂ ਵਰਤ ਸਕਦੀ ਹੈ ਸਰਕਾਰ, ਪਰ ਉਦੋਂ ਬਾਅਦ ਦੇ ਵਿੱਚ ਸਰਕਾਰ ਨੂੰ ਹਿਸਾਬ ਦੇਣਾ ਪਊਗਾ ਉਹਦਾ ਵੀ ਇੱਥੇ ਲਾਏ ਆ ਜੀ ਅਸੀਂ। ਠੀਕ ਹੈ। ਸੋ ਇਹ ਪ੍ਰੈਜ਼ੀਡੈਂਟ ਦੇ ਅਪਰੂਵਲ ਤੇ ਹੁੰਦਾ ਤੇ ਫੰਡ ਨੂੰ ਰੱਖਦਾ ਕੌਣ ਆ? ਵੈਸੇ ਕਿਹਦੇ ਅੰਡਰ ਹੁੰਦਾ ਹੈ? ਫਾਈਨਾਂਸ ਸੈਕਟਰੀ ਦੇ। ਠੀਕ ਹੈ। ਜਿਵੇਂ ਆਪਾਂ ਕਹਿੰਦੇ ਬਿਹਾਫ ਪ੍ਰੈਜ਼ੀਡੈਂਟ ਤੇ ਹੁੰਦਾ, ਇੱਕ ਹਿਸਾਬ ਦਾ ਹੋਣਾ ਪ੍ਰੈਜ਼ੀਡੈਂਟ ਕੋਲੇ ਚਾਹੀਦਾ, ਕਨਸਟੀਟਿਊਸ਼ਨਲੀ ਇਹ ਪ੍ਰੈਜ਼ੀਡੈਂਟ ਕੋਲੇ ਹੁੰਦਾ, ਪਰ ਉਹਨੂੰ ਸਾਂਭਦਾ ਕੌਣ ਆ? ਜੇ ਹੁਣ ਆਪਾਂ ਮੰਨ ਕੇ ਚੱਲੋ ਯਾਰ, ਆਪਾਂ ਜਿਹੜਾ ਹੁਣ ਰੋਜੀ ਆ, ਠੀਕ ਹੈ, ਰੋਜੀ ਦਾ ਜਿਹੜਾ ਹੁਣ ਪੈਸੇ ਧੇਲੇ ਦਾ ਕੰਮ ਆ ਜਾਂ ਉਹਦੇ ਆਸੇ ਪਾਸੇ ਕਾਗਜ਼ ਪੱਤਰ ਦਾ ਕੰਮ ਆ, ਹਨਾ, ਉਹ ਕੌਣ ਸਾਂਭਦਾ ਹੋਊਗਾ? ਉਹਦਾ ਸੈਕਟਰੀ, ਉਹਦਾ ਸੈਕਟਰੀ, ਪੀਏ ਜਿਹਨੂੰ ਆਪਾਂ ਕਹਿ ਦਿੰਦੇ ਪਰਸਨਲ ਅਸਿਸਟੈਂਟ।
ਠੀਕ ਹੈ। ਹਾਂ। ਪਰ ਆਪਾਂ ਕੀ ਕਵਾਂਗੇ ਵੀ ਉਹ ਫਲਾਨਾ ਕੰਮ ਯਾਰ ਉਹ ਪੈਸੇ ਕਿਹਨੂੰ ਜਮ੍ਹਾਂ ਕਰਾ ਦੇ, ਰੋਜੀ ਨੂੰ। ਉਹ ਫਲਾਨਾ ਕੰਮ ਕੌਣ ਕਰਵਾਊਗਾ, ਰੋਜੀ। ਆਪਾਂ ਇਹ ਤਾਂ ਨਹੀਂ ਆਂਦੇ ਉਹਦਾ ਰੋਜੀ ਦਾ ਪੀਓ ਕਰਾਊਗਾ। ਤੇ ਮੇਨਲੀ ਠੀਕ ਹੈ ਵੀ ਮੋਟਾ ਮੋਟਾ ਤਾਂ ਆਪਾਂ ਇਹੀ ਕਹਿੰਦੇ ਵੀ ਰੋਜੀ ਕੋਲੇ ਆ ਉਹ ਤਾਂ ਕੰਮ, ਉਹ ਤਾਂ ਰੋਜੀ ਹੈ। ਕਰਦਾ ਸਾਰਾ ਕੰਮ ਕੌਣ ਹੁੰਦਾ ਉਹਦਾ ਸਾਈਡ, ਉਵੇਂ ਹੀ ਆ ਵੀ ਫਾਈਨਾਂਸ ਸੈਕਟਰੀ ਕੋਲੇ ਆ ਇਹ, ਜਿਹੜਾ ਫੰਡ ਨੂੰ ਯੂਜ਼ ਕਰਨਾ, ਠੀਕ ਹੈ, ਉਹ ਫਾਈਨਾਂਸ ਸੈਕਟਰੀ ਕਰੂਗਾ। ਪਰ ਨਾ ਕਿਹਦਾ ਚੱਲੂਗਾ, ਪ੍ਰੈਜ਼ੀਡੈਂਟ ਦਾ ਚੱਲੂਗਾ। ਉਹੀ ਗਵਰਨਮੈਂਟ ਦਾ ਹੀ ਉਹ ਹੋ ਗਿਆ ਨਾ ਸੈਕਟਰੀ, ਫਾਈਨਾਂਸ ਸੈਕਟਰੀ ਗਵਰਨਮੈਂਟ ਦੀ। ਫਾਈਨਾਂਸ ਸੈਕਟਰੀ ਕੌਣ ਹੁੰਦਾ, ਜਿਹੜਾ ਗਵਰਨਮੈਂਟ ਦੇ ਵਿੱਚ ਫਾਈਨਾਂਸ ਮਿਨਿਸਟਰੀ ਹੁੰਦਾ, ਉਹਦਾ ਜਿਹੜਾ ਸੈਕਟਰੀ ਹੁੰਦੀ ਹੈ, ਸੈਕਟਰੀ ਹੁੰਦਾ ਉਹਦਾ, ਉਹ ਕੀ ਹੁੰਦਾ, ਫਾਈਨਾਂਸ ਸੈਕਟਰੀ। ਦੱਸਿਆ ਸੀ ਨਾ, ਸੈਕਟਰੀ ਹੁੰਦੇ ਆ ਹਰੇਕ ਮਿਨਿਸਟਰੀ ਦੇ ਆਪਦੇ ਹਾਂ ਬਈ ਹਾਂ। ਸਲਾਹਕਾਰ ਹੁੰਦੇ ਆ ਵੀ, ਉਹ ਆਪ ਤਾਂ ਮੰਤਰੀ ਪੜ੍ਹੇ ਲਿਖੇ ਤਾਂ ਹੁੰਦੇ ਨੇਗੇ। ਸਾਰਿਆਂ ਤੋਂ ਉੱਚਾ ਰੈਂਕ ਕਿਹੜਾ, ਸਾਰਿਆਂ ਤੋਂ ਉੱਚਾ ਰੈਂਕ ਇੰਡੀਆ ਦੇ ਵਿੱਚ ਕਿਹੜਾ, ਕੈਬਨਿਟ ਦਾ ਸੈਕਟਰੀ ਆ, ਕੈਬਨਿਟ ਸੈਕਟਰੀ ਦਾ, ਕੈਬਨਿਟ। ਠੀਕ ਹੈ। ਜੇ ਆਈਏਐਸ ਆਪਾਂ ਡੀਸੀਆਂ ਦੇ ਵਿੱਚ ਵੇਖ ਗਏ ਹਨਾ, ਆਈਏਐਸ ਅਧਿਕਾਰੀਆਂ ਦੇ ਵਿੱਚ ਸਾਰਿਆਂ ਤੋਂ ਉੱਚਾ ਰੈਂਕ ਹੁੰਦਾ ਕੈਬਨਿਟ ਸੈਕਟਰੀ ਦਾ। ਸਮਝ ਲੱਗ ਗਈ। ਹੁਣ ਇੱਕ ਰਹਿ ਗਿਆ ਪਬਲਿਕ ਅਕਾਊਂਟਸ ਆਫ ਇੰਡੀਆ। ਪਬਲਿਕ ਅਕਾਊਂਟ ਆਫ ਇੰਡੀਆ ਕੀ ਹੈ, ਪਬਲਿਕ ਅਕਾਊਂਟ ਆਫ ਇੰਡੀਆ ਵੀ ਫੰਡ ਆ ਹਨਾ, ਇਹਦੇ ਚ ਵੀ ਮਾੜੇ ਮੋਟੇ ਪੈਸੇ ਜਮਾ ਹੁੰਦੇ ਆ। ਜਿਹੜਾ ਮੋਟਾ ਮੋਟਾ ਪੈਸਾ ਤਾਂ ਜਮਾ ਕਾਹਦੇ ਚ ਹੁੰਦਾ, ਕੰਸੋਲੀਡੇਟਡ ਫੰਡ ਦੇ ਵਿੱਚ ਹੀ। ਜਿਵੇਂ ਵੀ ਮੰਨ ਕੇ ਚਲੋ ਲੋਨ ਲੈ ਲਿਆ ਜਾਂ ਲੋਨ ਵਾਪਸ ਆ ਗਿਆ, ਉਹ ਜਾਂ ਵੀ ਹੋਰ ਵੀ ਜਿਹੜੇ ਮੋਟੇ ਪੈਸੇ ਸਰਕਾਰ ਨੂੰ ਟੈਕਸ ਆਉਂਦਾ, ਉਹ ਸਾਰਾ ਕਿੱਥੇ ਹੋਇਆ, ਕੰਸੋਲੀਡੇਟਡ ਫੰਡ। ਇਹਦੇ ਚ ਮਾੜਾ ਮੋਟਾ ਥੋੜਾ ਬਹੁਤ ਜਿਹਾ ਜਿਹੜਾ ਪੈਸਾ ਛਿਟਕੂ ਪਿਟਕੂ ਜਿਹਾ ਰਹਿ ਗਿਆ, ਉਹ ਪਬਲਿਕ ਅਕਾਊਂਟ ਚ ਆ ਜਾਂਦਾ। ਕੀ ਹੁੰਦਾ ਪਬਲਿਕ ਅਕਾਊਂਟ ਚ, ਆਰਟੀਕਲ 266(2) provides that all other public monies other than those in consolidated fund of India received by on behalf of the government of India or the government of state shall be credited to the public account of India or public account of the state as the case may be. This account is operated by executive action and payment from it do not need parliamentary approval. Money in this account include provident fund deposits, saving bank deposits ਤੇ remittances। ਠੀਕ ਆ। ਸੋ ਕਹਿਣ ਦਾ ਮਤਲਬ ਯਾਰ ਸਿੱਧੀ ਜੀ ਗੱਲ ਆ ਵੀ ਜਿਵੇਂ ਹੁਣ ਗਵਰਨਮੈਂਟ ਨੂੰ ਕੋਈ ਯਾਰ ਮਾੜਾ ਮੋਟਾ ਬਾਹਰੋਂ ਥੋੜਾ ਬਹੁਤ ਪੈਸਾ ਜਿਹੜਾ ਆਉਂਦਾ, ਠੀਕ ਆ, ਉਹ ਕਿੱਥੇ ਜਮਾ ਹੋ ਜਾਂਦਾ, ਪਬਲਿਕ ਅਕਾਊਂਟ ਆਫ ਇੰਡੀਆ ਚ। ਠੀਕ ਹੈ। ਜਿਵੇਂ ਪ੍ਰੋਵੀਡੈਂਟ ਫੰਡ ਹੁੰਦੇ ਆ ਯਾਰ, ਪ੍ਰੋਵੀਡੈਂਟ ਫੰਡ ਹੁਣ ਕੀ ਚੀਜ਼ ਹੁੰਦੀ ਆ ਵੀ ਜਿਵੇਂ ਹੁਣ ਜਿਹੜੇ ਆ ਨਹੀਂ ਆਪਣੇ ਸੈਲਡ ਜਿਹੜੇ ਆਪਣੇ EMPLOYE ਹੁੰਦੇ ਆ, ਸੈਲਰੀਡ EMPLOYE, ਹਾਂ ਬਈ, ਵੀ ਜਿਹੜੇ ਆਮ ਸਰਕਾਰੀ ਕਰਮਚਾਰੀ ਹੁੰਦੇ ਆ ਹਨਾ, ਜਾਂ ਪ੍ਰਾਈਵੇਟ ਦਾ ਵੀ ਹੁਣ ਤਾਂ ਪ੍ਰੋਵੀਡੈਂਟ ਫੰਡ ਕੱਟਦੇ ਆ। ਤੇ ਪ੍ਰੋਵੀਡੈਂਟ ਫੰਡ ਦੇ ਵਿੱਚ ਕੀ ਹੁੰਦਾ ਵੀ ਤੁਹਾਡੀ ਜਿਹੜੀ ਸੈਲਰੀ ਮੰਨ ਕੇ ਚਲੋ 20,000 ਆ, ਤੁਹਾਨੂੰ 18,000 ਹੀ ਮਿਲਦੀ ਹੈ, 2,000 ਰੁਪਇਆ ਸਰਕਾਰ ਆਏ ਸਾਲ ਆਏ ਮਹੀਨੇ ਆਪਦੇ ਕੋਲੇ ਰੱਖ ਲੈਂਦੀ ਹੈ, ਪ੍ਰੋਵੀਡੈਂਟ ਫੰਡ 'ਚ ਤੁਹਾਡੇ ਜਮਾ ਹੋ ਜਾਂਦਾ। ਉਹ ਤੁਹਾਡੇ ਹੀ ਹੁੰਦੇ ਆ ਪੈਸੇ ਤਾਂ ਉਦੋਂ ਬਾਅਦ ਦੇ ਵਿੱਚ, ਵੀ ਤੁਹਾਨੂੰ ਜਦੋਂ ਤੁਸੀਂ ਰਿਟਾਇਰ ਹੋਵੋਗੇ ਜਾਂ ਜੌਬ ਨੂੰ ਛੱਡੋਗੇ, ਉਦੋਂ ਬਾਅਦ ਦੇ ਵਿੱਚ ਉਹ ਪੈਸੇ ਤੁਹਾਨੂੰ ਦੇ ਦਿੰਦੇ ਆ। ਇਹ ਪ੍ਰੋਵੀਡੈਂਟ ਫੰਡ ਹੁੰਦਾ। ਐਂ ਸੇਵਿੰਗ ਡਿਪੋਜ਼ਿਟਸ, ਜਿਹੜੇ ਸੇਵਿੰਗ ਬੈਂਕ ਡਿਪੋਜ਼ਿਟਸ, ਜਿਵੇਂ ਹੁਣ ਮੰਨ ਕੇ ਚਲੋ ਆਪਾਂ ਸਰਕਾਰੀ ਬੈਂਕਾਂ 'ਚ ਪੈਸੇ ਜਮਾ ਮਾੜੇ ਮੋਟੇ ਕਰਾਉਣੇ ਆ, ਸੇਵਿੰਗ ਕਰਾਉਣੇ ਆ ਹਨਾ, ਜਾਂ ਆਪਾਂ ਡਾਕਘਰ ਦੇ ਵਿੱਚ ਕਰਾ ਦਿੰਦੇ ਆ। ਉਹ ਹੁਣ ਡਾਕਘਰ ਤਾਂ ਸਰਕਾਰੀ ਆ, ਉਹਦਾ ਪੈਸਾ ਵੀ ਠੀਕ ਆ, ਜਿੱਦਣ ਆਪਾਂ ਵਾਪਸ ਕਰਾਵਾਂਗੇ ਉਦੋਂ ਕਰਾਵਾਂਗੇ, ਪਰ ਉਹ ਜਿੰਨਾ ਕੁ ਟਾਈਮ ਇੱਕ ਵਾਰੀ ਤਾਂ ਆਪਾਂ ਉੱਥੇ ਜਮਾ ਕਰਾਤੇ ਨਾ, ਉਹਨਾਂ ਟਾਈਮ ਤਾਂ ਸਰਕਾਰ ਵਰਤ ਹੀ ਸਕਦੀ ਹੈ। ਉਹ ਜਿਹੀਆਂ ਚੀਜ਼ਾਂ ਛੋਟੀਆਂ ਬਹੁਤ, ਉਹ ਕਿੱਥੇ ਹੋਣਗੀਆਂ, ਕਿਹੜੇ ਫੰਡ ਦੇ ਜਮਾ ਹੋਣਗੀਆਂ, ਕੰਸੋਲੀਡੇਟਡ ਫੰਡ 'ਚ ਹੋਣਗੀਆਂ। ਉਹ ਪਬਲਿਕ ਸੇਵਿੰਗ ਬੈਂਕ, ਹਾਂ ਸੇਵਿੰਗ ਬੈਂਕ ਡਿਪੋਜ਼ਿਟ ਤੇ ਪ੍ਰੋਵੀਡੈਂਟ ਫੰਡ ਕਿੱਥੇ ਜਮਾ ਹੋਣਗੇ, ਪਬਲਿਕ ਅਕਾਊਂਟ ਆਫ ਇੰਡੀਆ ਦੇ ਵਿੱਚ। ਤੇ ਪਬਲਿਕ ਅਕਾਊਂਟ ਆਫ ਇੰਡੀਆ 'ਚੋਂ ਪੈਸੇ ਕਢਾਉਣ ਲਈ ਸਰਕਾਰ ਨੂੰ ਕਿਸੇ ਦੀ ਅਪਰੂਵਲ ਦੀ ਲੋੜ ਨਹੀਂ, ਜਦੋਂ ਮਰਜ਼ੀ ਕਢਾ ਲਈ। ਬੈਂਕਾਂ ਵਾਲਾ ਜੀ ਇੱਥੇ ਹੋਊਗਾ ਫਿਰ, ਜਿਹੜਾ ਆਪਾਂ ਬੈਂਕਾਂ 'ਚ ਕਰਾਉਣੇ, ਬੈਂਕਾਂ 'ਚ ਫਿਰ ਉਹੀ ਸੇਵਿੰਗ ਬੈਂਕ ਡਿਪੋਜ਼ਿਟ ਦੀ ਗੱਲ ਆ। ਅੱਛਾ, ਜਿਹੜੇ ਆਪਾਂ ਸੇਵਿੰਗ ਕਰਾਉਣੇ ਆ, ਸੇਵਿੰਗ ਕਰਾਉਣੇ ਆ। ਪਰ ਉਹ ਬੈਂਕਾਂ ਵਾਲਾ ਤਾਂ ਯਾਰ ਮੇਨ ਫਿਰ ਉਹੀ ਗੱਲ ਹੈ ਨਾ, ਉਹ ਤਾਂ ਬੈਂਕ ਵਾਲੇ ਜ਼ਿਆਦਾਤਰ ਆਪਦੇ ਕੋਲ, ਤੁਸੀਂ ਇਕੱਲੇ ਪੋਸਟ ਆਫਿਸ ਵਾਲੀ ਯਾਦ ਰੱਖੋ, ਐਵੇਂ ਬੜਾ ਉਲਝ ਹੋਣਾ ਬਾਅਦ ਦੇ ਵਿੱਚ, ਫਿਰ ਤੁਸੀਂ ਹੋਰ ਗੱਲ ਕੋਈ ਦਿਮਾਗ 'ਚ ਆਊਗੀ। ਸੋ ਮੇਨ ਤੁਸੀਂ ਬਸ ਸੇਵਿੰਗ ਡਿਪੋਜ਼ਿਟ ਦੀ ਗੱਲ ਯਾਦ ਰੱਖ ਲਓ। ਮੇਨਲੀ ਜਿਹੜੇ ਸਰਕਾਰੀ ਬੈਂਕ ਆ ਯਾਰ, ਉਹ ਪੈਸਾ ਜਾਂਦਾ ਤਾਂ ਸਰਕਾਰ ਕੋਲ ਹੀ ਹੈ, ਪਰ ਫਿਰ ਵੀ ਇੱਕ ਚੀਜ਼ ਉਹ ਮੇਨਟੇਨ ਕਰਦੇ ਆ, ਕਹਿ ਸਕਦੇ ਆ ਤੁਸੀਂ ਵੈਸੇ ਸਰਕਾਰੀ ਬੈਂਕਾਂ ਵਾਲੇ ਤਾਂ ਜਾਣਗੇ। ਬਸ ਤੁਸੀਂ ਯਾਰ ਇੰਨੀ ਚੀਜ਼ ਯਾਦ ਰੱਖ ਲੈਣੀ, ਪ੍ਰੋਵੀਡੈਂਟ ਵਾਲਾ ਫੰਡ ਵਾਲਾ ਪੈਸਾ, ਤੇ ਜਿਹੜਾ ਤੁਸੀਂ ਇੱਕ ਵਾਰੀ ਪੋਸਟ ਆਫਿਸ ਨੂੰ ਦਿਮਾਗ 'ਚ ਰੱਖੋ, ਜਿਹੜੀ ਜਮਾ ਸਰਕਾਰੀ ਚੀਜ਼ ਹੈ, ਠੀਕ ਆ, ਉਹਦਾ ਜਿਹੜਾ ਡਿਪੋਜ਼ਿਟ ਆ ਉਹ ਕਿੱਥੇ ਜਾਊਗਾ, ਸੇਵਿੰਗ ਬੈਂਕ ਵਾਲਾ ਵੀ ਜਾਂਦਾ ਉੱਥੇ ਹੀ ਹੈ, ਰੱਖ ਲਓ ਜੇ ਰੱਖਣਾ। ਰੈਮਿਟੈਂਸਸ ਹੁੰਦਾ ਜਿਹੜੇ ਬਾਹਰੋਂ ਪੈਸੇ ਆਉਂਦੇ ਆ,
ਕਿਵੇਂ ਬਾਹਰੋਂ ਪੈਸੇ ਜਿਹੜੇ ਆਉਂਦੇ ਆ, ਜਿਵੇਂ ਹੁਣ ਮੰਨ ਕੇ ਚਲੋ ਆਪਾਂ ਨੂੰ ਜਾਂ ਹੁਣ ਬਾਬੇ ਦੇਦਾਰ ਨੂੰ ਸੇਵਕ ਪੈਸੇ ਬਾਹਰੋਂ ਭੇਜੇ, ਉਹ ਕੀ ਹੋਊਗਾ ਰੈਮਿਟੈਂਸ। ਰੈਮਿਟੈਂਸਸ। ਜਿਹੜੇ ਬਾਹਰਲੇ ਬੰਦੇ ਇਧਰੋਂ ਜਾ ਕੇ ਪੈਸਾ ਬਾਹਰੋਂ ਭੇਜਦੇ ਆ, ਉਹਨੂੰ ਅਸੀਂ ਕੀ ਕਹਿੰਦੇ ਆ ਰੈਮਿਟੈਂਸ। ਉਹ ਆ ਉਹ ਵੀ ਹੁਣ ਇਹ ਸਰਕਾਰ ਨੂੰ ਵੀ ਕਈ ਬੰਦੇ ਹੈਗੇ ਆ ਨਾ ਆਪਣੇ ਕੋਈ ਚੰਗੇ ਬਿਜ਼ਨਸਮੈਨ ਆ ਜਿਹੜੇ ਬਾਹਰ ਕੰਮ ਕਰਦੇ, ਸਰਕਾਰ ਨੂੰ ਕਿਸੇ ਗੱਲ ਵਾਸਤੇ ਪੈਸਾ ਭੇਜਦੇ ਹੋਣ, ਜਿਹੜਾ ਤਾਂ ਆਪਾਂ ਨੂੰ ਭੇਜਿਆ ਤਾਂ ਆਪਾਂ ਨੂੰ ਹੀ ਆਊਗਾ, ਸਰਕਾਰ ਨੂੰ ਥੋੜਾ ਜਾਊਗਾ, ਠੀਕ ਆ, ਪਰ ਸਰਕਾਰ ਨੂੰ ਵੀ ਭੇਜਿਆ ਜਾਂਦਾ। ਸੋ ਇਹ ਜਿਹੜਾ ਹੁਣ ਮੈਨੂੰ ਲੱਗਦਾ ਵੀ ਤੁਹਾਨੂੰ ਇਹਨਾਂ ਫੰਡਸ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਗਿਆ, ਪੈਸੇ ਕਿਵੇਂ ਕਿਵੇਂ ਚੱਲਦੇ ਆ, ਠੀਕ ਆ ਕਿ ਨਹੀਂ ਲੱਗਿਆ? ਲੱਗ ਗਏ। ਮੈਨੂੰ ਲੱਗਦਾ ਨਹੀਂ ਲੱਗਿਆ। ਹੈਲੋ ਹਾਂ ਬਈ। ਗੁਰਭੇਜ ਕਿੱਥੇ ਹੈ? ਹਾਂ ਬਾਈ। ਲੱਗ ਗਿਆ ਪਤਾ ਹੈ? ਹਾਂ ਬਾਈ। ਬਸ ਕੁਐਸਚਨ ਇੰਨੇ ਕੀ ਆ ਵੀ ਕੰਸੋਲੀਡੇਟਡ ਫੰਡ ਆਫ ਇੰਡੀਆ ਆਰਟੀਕਲ ਦੱਸੋ। ਕੰਸੋਲੀਡੇਟਡ ਫੰਡ ਆਫ ਇੰਡੀਆ ਚੋਂ ਪੈਸੇ ਜਦੋਂ ਮਰਜ਼ੀ ਕਢਾ ਸਕਦਾ ਰਾਸ਼ਟਰਪਤੀ? ਨਹੀਂ ਕਢਾ ਸਕਦਾ। ਕਿਹਦੇ ਅਪਰੂਵਲ ਦੀ ਲੋੜ ਹੈ? ਪਾਰਲੀਮੈਂਟ ਦੇ ਅਪਰੂਵਲ ਦੀ ਲੋੜ ਹੈ, ਠੀਕ ਹੈ। ਤੇ ਕਿਹੜਾ ਬਿੱਲ ਲੈ ਕੇ ਆਊਗਾ ਪਾਰਲੀਮੈਂਟ ਦੇ ਵਿੱਚ? ਕਿਹੜਾ ਬਿੱਲ ਲੈ ਕੇ ਆਊਗੀ ਸਰਕਾਰ? ਐਪਰੋਪ੍ਰੀਏਸ਼ਨ ਬਿੱਲ। ਬਸ ਐਪਰੋਪ੍ਰੀਏਸ਼ਨ ਬਿੱਲ ਤੋਂ ਬਿਨਾਂ ਉਹ ਨਹੀਂ ਕਢਵਾਏ ਜਾ ਸਕਦੇ। ਕੰਟੀਜੈਂਸੀ ਫੰਡ ਆਫ ਇੰਡੀਆ ਦੇ ਵਿੱਚੋਂ ਪੈਸੇ ਕਢਾਉਣ ਲਈ ਪਹਿਲੀ ਗੱਲ ਤਾਂ ਕੰਟੀਜੈਂਸੀ ਫੰਡ ਹੈ ਕਾਹਦੇ ਵਾਸਤੇ? ਐਮਰਜੈਂਸੀ ਹਾਲਤਾਂ ਵਾਸਤੇ, ਜੇ ਕੋਈ ਹੜ੍ਹ ਆ ਜੇ, ਸੋਕਾ ਆ ਜੇ, ਕੋਈ ਵੀ ਆ, ਉਹ ਜਿਸ ਦੀ ਬਣ ਜੇ। ਦੂਜੀ ਗੱਲ ਆ ਉਹਦੇ ਚੋਂ ਜੇ ਪੈਸੇ ਕਢਾਉਣੇ ਆ ਤਾਂ ਪ੍ਰੈਜ਼ੀਡੈਂਟ ਦੀ ਸੈਂਟ, ਪ੍ਰੈਜ਼ੀਡੈਂਟ ਆਪ ਹੀ ਕਢਾ ਸਕਦਾ, ਵੀ ਕਹਿੰਦਾ ਫਾਈਨਾਂਸ ਸੈਕਟਰੀ ਕੋਲ ਹੀ ਹੁੰਦਾ, ਜਦੋਂ ਮਰਜ਼ੀ ਉਹ ਕਢਾ ਸਕਦੀ ਸਰਕਾਰ। ਐਂ ਪਬਲਿਕ ਅਕਾਊਂਟ ਆਫ ਇੰਡੀਆ ਚੋਂ ਵੀ ਜਦੋਂ ਮਰਜ਼ੀ ਕਢਾ ਸਕਦੀ। ਸੋ ਹੁਣ ਕਮੇਟੀ ਸਿਸਟਮ ਦੀ ਗੱਲ ਹੈ। ਕਮੇਟੀਜ਼ ਹੈਵ ਬੀਨ ਕ੍ਰੀਏਟਡ, ਜਿਹੜੀ ਆਪਾਂ ਕਮੇਟੀ ਦੀ ਨੀ ਗੱਲ ਕੀਤੀ ਜਦੋਂ ਆਪਾਂ ਸੈਕੰਡ ਰੀਡਿੰਗ ਦੀ ਗੱਲ ਕਰੀ ਜਾਂਦੇ ਸੀ, ਮੈਂ ਕਿਹਾ ਸੀ ਵੀ ਜੇ ਜ਼ਿਆਦਾ ਇੰਪੋਰਟੈਂਟ ਬਿੱਲ ਆ ਤਾਂ ਇੱਕ ਮੋਟੀ ਡਿਸਕਸ਼ਨ ਤੋਂ ਬਾਅਦ ਉਹ ਕਿੱਥੇ ਪਹੁੰਚ ਜੂਗਾ, ਕਿੱਥੇ ਉਹ ਕਿਹਨੂੰ ਦੇ ਦੇਣਗੇ? ਕਮੇਟੀ ਨੂੰ, ਵੀ ਹਾਂਜੀ ਤੁਸੀਂ ਇਹ ਤੇ ਪੂਰੀ ਰਿਪੋਰਟ ਸਾਨੂੰ ਦੱਸੋ ਵੀ ਇਹ ਬਿੱਲ ਦੇ ਕੀ ਕੀ ਫਾਇਦੇ ਹੋ ਸਕਦੇ, ਕੀ ਕੀ ਨੁਕਸਾਨ ਹੋ ਸਕਦੇ, ਕਿਵੇਂ ਕਿਵੇਂ ਕਿਹੜੀਆਂ ਪੋਸੀਬਿਲਿਟੀਆਂ। ਸੋ ਕਮੇਟੀ ਬਾਅਦ ਦੇ ਵਿੱਚ ਆਪਦੀ ਰਿਪੋਰਟ ਸੌਂਪੂਗੀ। ਸੋ ਇਹ ਜ਼ਰੂਰੀ ਹੁੰਦਾ ਕਮੇਟੀ ਵਾਲਾ ਜਿਹੜੇ ਇੰਪੋਰਟੈਂਟ ਬਿੱਲ ਹੈ ਨਾ, ਕਿਉਂਕਿ ਕਮੇਟੀ ਫਿਰ ਸਾਰਾ ਕੁਝ ਸਾਰੀਆਂ ਪੋਸੀਬਿਲਿਟੀਆਂ ਦੱਸ ਦਿੰਦੀ ਹੈ ਵੀ ਇਹਦਾ ਆਹ ਨੁਕਸਾਨ ਹੋ ਸਕਦਾ। ਜੇ ਹੁਣ ਖੇਤੀ ਬਿੱਲਾਂ ਦੇ ਪਹਿਲਾਂ ਇਹਨਾਂ ਨੇ ਕਮੇਟੀ ਬਣਾਈ ਹੁੰਦੀ ਤੇ ਇਹਨਾਂ ਜੱਬ ਪੈਂਦਾ ਨਹੀਂ ਸੀ। ਕਮੇਟੀ ਨੇ ਪਹਿਲਾਂ ਹੀ ਦੱਸ ਦੇਣਾ ਸੀ ਵੀ ਜੇ ਐਂ ਕਰੋਗੇ ਤਾਂ ਇੱਥੋਂ ਤੁਹਾਡੇ ਵੀ ਵਿਰੋਧ ਵੀ ਹੋ ਸਕਦਾ ਤੁਹਾਡਾ। ਇਹਨਾਂ ਨੂੰ ਇਹ ਸੀ ਵੀ ਜੇ ਕਮੇਟੀ ਬਣ ਗਈ, ਇੱਕ ਤਾਂ ਟਾਈਮ ਲੱਗ ਜੂਗਾ, ਦੂਜਾ ਵੀ ਇਹ ਗੱਲ ਪਹਿਲਾਂ ਹੀ ਸਾਹਮਣੇ ਆ ਜੂ ਲੋਕਾਂ ਦੀ ਵੀ ਕਮੇਟੀ ਨੇ ਉਹ ਵੀ ਗੱਲ ਕਰਨੀ ਸੀ ਨਾ ਵੀ ਐ ਕਿਸਾਨਾਂ ਦਾ ਵੀ ਨੁਕਸਾਨ ਹੋ ਸਕਦਾ। ਕਮੇਟੀ ਨੇ ਸਾਰਾ ਕੁਝ ਹੀ ਦੱਸਣਾ ਹੁੰਦਾ। ਹੋਰ ਸੋ ਹੁਣ ਉਹ ਕਮੇਟੀਆਂ ਕਿੰਨੀਆਂ ਕਮੇਟੀਆਂ, ਕਿੰਨੇ ਤਰ੍ਹਾਂ ਦੀਆਂ ਕਮੇਟੀਆਂ, ਉਹਨਾਂ ਦੀ ਆਪਾਂ ਹੁਣ ਗੱਲ ਕਰਨ ਲੱਗੇ ਹਾਂ। ਤੇ ਜੇ ਤੁਹਾਡੇ ਯਾਦ ਹੋਵੇ, ਮੈਂ ਤੁਹਾਨੂੰ ਜਦੋਂ ਆਪਾਂ ਦੂਜਾ ਸਪੀਕਰ ਦੀਆਂ ਪਾਵਰ ਦੇ ਵਿੱਚ ਇੱਕ ਗੱਲ ਕਰਵਾਈ ਸੀਗੀ ਵੀ ਜਦੋਂ ਕੋਈ ਕਮੇਟੀ ਬਣਦੀ ਆ ਪਾਰਲੀਮੈਂਟ ਦੇ ਵਿੱਚ, ਉਹ ਕਮੇਟੀ ਦਾ ਜਿਹੜਾ ਚੇਅਰਮੈਨ ਆ ਉਹਨੂੰ ਕੌਣ ਲਾਉਂਦਾ? ਸਪੀਕਰ ਲਾਉਂਦਾ। ਕਮੇਟੀ ਦਾ ਜਿਹੜਾ ਹੈੱਡ ਹੁੰਦਾ ਉਹਨੂੰ ਕੌਣ ਅਪੁਆਇੰਟ ਕਰਦਾ? ਸਪੀਕਰ। ਤੇ ਜੇ ਉਹ ਕਿਸੇ ਹੈੱਡ ਨੂੰ ਅਪੁਆਇੰਟ ਨਹੀਂ ਕਰਦਾ ਤਾਂ ਉਹ ਆਟੋਮੈਟਿਕਲੀ ਸਪੀਕਰ ਖੁਦ ਉਹ ਜੀ ਕਮੇਟੀ ਦਾ ਕੌਣ ਹੁੰਦਾ? ਹੈੱਡ ਹੁੰਦਾ। ਜਾਂ ਤਾਂ ਕਿਸੇ ਬੰਦੇ ਨੂੰ ਲਾ ਦੂਗਾ ਉਹ ਕਮੇਟੀ ਦਾ ਹੈੱਡ, ਜੇ ਕੋਈ ਬੰਦਾ ਨਹੀਂ ਲਾਇਆ ਤਾਂ ਸਪੀਕਰ ਕੀ ਬਣ ਜਾਂਦਾ? ਐਕਸ ਅਫੀਸ਼ੀਓ ਹੈੱਡ ਬਣ ਜਾਂਦਾ ਉਹ ਕਮੇਟੀ ਦਾ। ਜਿਵੇਂ ਵਾਈਸ ਪ੍ਰੈਜ਼ੀਡੈਂਟ ਕੀ ਬਣ ਜਾਂਦਾ ਸੀ? ਐਕਸ ਅਫੀਸ਼ੀਓ ਚੇਅਰਮੈਨ ਬਣ ਜਾਂਦਾ ਸੀ, ਕਾਹਦਾ? ਰਾਜ ਸਭਾ ਦਾ, ਠੀਕ ਆ। ਉਵੇਂ ਜੇ ਕਿਸੇ ਕਮੇਟੀ ਦਾ ਕੋਈ ਹੈੱਡ ਨਹੀਂ ਲਾਇਆਗਾ ਸਪੀਕਰ ਨੇ, ਤੇ ਫਿਰ ਸਪੀਕਰ ਆਪ ਹੀ ਹੈੱਡ ਹੋਊਗਾ ਉਹ ਕਮੇਟੀ ਦਾ। ਸਮਝ ਲੱਗ ਗਈ ਪਹਿਲੀ ਗੱਲ? ਹੈ ਕਮੇਟੀਆਂ ਦੀ ਪ੍ਰਧਾਨਗੀ ਇਹੀ ਕਰੂਗਾ, ਪ੍ਰਧਾਨਗੀ ਕਹਿ ਲਓ, ਹਾਂ ਵੀ ਉਹ ਕਮੇਟੀ ਦਾ ਹਾਂ ਮੇਨ ਹੈੱਡ ਇਹ ਹੋਊਗਾ, ਵੀ ਪ੍ਰਧਾਨਗੀ ਵਾਲਾ ਕੰਮ ਹੀ ਪ੍ਰਧਾਨ ਇਹ ਹੋਊਗਾ ਉਹ ਕਮੇਟੀ ਦਾ, ਠੀਕ ਹੈ। ਪੜੋ, ਕਮੇਟੀਜ਼ have been created so that members of parliament can discuss and debate on the working of certain department of the government। ਕਮੇਟੀਆਂ ਕਾਹਤੋਂ ਬਣਾਈਆਂ? ਵੀ ਜਿਹੜੇ ਪਾਰਲੀਮੈਂਟ ਦੇ ਜਿਹੜੇ ਐਮਪੀਜ਼ ਵਗੈਰਾ ਉਹ ਡਿਸਕਸ ਕਰ ਸਕਣ, ਹਨਾ, ਵੀ ਕੋਈ ਸਪੈਸ਼ਲ ਇਸ਼ੂਜ਼ ਨੂੰ, ਸਪੈਸ਼ਲ ਮੈਟਰਸ ਨੂੰ, ਪਾਰਲੀਮੈਂਟ ਦੇ ਸਪੈਸ਼ਲ ਮੈਟਰਸ ਨੂੰ ਉਹ ਡਿਸਕਸ ਕਰ ਸਕਣ। ਸੋ ਮੇਨ ਕੀ ਹੈ? ਮੋਸਟ ਆਫ ਦਾ ਕਮੇਟੀਜ਼ ਫੰਕਸ਼ਨਸ ਅੰਡਰ ਦਾ ਡਾਇਰੈਕਸ਼ਨ ਆਫ ਸਪੀਕਰ। ਕਿਹਦੀ ਡਾਇਰੈਕਸ਼ਨ ਦੇ ਅੰਡਰ ਕੰਮ ਕਰਦੀਆਂ ਜ਼ਿਆਦਾਤਰ ਕਮੇਟੀਆਂ? ਸਪੀਕਰ ਦੀ। ਐਂਡ ਆਰ ਐਸੈਂਸ਼ਲੀ ਕਮੇਟੀਜ਼ ਆਫ ਲੋਕ ਸਭਾ। ਵੀ ਆ ਪਾਰਲੀਮੈਂਟਰੀ ਕਮੇਟੀ ਆਪਾਂ ਕਹਿੰਦੇ ਆ ਨਾ, ਜਾਂ ਹੁਣ ਨਾਂ ਵੇਖੋ ਪਹਿਲਾਂ ਕਿਹੜੇ ਕਿਹੜੇ ਇਹਨਾਂ ਦੇ। ਜੁਆਇੰਟ ਕਮੇਟੀ ਵੀ ਕਹਿ ਦਿੰਦੇ ਆ ਉਹਨੂੰ, ਪਾਰਲੀਮੈਂਟਰੀ ਕਮੇਟੀ ਵੀ ਕਹਿ ਦਿੰਦੇ ਆ, ਸਿਲੈਕਟ ਕਮੇਟੀ ਵੀ ਕਹਿ ਦਿੰਦੇ ਆ। ਤਿੰਨ ਨਾਂ ਹੁੰਦੇ ਆ ਇਹਦੇ, ਲਿਖ ਲਿਓ ਜੇ। ਜੁਆਇੰਟ ਕਮੇਟੀ, ਪਾਰਲੀਮੈਂਟਰੀ ਕਮੇਟੀ ਤੇ
ਸਿਲੈਕਟ ਕਮੇਟੀ। ਇਹ ਤਿੰਨੇ ਨਾਂ ਸੇਮ ਹੀ ਆ, ਠੀਕ ਹੈ। ਸੋ ਜ਼ਿਆਦਾਤਰ ਕਮੇਟੀਆਂ ਕਿਹਦੀਆਂ ਬਣਦੀਆਂ, ਲੋਕ ਸਭਾ ਚ ਹੀ ਬਣਦੀਆਂ, ਰਾਜ ਸਭਾ ਦੇ ਮੈਂਬਰਾਂ ਦੇ ਬਹੁਤ ਘੱਟ ਹੁੰਦੇ ਆ ਕਮੇਟੀ ਦੇ ਵਿੱਚ, ਥੋੜੇ ਹੁੰਦੇ ਆ ਰਾਜ ਸਭਾ ਦੇ ਮੈਂਬਰ ਐਜ਼ ਕੰਪੇਅਰ ਟੂ ਲੋਕ ਸਭਾ। ਫਿਰ ਕੀ ਆ, ਕਮੇਟੀਜ਼ ਆਰ ਕਲਾਸੀਫਾਈਡ ਅੰਡਰ 2 ਹੈਡਸ। ਦੋ ਤਰ੍ਹਾਂ ਦੀਆਂ ਕਮੇਟੀਜ਼ ਹੁੰਦੀਆਂ ਮੇਨਲੀ, ਕਿਹੜੀਆਂ ਕਿਹੜੀਆਂ, ਸਟੈਂਡਿੰਗ ਕਮੇਟੀ ਤੇ ਅਡਹੌਕ ਕਮੇਟੀ। ਸਟੈਂਡਿੰਗ ਕਮੇਟੀ ਤੇ ਅਡਹੌਕ ਕਮੇਟੀ। ਜਿਹੜੀ ਸਟੈਂਡਿੰਗ ਕਮੇਟੀ ਹੁੰਦੀ ਆ ਉਹ ਇੱਕ ਹਿਸਾਬ ਦੀ ਪਰਮਾਨੈਂਟ ਹੁੰਦੀ ਆ, ਵੀ ਉਹ ਜਦੋਂ ਉਹਨਾਂ ਦਾ ਕੰਮ ਉਹ ਪੂਰਾ ਹੋ ਗਿਆ, ਕੋਈ ਕੰਮ ਉਹਨੂੰ ਸੌਂਪਿਆ ਸਪੀਕਰ ਨੇ ਵੀ ਹਾਂਜੀ ਆਹ ਬਿੱਲ ਤੇ ਤੁਸੀਂ ਦੇਖੋ ਹਨਾ, ਆਹ ਬਿੱਲ ਬਾਰੇ ਆਪਦੀ ਰਿਪੋਰਟ ਪੇਸ਼ ਕਰੋ, ਉਦੋਂ ਹੀ ਬਣਾਈ ਕਮੇਟੀ। ਤੇ ਉਹ ਜਿੰਨਾ ਟਾਈਮ ਉਹ ਬਿੱਲ ਬਾਰੇ ਉਹਨੇ ਰਿਪੋਰਟ ਪੇਸ਼ ਕਰਨੀ ਹੈ, ਰਿਪੋਰਟ ਬਣਾਈ ਜਾਂਦੀ, ਉਹਨਾਂ ਟਾਈਮ ਉਹ ਕਮੇਟੀ ਹੈਗੀ ਆ। ਜਿੱਦਣ ਉਹਨਾਂ ਨੇ ਉਹ ਰਿਪੋਰਟ ਸਪੀਕਰ ਨੂੰ ਦੁਬਾਰਾ ਸਬਮਿਟ ਕਰਵਾਤੀ, ਉਹਨਾਂ ਦਾ ਕੰਮ ਪੂਰਾ ਹੋ ਗਿਆ ਕਮੇਟੀ ਦਾ, ਉਦੋਂ ਹੀ ਉਹ ਕਮੇਟੀ ਖਤਮ ਹੋ ਜੂਗੀ। ਉਹ ਕਿਹੜੀ ਹੁੰਦੀ ਆ, ਅਡਹੌਕ ਕਮੇਟੀ। ਅਡਹੌਕ ਦਾ ਮਤਲਬ ਹੁੰਦਾ ਟੈਂਪਰੇਰੀ, ਠੀਕ ਹੈ। ਜਿਹੜੀ ਸਟੈਂਡਿੰਗ ਕਮੇਟੀ ਹੁੰਦੀ ਹੈ, ਸਟੈਂਡਿੰਗ ਕਮੇਟੀ ਹੁੰਦੀ ਹੈ ਪਰਮਾਨੈਂਟ ਕਮੇਟੀ, ਉਹ ਰਹਿੰਦੀਆਂ ਹੀ ਰਹਿੰਦੀਆਂ, ਠੀਕ ਹੈ। ਉਹ ਇੱਕ ਕੰਮ ਪੂਰਾ ਹੋ ਗਿਆ, ਉਹਨਾਂ ਨੂੰ ਬਾਅਦ ਚ ਦੂਜਾ ਕੰਮ ਦੇ ਦਿੰਦੇ ਆ, ਦੂਜਾ ਪੂਰਾ ਹੋ ਗਿਆ ਤੀਜਾ ਦੇ ਦਿੰਦੇ, ਪਰ ਉਹ ਕਮੇਟੀ ਖਤਮ ਨਹੀਂ ਹੁੰਦੀ। ਉਹ ਕਿਹੜੀ ਹੁੰਦੀ ਹੈ, ਸਟੈਂਡਿੰਗ ਕਮੇਟੀ। ਸਟੈਂਡਿੰਗ ਤੇ ਅਡਹੌਕ ਦਾ ਮਤਲਬ ਪਤਾ ਲੱਗਿਆ ਕਿ ਨਹੀਂ ਲੱਗਿਆ? ਹਾਂ। So the standing committees are broadly classified into following committee। ਜਿਹੜੀਆਂ ਹੁਣ ਮੈਂ ਤੁਹਾਨੂੰ ਪਰਮਾਨੈਂਟ ਕਮੇਟੀ ਦੀ ਸਟੈਂਡਿੰਗ ਕਮੇਟੀ ਦੀ ਗੱਲ ਕੀਤੀ ਹੈ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਆ ਜਾਂਦੀਆਂ, ਕਮੇਟੀਜ਼ ਆਫ ਇਨਕੁਆਇਰੀਜ਼, ਕਮੇਟੀਜ਼ ਟੂ ਸਕਰੂਟੀਨਾਈਜ਼, ਵੀ ਜੇ ਕਿਸੇ ਚੀਜ਼ ਦੀ ਇਨਕੁਆਇਰੀ ਕਰਨੀ ਆ, ਠੀਕ ਹੈ। ਜਿਵੇਂ ਹੁਣ ਮੰਨ ਕੇ ਚਲੋ ਆਪਾਂ ਗੱਲ ਕਰੀ ਜਾਂਦੇ ਸੀਗੇ ਵੀ ਆ ਪ੍ਰੈਜ਼ੀਡੈਂਟ ਵਾਲੀ ਗੱਲ ਹੀ ਕਰ ਲਾ, ਜੇ ਇਨਕੁਆਇਰੀ ਕਰਵਾਉਣੀ ਆ, ਆਪਾਂ ਕਿਹਾ ਨਹੀਂ ਸੀ ਜਦੋਂ ਪ੍ਰੈਜ਼ੀਡੈਂਟ ਦਾ ਇੰਪੀਚਮੈਂਟ ਹੁੰਦੀ ਆ, ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਹੁੰਦੀ ਹੈ, ਪਹਿਲਾ ਹਾਊਸ ਕੀ ਕਰਦਾ, ਸ਼ੁਰੂ ਕਰਦਾ ਉਸ ਪ੍ਰੋਸੈਸ ਨੂੰ, ਦੂਜਾ ਹਾਊਸ ਦੇ ਵਿੱਚ ਕੀ ਹੁੰਦੀ ਹੈ, ਇਨਕੁਆਇਰੀ ਹੁੰਦੀ ਹੈ। ਸੋ ਇਨਕੁਆਇਰੀ ਇਹਨਾਂ ਨੂੰ ਵੀ ਦਿੱਤੀ ਜਾ ਸਕਦੀ ਹੈ, ਕਮੇਟੀ ਆਫ ਇਨਕੁਆਇਰੀ ਨੂੰ ਦੇ ਦੇਣ ਵੀ ਹਾਂ ਧਿਆਨ ਪੂਰੀ ਇਨਕੁਆਇਰੀ ਕਰਕੇ ਲਿਆਓ, ਠੀਕ ਹੈ ਇਹ ਗੱਲ। ਜਾਂ ਹੋਰ ਵੀ ਕਿਸੇ ਵੀ ਗੱਲ ਤੇ ਜੇ ਕੋਈ ਕਰਪਸ਼ਨ ਦੇ ਚਾਰਜ ਲੱਗਦੇ ਜਾਂ ਕਿਸੇ ਵੀ ਗੱਲ ਤੇ ਇਨਕੁਆਇਰੀ ਜੇ ਕੋਈ ਵੀ ਕਰਨੀ ਹੈ ਤਾਂ ਕਮੇਟੀ ਆਫ ਇਨਕੁਆਇਰੀ ਹੁੰਦੀ ਹੈ। ਫਿਰ ਕੀ ਹੁੰਦੀ ਹੈ, ਕਮੇਟੀ ਟੂ ਸਕਰੂਟੀਨਾਈਜ਼। ਸਕਰੂਟੀਨਾਈਜ਼ ਹੁੰਦਾ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਘੋਖਣਾ ਪੜਤਾਲਣਾ, ਠੀਕ ਹੈ। ਫਿਰ ਫਾਈਨੈਂਸ਼ੀਅਲ ਕਮੇਟੀ ਹੁੰਦੀ ਹੈ, ਵੀ ਜੇ ਫਾਈਨਾਂਸ ਨਾਲ ਕੋਈ ਸੰਬੰਧਿਤ ਗੱਲ ਆਈ ਹੈ ਹਨਾ, ਕੋਈ ਪੈਸੇ ਧੇਲੇ ਨਾਲ ਸੰਬੰਧਿਤ ਗੱਲ ਹੈ ਤੇ ਉਹ ਉਸ ਕਮੇਟੀ ਨੂੰ ਦੇ ਦੇਣਗੇ। ਫਿਰ ਕਮੇਟੀਜ਼ ਆਫ ਐਡਮਿਨਿਸਟ੍ਰੇਟਿਵ ਕਰੈਕਟਰ। ਸੋ ਬਸ ਇੰਨੇ ਇਹ ਪੁਆਇੰਟ ਨੂੰ ਤੁਸੀਂ ਬਾਹਲਾ ਨਹੀਂ ਯਾਦ ਰੱਖਣਾ, ਵੀ ਇਹ ਮੋਟਾ ਮੋਟਾ ਯਾਦ ਰੱਖਣਾ ਵੀ ਹਾਂ ਇਨਕੁਆਇਰੀ ਵਾਲੀ ਆ ਗਈ, ਸਕਰੂਟਨੀ ਵਾਲੀ ਆ ਗਈ, ਉਹ ਨਹੀਂ। ਸੋ ਫਾਈਨੈਂਸ਼ੀਅਲ ਕਮੇਟੀ ਆਫ ਦਾ ਪਾਰਲੀਮੈਂਟ ਆਰ, ਫਾਈਨੈਂਸ਼ੀਅਲ ਕਮੇਟੀ ਦੇ ਵਿੱਚ ਕਿਹੜੀਆਂ ਕਿਹੜੀਆਂ ਆ ਜਾਂਦੀਆਂ, ਐਸਟੀਮੇਟ ਕਮੇਟੀ ਤੇ ਪਬਲਿਕ ਅਕਾਊਂਟ ਕਮੇਟੀ, ਕਮੇਟੀ ਔਨ ਪਬਲਿਕ ਅੰਡਰਟੇਕਿੰਗਸ, ਠੀਕ ਹੈ। ਸੋ ਆਪਾਂ ਮੇਨ ਬਸ ਆਹੀ ਯਾਦ ਰੱਖਣੀਆਂ ਫਾਈਨੈਂਸ਼ੀਅਲ ਕਮੇਟੀ ਦੀ ਹੀ, ਠੀਕ ਹੈ। ਫਾਈਨੈਂਸ਼ੀਅਲ ਕਮੇਟੀ ਦੇ ਵਿੱਚ ਕਿਹੜੀਆਂ ਕਿਹੜੀਆਂ ਆ ਜਾਂਦੀਆਂ, ਇੱਕ ਤਾਂ ਐਸਟੀਮੇਟ ਕਮੇਟੀ ਹੁੰਦੀ ਹੈ, ਇੱਕ ਪਬਲਿਕ ਅਕਾਊਂਟਸ ਕਮੇਟੀ ਹੁੰਦੀ ਹੈ, ਠੀਕ ਹੈ। ਫਿਰ ਹੋਰ ਕਿਹੜੀਆਂ, ਕਮੇਟੀ ਔਨ ਪਬਲਿਕ ਅੰਡਰਟੇਕਿੰਗਸ ਤੇ 24 ਡਿਪਾਰਟਮੈਂਟਲ ਰਿਲੇਟਡ ਕਮੇਟੀਜ਼ ਹੁੰਦੀਆਂ। ਸੋ ਹੁਣ ਪਹਿਲਾਂ ਆਪਾਂ ਪੜਾਂਗੇ ਪਬਲਿਕ ਅਕਾਊਂਟ ਕਮੇਟੀ ਬਾਰੇ, ਕੀ ਹੈ ਪਬਲਿਕ ਅਕਾਊਂਟ ਕਮੇਟੀ। ਬਸ ਆ ਦੋ ਤਿੰਨ ਕਮੇਟੀਆਂ ਪੜ੍ਹਨੀਆਂ, ਇੱਕ ਤਾਂ ਪਬਲਿਕ ਅਕਾਊਂਟ ਕਮੇਟੀ ਪੜ੍ਹਨੀ ਹੈ, ਇੱਕ ਐਸਟੀਮੇਟ ਕਮੇਟੀ ਪੜ੍ਹਨੀ ਹੈ, ਠੀਕ ਹੈ। ਸੋ ਪਬਲਿਕ ਅਕਾਊਂਟ ਕਮੇਟੀ ਬਾਰੇ ਕੀ ਹੈ, ਪਬਲਿਕ ਅਕਾਊਂਟ ਕਮੇਟੀ ਵਾਸ ਸੈਟਅਪ ਇਨ ਫਸਟ ਇਨ 1921, ਜਦੋਂ ਬ੍ਰਿਟਿਸ਼ ਗਵਰਨਮੈਂਟ ਹੁੰਦੀ ਸੀ ਨਾ ਇੱਧਰ, ਉਦੋਂ ਵੀ ਪਾਰਲੀਮੈਂਟ ਤਾਂ ਤੁਹਾਨੂੰ ਦੱਸਿਆ ਵੀ ਲੱਗਦੀ ਹੁੰਦੀ। ਸੋ ਉਦੋਂ ਇਹ ਪਹਿਲੀ ਵਾਰੀ ਬਣੀ ਸੀ 1921 ਅੰਡਰ ਦਾ ਪ੍ਰੋਵੀਜ਼ਨ ਆਫ ਗਵਰਨਮੈਂਟ ਆਫ ਇੰਡੀਆ ਐਕਟ 1919। ਐਟ ਪ੍ਰੈਜ਼ੈਂਟ ਇਟ ਕੰਸਿਸਟ ਆਫ, ਕਿੰਨੇ ਮੈਂਬਰ ਹੈ ਇਹਦੇ, 22। 15 ਮੈਂਬਰ ਕਿੱਥੋਂ ਆ, ਲੋਕ ਸਭਾ ਚੋਂ, ਤੇ 7 ਮੈਂਬਰ ਕਿੱਥੋਂ, ਰਾਜ ਸਭਾ ਚੋਂ। ਇਹੀ ਗੱਲ ਆਪਾਂ ਪਹਿਲਾਂ ਪੜ੍ਹੀ ਹੈ ਨਾ, ਵੀ ਲੋਕ ਸਭਾ ਦੇ ਮੈਂਬਰ ਇਹ ਜ਼ਿਆਦਾ ਹੁੰਦੇ ਕਮੇਟੀਆਂ 'ਚ। ਸੋ ਸਿੰਸ 1967 a convention has developed whereby the chairman of committee is selected invariably from the opposition। ਆਹ ਬਹੁਤ ਇੰਪੋਰਟੈਂਟ ਚੀਜ਼ ਹੈ। ਜਿਹੜਾ ਚੇਅਰਮੈਨ ਆ ਇਸ ਕਮੇਟੀ ਦਾ, ਪਬਲਿਕ ਅਕਾਊਂਟ ਕਮੇਟੀ ਦਾ ਜਿਹੜਾ ਚੇਅਰਮੈਨ ਆ, ਉਹ ਕਿਹੜੀ ਪਾਰਟੀ ਦਾ ਹੁੰਦਾ, ਆਪੋਜੀਸ਼ਨ ਪਾਰਟੀ ਦਾ ਹੁੰਦਾ। ਕਿੱਥੋਂ ਦਾ ਹੁੰਦਾ, ਕਿਹੜੀ ਪਾਰਟੀ ਦਾ, ਆਪੋਜੀਸ਼ਨ ਪਾਰਟੀ। ਸਮਝ ਲੱਗ ਗਈ ਵੀ ਚੁਣੂਗਾ ਜ਼ਰੂਰ ਸਪੀਕਰ ਚੁਣੂਗਾ, ਪਰ ਕਿਹਦੇ ਚੋਂ ਚੁਣੂਗਾ, ਆਪੋਜੀਸ਼ਨ ਪਾਰਟੀ ਚੋਂ। ਬਸ ਪਬਲਿਕ ਅਕਾਊਂਟ ਕਮੇਟੀ 'ਚ ਤੁਸੀਂ ਜਿਹੜੀ ਚੀਜ਼ ਯਾਦ ਰੱਖਣੀ ਆ, ਉਹ ਸਿਰਫ ਇੰਨੀ ਯਾਦ ਰੱਖਣੀ ਆ ਵੀ ਇਹਦੇ ਮੈਂਬਰ ਕਿੰਨੇ ਹੁੰਦੇ ਆ, 22 ਮੈਂਬਰਸ ਹੁੰਦੇ ਆ, ਠੀਕ ਆ। 15 ਲੋਕ ਸਭਾ 7 ਰਾਜ ਸਭਾ ਚੋਂ, ਤੇ ਪਲੱਸ ਕੀ ਹੈ ਬਈ ਉਹਦਾ ਜਿਹੜਾ ਚੇਅਰਮੈਨ ਹੋਊਗਾ ਉਹ ਕੌਣ ਹੋਊਗਾ, ਆਪੋਜੀਸ਼ਨ ਪਾਰਟੀ ਦਾ ਬੰਦਾ ਹੋਊਗਾ। ਬਸ 22 ਮੈਂਬਰ
ਚੇਅਰਮੈਨ ਕਿਹੜੀ ਪਾਰਟੀ ਦਾ ਹੋਊਗਾ? ਆਪੋਜੀਸ਼ਨ ਪਾਰਟੀ ਦਾ। ਦ origin of estimate committee, ਹੁਣ estimate committee ਦੀ ਗੱਲ ਆ ਗਈ, can be traced to the standing financial committee set up in 1921। ਇਹ ਵੀ ਉੱਥੇ ਹੀ, ਇਹ ਵੀ 1921 ਚ ਸ਼ੁਰੂ ਹੋਈ ਹੈ ਨਾ। The first estimate committee was set up in 1950। it has ਕਿੰਨੇ ਮੈਂਬਰ ਹੁੰਦੇ ਆ? 30 members, all from ਲੋਕ ਸਭਾ only। the Rajya Sabha has no representation in this committee। ਬਸ ਇੰਨੀ ਚੀਜ਼ ਯਾਦ ਰੱਖ ਲੈਣੀ। ਪਬਲਿਕ ਅਕਾਊਂਟ ਕਮੇਟੀ ਦੀ ਕਿਹੜੀ ਚੀਜ਼ ਯਾਦ ਰੱਖੀ ਆ? ਬਲਤੇ ਬੋਲ, ਪਬਲਿਕ ਅਕਾਊਂਟ ਕਮੇਟੀ ਮੈਂਬਰ 10 ਕਿੰਨੇ ਹੁੰਦੇ ਉਹਦੇ? 22 ਤੇ ਉਹਦਾ ਚੇਅਰਮੈਨ ਕੌਣ ਹੁੰਦਾ ਪਬਲਿਕ ਅਕਾਊਂਟ ਕਮੇਟੀ ਦਾ? ਪਬਲਿਕ ਅਕਾਊਂਟ ਕਮੇਟੀ ਦਾ ਚੇਅਰਮੈਨ ਕੌਣ ਹੁੰਦਾ? ਆਪੋਜੀਸ਼ਨ ਪਾਰਟੀ ਦਾ ਬੰਦਾ ਹੁੰਦਾ ਕੋਈ। ਆਪੋਜੀਸ਼ਨ ਪਾਰਟੀ। ਕੌਣ ਹੁੰਦਾ? ਆਪੋਜੀਸ਼ਨ ਪਾਰਟੀ ਦਾ ਮੈਂਬਰ। ਆਪੋਜੀਸ਼ਨ ਪਾਰਟੀ ਦਾ, ਠੀਕ ਹੈ, ਉਹਦਾ ਚੇਅਰਮੈਨ ਵੀ ਰੂਲਿੰਗ ਪਾਰਟੀ ਚੋਂ ਨਹੀਂ ਲੈਣਾ। ਫਿਰ ਐਸਟੀਮੇਟ ਕਮੇਟੀ ਦੇ ਵਿੱਚ ਕਿੰਨੇ ਮੈਂਬਰ ਆ? 30 ਮੈਂਬਰ ਆ। ਠੀਕ ਹੈ, ਉਹਦੇ 22 ਮੈਂਬਰ ਸੀ, 15 ਲੋਕ ਸਭਾ ਦੇ ਸੀ, 7 ਰਾਜ ਸਭਾ ਦੇ। ਇਹਦੇ 30 ਦੇ 30 ਮੈਂਬਰ ਹੀ ਕਾਹਦੇ ਆ? ਲੋਕ ਸਭਾ ਦੇ। ਐਸਟੀਮੇਟ ਕਮੇਟੀ ਦਾ ਸੰਬੰਧ ਲੋਕ ਸਭਾ ਨਾਲ ਹੀ ਹੈ। ਜਿਵੇਂ ਮਨੀ ਬਿੱਲ ਦਾ ਸੰਬੰਧ ਕਿਹਦੇ ਨਾਲ ਆ? ਲੋਕ ਸਭਾ ਦੇ ਨਾਲ ਆ। ਠੀਕ ਹੈ, ਮਨੀ ਬਿੱਲ ਦੇ ਸੰਬੰਧ ਜੋ ਕੋਈ ਨਹੀਂ। ਨੋ ਕੌਨਫੀਡੈਂਸ ਮੋਸ਼ਨ ਦਾ ਸੰਬੰਧ ਕਿਹਦੇ ਨਾਲ ਆ? ਕੌਨਫੀਡੈਂਸ ਨੋ ਕੌਨਫੀਡੈਂਸ ਦੋਵੇਂ ਹੀ ਆ ਗਏ, ਕਾਹਦੇ ਨਾਲ ਆ? ਲੋਕ ਸਭਾ ਦੇ ਨਾਲ ਹੀ ਇਕੱਲੀ ਨਾਲ, ਰਾਜ ਸਭਾ ਦਾ ਕੋਈ ਦਖਲ ਨਹੀਂ। ਉਵੇਂ ਐਸਟੀਮੇਟ ਕਮੇਟੀ ਆ ਜਿਹੜੀ ਆ ਉਹਦਾ ਵੀ ਸੰਬੰਧ ਕਿਹਦੇ ਨਾਲ ਆ? ਲੋਕ ਸਭਾ ਦੇ ਨਾਲ ਆ, ਰਾਜ ਸਭਾ ਦਾ ਕੋਈ ਦਖਲ ਨਹੀਂ। ਠੀਕ ਹੈ, ਸੋ ਦਾ ਕਮੇਟੀ ਔਨ ਪਬਲਿਕ ਅੰਡਰਟੇਕਿੰਗਸ ਵਾਸ ਕ੍ਰੀਏਟਡ ਇਨ 1964 ਔਨ ਦਾ ਰਿਕਮੈਂਡੇਸ਼ਨ ਆਫ ਕ੍ਰਿਸ਼ਨਾ ਮੈਨਨ ਕਮੇਟੀ। ਇਟ ਹੈਜ਼ 22 ਮੈਂਬਰਸ। ਇਹਦੇ ਵੀ ਉਨੇ 22 ਮੈਂਬਰਸ ਹੀ ਹੁੰਦੇ ਆ। ਠੀਕ ਹੈ, ਫਿਰ ਆ ਗਿਆ ਡਿਪਾਰਟਮੈਂਟ ਰਿਲੇਟਡ ਕਮੇਟੀਜ਼। 17 ਡਿਪਾਰਟਮੈਂਟ ਰਿਲੇਟਡ ਕਮੇਟੀਜ਼ ਵਰ ਸੈਟਅਪ 1993 ਦੇ ਵਿੱਚ। ਇਨ 2004 7 ਮੋਰ ਕਮੇਟੀਜ਼ ਵਰ ਸੈਟਅਪ। Thus total 24 committees exist as of today। So member of the Rajya Sabha are associated with all the committees except estimate committee। ਆਹ ਚੀਜ਼ ਯਾਦ ਰੱਖਣੀ ਹੈ ਵੀ ਜਿੰਨੀਆਂ ਵੀ ਕਮੇਟੀਆਂ, ਵੇਖੋ ਆਪਾਂ ਪਬਲਿਕ ਅਕਾਊਂਟ ਕਮੇਟੀ ਪੜ੍ਹੀ ਹਨਾ, ਫਿਰ ਆਪਾਂ ਆ ਜਿਹੜੀ ਕਮੇਟੀ ਔਨ ਪਬਲਿਕ ਅੰਡਰਟੇਕਿੰਗਸ, ਕਮੇਟੀ ਔਨ ਪਬਲਿਕ ਅੰਡਰਟੇਕਿੰਗਸ ਦਾ ਮਤਲਬ ਪਤਾ ਕੀ ਆ? ਵੀ ਜਿਹੜੇ ਸਰਕਾਰੀ ਕੰਪਨੀਆਂ ਉਹਨਾਂ ਬਾਰੇ ਆ ਕਮੇਟੀ ਇਹ। ਜਿਵੇਂ ਸਰਕਾਰੀ ਕੰਪਨੀਆਂ ONGC ਆ ਜਾਂ ਇੰਡੀਅਨ ਆਇਲ ਤਾਂ ਸੁਣਿਆ ਨਾ, ਹਿੰਦੁਸਤਾਨ ਪੈਟਰੋਲੀਅਮ, ਇਹ ਸਾਰੀਆਂ ਦੀਆਂ ਸਾਰੀਆਂ ਕਿਹੜੀਆਂ? ਸਰਕਾਰੀ ਕੰਪਨੀਆਂ। ਇਹਨਾਂ ਸਰਕਾਰੀ ਕੰਪਨੀਆਂ ਨੂੰ ਜਿਹੜਾ ਚਲਾਉਣ ਵਾਸਤੇ ਵੀ ਇਹ ਸਹੀ ਢੰਗ ਨਾਲ ਚੱਲਦੀਆਂ ਰਹਿਣ, ਉਹ ਕਮੇਟੀਆਂ ਹਨਾ, ਵੀ ਇਹਨਾਂ ਦੇ ਜਾਂਚ ਪੜਤਾਲ ਬਾਰੇ ਉਹ ਕਮੇਟੀ ਨੂੰ ਆਪਾਂ ਕੀ ਕਹਿੰਦੇ? ਕਮੇਟੀਜ਼ ਔਨ ਪਬਲਿਕ ਅੰਡਰਟੇਕਿੰਗਸ। ਕਮੇਟੀ ਔਨ ਪਬਲਿਕ, ਵੀ ਇਹਨਾਂ ਨੂੰ ਪਬਲਿਕ ਅੰਡਰਟੇਕਿੰਗਸ ਹੀ ਕਹਿੰਦੇ ਆ। ਕਿ ਪਬਲਿਕ ਦਾ ਮਤਲਬ ਹੁੰਦਾ ਸਰਕਾਰੀ, ਜਿਹੜੀਆਂ ਅੰਡਰਟੇਕਿੰਗ ਹੁੰਦਾ ਹੱਥ ਚ ਹੋਣਾ, ਜਿਹੜੀਆਂ ਕੰਪਨੀਆਂ ਵੀ ਸਰਕਾਰੀ ਹੱਥ ਥੱਲੇ ਆ, ਉਹ ਕੀ ਹੈ? ਪਬਲਿਕ ਅੰਡਰਟੇਕਿੰਗ। ਠੀਕ ਹੈ, ਸੋ ਤੇ ਉਦੋਂ ਬਾਅਦ ਜਿਹੜੀਆਂ ਡਿਪਾਰਟਮੈਂਟਲ ਰਿਲੇਟਡ ਸਟੈਂਡਿੰਗ ਕਮੇਟੀ ਹੈ, ਇਹ ਅੱਡੋ ਅੱਡ ਡਿਪਾਰਟਮੈਂਟਾਂ ਦੇ ਨਾਲ, ਹਰੇਕ ਡਿਪਾਰਟਮੈਂਟ ਦੇ ਜਿਹੜੇ 24 ਡਿਪਾਰਟਮੈਂਟ ਵੀ ਸਾਰਿਆਂ ਦੇ ਨਾਲ ਨਹੀਂ, ਕੁਝ ਕੁ ਜਿਹੜੇ ਮੇਨ ਇੰਪੋਰਟੈਂਟ ਡਿਪਾਰਟਮੈਂਟ ਆ ਨਾ, ਉਹਨਾਂ ਦੇ ਨਾਲ ਸੰਬੰਧਿਤ ਕਮੇਟੀ ਪੱਕੇ ਤੌਰ ਤੇ ਰੱਖਦੀ ਸਟੈਂਡਿੰਗ ਕਮੇਟੀ ਹੈ। ਅਡਹੌਕ ਕਮੇਟੀ ਨੂੰ ਸਟੈਂਡਿੰਗ ਹੀ ਬਣਾਤੀ ਵੀ ਹਾਂ ਵੀ ਹੈਲਥ ਡਿਪਾਰਟਮੈਂਟ ਨਾਲ ਸੰਬੰਧਿਤ ਆ ਕਮੇਟੀ ਹੈਗੀ ਹੈ ਯਾਰ, ਇਹ ਕਰੂਗੀ ਇਹਦੇ ਬਾਰੇ ਗੱਲਬਾਤ, ਪੱਕੇ ਤੌਰ ਤੇ ਰੱਖਦੀ। ਠੀਕ ਹੈ, ਸੋ ਉਹ ਚੀਜ਼ ਆ ਗਈ ਵੀ ਮੇਨ ਗੱਲ ਤਾਂ ਇਹ ਹੈ ਵੀ ਜਿੰਨੀਆਂ ਵੀ ਕਮੇਟੀਆਂ ਬਣੀਆਂ, ਜਿੰਨੀਆਂ ਵੀ ਸਟੈਂਡਿੰਗ ਕਮੇਟੀਆਂ, ਉਹ ਸਾਰੀਆਂ ਦੇ ਮੈਂਬਰ ਜਿਹੜੇ ਆ ਉਹ ਲੋਕ ਸਭਾ ਤੇ ਰਾਜ ਸਭਾ ਚ ਚੁਣੇ ਜਾਂਦੇ ਆ। ਪਰ ਜਿਹੜੀ ਐਸਟੀਮੇਟ ਕਮੇਟੀ ਆ ਉਹਦੇ ਮੈਂਬਰ ਇਕੱਲੇ ਲੋਕ ਸਭਾ ਚ ਚੁਣੇ ਜਾਂਦੇ। ਠੀਕ ਹੈ, ਦਾ ਚੇਅਰਮੈਨ ਆਫ ਦਾ ਕਮੇਟੀਜ਼ are appointed by the speaker from amongst the members of the committee। ਠੀਕ ਹੈ, ਕੌਣ ਸਿਲੈਕਟ ਕਰਦਾ ਚੇਅਰਮੈਨ ਨੂੰ? ਸਪੀਕਰ ਸਿਲੈਕਟ ਕਰਦਾ। ਤੇ ਇਨ ਕੇਸ ਦਾ ਸਪੀਕਰ ਇਜ਼ ਅ ਮੈਂਬਰ ਆਫ ਦਾ ਕਮੇਟੀ, ਹੀ ਬਿਕਮਸ ਐਕਸ ਆਫੀਸ਼ੀਓ ਚੇਅਰਮੈਨ ਆਫ ਕਮੇਟੀ। ਜੇ ਸਪੀਕਰ ਆਪ ਹੀ ਉਹ ਕਮੇਟੀ ਦਾ ਮੈਂਬਰ ਆ ਤਾਂ ਉਹ ਕੀ ਬਣ ਜਾਊਗਾ? ਐਕਸ ਆਫੀਸ਼ੀਓ ਚੇਅਰਮੈਨ ਬਣ ਜਾਊਗਾ ਕਮੇਟੀ ਦਾ। ਸਮਝ ਲੱਗ ਗਈ ਕਿ ਨਹੀਂ ਲੱਗੀ? ਲੱਗ ਗਈ ਵੀ। ਸੋ ਆਹੀ ਚੀਜ਼ ਸੀ। ਹੁਣ ਇਹਦੇ ਚੋਂ ਬਸ ਮੋਟੇ ਮੈਂ ਤੁਹਾਨੂੰ ਫਿਰ ਦੁਬਾਰਾ ਦੱਸ ਦਿੰਦਾ ਵੀ ਪੜ੍ਹ ਆਪਾਂ ਸਾਰਾ ਲਿਆ, ਪਰ ਇਹਦੇ ਚੋਂ ਮੋਟੇ ਪੁਆਇੰਟ ਕੀ ਯਾਦ ਰੱਖਣੇ ਆ ਵੀ ਮੇਨਲੀ ਜਿਹੜੀਆਂ ਕਮੇਟੀਜ਼ ਆ ਦੋ ਤਰ੍ਹਾਂ ਦੀਆਂ ਹੁੰਦੀਆਂ, ਸਟੈਂਡਿੰਗ ਕਮੇਟੀ ਹੁੰਦੀ ਹੈ ਤੇ ਅਡਹੌਕ ਕਮੇਟੀ ਹੁੰਦੀ ਹੈ। ਸੋ ਅਡਹੌਕ ਕਮੇਟੀਜ਼ ਜਿਹੜੀਆਂ ਹੁੰਦੀਆਂ ਉਹ ਟੈਂਪਰੇਰੀ ਹੁੰਦੀਆਂ, ਉਹਨਾਂ ਨੂੰ ਬਸ ਉਨੇ ਟਾਈਮ ਵਾਸਤੇ ਲਾਇਆ ਜਾਂਦਾ ਜਿੰਨਾ ਟਾਈਮ ਕੋਈ ਕੰਮ ਆ।
ਉਸ ਤੋਂ ਬਾਅਦ ਵਿੱਚ ਉਹਨੂੰ ਸਪੈਸ਼ਲ ਪਰਪਸ ਵਾਸਤੇ ਬਣੀਆਂ ਹੁੰਦੀਆਂ, ਜਦੋਂ ਪਰਪਸ ਪੂਰਾ ਹੋ ਜਾਂਦਾ ਉਹਨਾਂ ਦਾ ਕੰਮ ਖਤਮ, ਕਮੇਟੀ ਉਹ ਰੱਦ, ਬਸ ਖਤਮ ਹੋ ਗਈ। ਪਰ ਜਿਹੜੀਆਂ ਸਟੈਂਡਿੰਗ ਕਮੇਟੀਜ਼ ਹੁੰਦੀਆਂ ਉਹ ਪਰਮਾਨੈਂਟ ਹੁੰਦੀਆਂ। ਸਟੈਂਡਿੰਗ ਦੇ ਵਿੱਚ ਆਪਾਂ ਕਿਹੜੀਆਂ ਕਿਹੜੀਆਂ ਕਮੇਟੀਆਂ ਦੀ ਗੱਲ ਕੀਤੀ ਆਪਾਂ ਵੀ ਕਾਫੀ ਤਰ੍ਹਾਂ ਦੀਆਂ ਆ ਜਾਂਦੀਆਂ। ਉਹਨਾਂ 'ਚ ਇੱਕ ਫਾਈਨੈਂਸ਼ੀਅਲ ਕਮੇਟੀਆਂ ਹੁੰਦੀਆਂ। ਫਾਈਨੈਂਸ਼ੀਅਲ ਦੇ ਵਿੱਚ ਗਾਂਹ ਅੱਗੇ ਕਿੰਨੀਆਂ ਆ ਗਈਆਂ ਵੀ ਮੇਨ ਪਬਲਿਕ ਅਕਾਊਂਟ ਕਮੇਟੀ ਯਾਦ ਰੱਖ ਲਿਓ ਤੁਸੀਂ, ਐਸਟੀਮੇਟ ਕਮੇਟੀ ਯਾਦ ਰੱਖ ਲਿਓ, ਠੀਕ ਹੈ ਜੀ। ਮੇਨਲੀ ਇਹ ਦੋ ਹੀ ਯਾਦ ਰੱਖਿਓ ਜੀ। ਸੋ ਜਿਹੜੀ ਪਬਲਿਕ ਅਕਾਊਂਟ ਕਮੇਟੀ ਆ ਉਹਦਾ ਜਿਹੜਾ ਚੇਅਰਮੈਨ ਆ ਉਹ ਆਪੋਜੀਸ਼ਨ ਪਾਰਟੀ ਚੋਂ ਲਾਊਗਾ ਸਪੀਕਰ, ਲਾਉਣਾ ਸਪੀਕਰ ਨਹੀਂ ਹੁੰਦਾ ਨੋ ਡਾਊਟ, ਪਰ ਆਪੋਜੀਸ਼ਨ ਪਾਰਟੀ ਚੋਂ। ਐਸਟੀਮੇਟ ਕਮੇਟੀ ਬਾਰੇ ਇਹ ਯਾਦ ਰੱਖਣੀ ਹੈ ਵੀ ਇਹਦੇ ਸਾਰੇ ਦੇ ਸਾਰੇ ਮੈਂਬਰ ਕਾਹਦੇ ਚੋਂ ਆ, ਲੋਕ ਸਭਾ ਲੋਕ ਸਭਾ। ਪਬਲਿਕ ਅਕਾਊਂਟ ਕਮੇਟੀ ਬਾਰੇ ਕੀ ਯਾਦ ਰੱਖਣਾ ਵੀ ਉਹਦਾ ਜਿਹੜਾ ਚੇਅਰਮੈਨ ਆ ਉਹ ਕੌਣ ਲਾਊਗਾ, ਚੇਅਰਮੈਨ ਕਾਹਦੇ ਚ ਹੋਣਾ ਚਾਹੀਦਾ, ਆਪੋਜੀਸ਼ਨ ਪਾਰਟੀ। ਆਪੋਜੀਸ਼ਨ ਪਾਰਟੀ। ਬਸ ਇੰਨੀ ਜੀ ਮੇਨ ਇਹਨਾਂ ਦੀ ਯਾਦ ਰੱਖਣੀ ਹੈ, ਠੀਕ ਹੈ। ਤੇ ਜੇ ਕਿਸੇ ਕਮੇਟੀ ਦੇ ਵਿੱਚ ਸਪੀਕਰ ਆਪ ਹੈਗਾ ਤੇ ਉਹਦਾ ਹੈੱਡ ਕੌਣ ਹੋਊਗਾ, ਸਪੀਕਰ ਆਪ ਹੀ ਹੋਊਗਾ। ਐਕਸ ਅਫੀਸ਼ੀਓ ਹੈੱਡ ਹੀ ਬਣ ਜਾਂਦਾ, ਐਕਸ ਅਫੀਸ਼ੀਓ ਚੇਅਰਮੈਨ ਬਣ ਜਾਂਦਾ। ਸਮਝ ਲੱਗ ਗਿਆ ਕਮੇਟੀਆਂ ਬਾਰੇ ਕਿ ਕੋਈ ਹੈ ਡਾਊਟ? ਸੇਮ ਹੀ ਪਈ ਹੈ ਕਮੇਟੀ ਜਿਹੜੀ ਆ ਥੱਲੇ ਕ੍ਰਿਸ਼ਨਾ ਮੈਨਨ ਕਮੇਟੀ ਆ, ਉਹੀ 22 ਮੈਂਬਰੀ, ਉਹ 15 ਕਿਸੇ ਦਾ ਹੀ ਲਿਖਿਆ ਯਾਰ ਕ੍ਰਿਸ਼ਨਾ ਮੈਨਨ ਕਮੇਟੀ ਦੇ ਪੜ੍ਹ ਖਾਂ ਲਾਈਨ ਕੀ ਲਿਖਿਆ, ਦਾ ਕਮੇਟੀ ਔਨ ਪਬਲਿਕ ਅੰਡਰਟੇਕਿੰਗਸ ਵਾਸ ਕ੍ਰੀਏਟਡ ਇਨ 1964। ਜਿਹੜੀ ਕਮੇਟੀ ਪਬਲਿਕ ਅੰਡਰਟੇਕਿੰਗਸ ਦੇ ਉੱਤੇ ਬਣੀ ਹੋਈ ਹੈ ਉਹ ਕਦੋਂ ਬਣੀ ਸੀ, 1964, ਔਨ ਦਾ ਰਿਕਮੈਂਡੇਸ਼ਨ ਆਫ ਦਾ ਕ੍ਰਿਸ਼ਨਾ ਮੈਨਨ ਕਮੇਟੀ। ਸੋ ਜਿਵੇਂ ਮੈਂ ਉਹ ਨਹੀਂ ਦੱਸਿਆਗਾ ਵੀ ਆ ਹੁਣੇ ਆਪਾਂ ਦੇਬਰੋਏ ਕਮੇਟੀ ਬਾਰੇ ਗੱਲ ਕੀਤੀ ਸੀਗੀ, ਜਿਹੜੀ ਨੇ ਇਹ ਕਿਹਾ ਸੀਗਾ ਵੀ ਹਾਂ ਵੀ ਤੁਸੀਂ ਉਹ ਬਿੱਲ ਨੂੰ ਆਪਣਾ ਬਜਟ ਨੂੰ, ਰੇਲਵੇ ਬਜਟ ਨੂੰ ਤੇ ਜਿਹੜਾ ਜਨਰਲ ਬਜਟ ਇਕੱਠਾ ਕਰ ਦਿਓ। ਇਹ ਐਕਸਪਰਟ ਕਮੇਟੀ ਬਣੀ ਸੀ। ਇਹ ਕਮੇਟੀ ਨੇ ਇਹ ਕਿਹਾ ਸੀ ਵੀ ਪਬਲਿਕ ਅੰਡਰਟੇਕਿੰਗਸ ਵਾਲੀ ਕਮੇਟੀ ਬਣਾਓ। ਕ੍ਰਿਸ਼ਨਾ ਮੈਨਨ ਕਮੇਟੀ ਨੇ ਕੀ ਕਿਹਾ ਸੀ ਵੀ ਆ ਪਬਲਿਕ ਅੰਡਰਟੇਕਿੰਗ ਵਾਲੀ ਕਮੇਟੀ ਬਣਾਓ, ਫਿਰ ਉਹਨਾਂ ਨੇ ਉਹ ਬਣਾਤੀ ਸੀ। ਕ੍ਰਿਸ਼ਨਾ ਮੈਨਨ ਕਮੇਟੀ ਤੇ ਇੱਕ ਜਸਟ ਉਹ ਬਣਾਈ ਸੀਗੀ ਕਾਹਦੇ ਵਾਸਤੇ, ਪਬਲਿਕ ਅੰਡਰਟੇਕਿੰਗਸ ਵਾਸਤੇ, ਵੀ ਅਸਲ ਚ ਉਦੋਂ ਮਾੜੀਆਂ ਮੋਟੀਆਂ ਜਾਂ ਤਾਂ ਘਾਟੇ ਚ ਜਾ ਰਹੀਆਂ ਹੋਣਗੀਆਂ ਉਹ, ਜਿਹੜੀਆਂ ਮੰਨ ਕੇ ਚਲੋ ਮੈਂ ਤੁਹਾਨੂੰ ਸਰਕਾਰੀ ਕੰਪਨੀਆਂ ਦੀ ਗੱਲ ਕਰੀ ਜਾਂਦਾ, ਉਹ ਉਦੋਂ ਹੋ ਸਕਦਾ ਘਾਟੇ ਚ ਜਾਂਦੀਆਂ ਹੁਣ। ਸੋ ਉਦੋਂ ਬਾਅਦ ਸਰਕਾਰ ਨੇ ਬਣਾਈ ਹੋਵੇ ਕਮੇਟੀ ਕ੍ਰਿਸ਼ਨਾ ਮੈਨਨ ਦੇ ਅੰਡਰ ਵੀ ਹਾਂਜੀ ਸਰ ਵੀ ਆਹ ਸਾਨੂੰ ਵੇਖ ਕੇ ਦੱਸੋ, ਸਾਰੇ ਤੁਸੀਂ ਐਨਾਲਾਈਜ਼ ਕਰੋ, ਸਾਰਾ ਕੁਝ ਵੇਖੋ ਵੀ ਇਹ ਕਾਹਤੋਂ ਘਾਟੇ ਚ ਕਿਉਂ ਜਾ ਰਹੀਆਂ, ਕਾਰਨ ਕੀ ਹੈ ਯਾਰ ਇਹਦਾ, ਹਨਾ ਵੀ ਸਰਕਾਰੀ ਕੰਪਨੀਆਂ ਘਾਟੇ ਚ ਕਿਉਂ ਜਾਈ ਜਾਂਦੀਆਂ। ਫਿਰ ਉਹ ਕ੍ਰਿਸ਼ਨਾ ਮੈਨਨ ਕਮੇਟੀ ਨੇ ਆਪਦੀਆਂ ਸਲਾਹ ਦਿੱਤੀ ਹੋਊਗੀ ਵੀ ਵੇਖੋ ਜੀ ਘਾਟੇ ਜਾਣ ਦਾ ਕਾਰਨ ਤਾਂ ਇਹ ਹੈ, ਪਰ ਜੇ ਆਪਾਂ ਘਾਟੇ ਜਾਣ ਤੋਂ ਬਚਾਉਣਾ ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ, ਤੁਸੀਂ ਐਂ ਕਰੋ ਵੀ ਤੁਸੀਂ ਪਾਰਲੀਮੈਂਟ ਦੇ ਵਿੱਚ ਪਬਲਿਕ ਅੰਡਰਟੇਕਿੰਗ ਦੇ ਉੱਪਰ ਕਮੇਟੀ ਬਣਾ ਦਿਓ ਜਿਹੜੀ ਹਮੇਸ਼ਾ ਹੀ ਧਿਆਨ ਰੱਖੇ ਵੀ ਇਹ ਕੋਈ ਗੜਬੜੀ ਨਾ ਹੋਵੇ। ਆਹ ਚੀਜ਼ ਹੈ। ਸੋ ਮੈਂ ਤੁਹਾਨੂੰ ਕਹੀ ਜਾਂਦਾ ਵੀ ਕ੍ਰਿਸ਼ਨਾ ਮੈਨਨ ਵਾਲੇ ਚੱਕਰਾਂ 'ਚ ਤੁਹਾਨੂੰ ਪੈਣ ਦੀ ਬਈ ਲੋੜ ਨਹੀਂ, ਤੁਹਾਨੂੰ ਇੱਕ ਵਾਰੀ ਪੜ੍ਹਾਤਾ, ਪਰ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਪੇਪਰ 'ਚ ਵੀ ਆਹੀ ਪੁੱਛੀਆਂ ਜਾਣਗੀਆਂ ਤੇ ਤੁਹਾਨੂੰ ਮੈਂ ਯਾਦ ਰੱਖਣ ਨੂੰ ਵੀ ਸਿਰਫ ਇੰਨੀਆਂ ਕੀ ਕਹੀਆਂ ਇਹਦੇ ਚੋਂ ਵੀ ਇੱਕ ਤਾਂ ਯਾਦ ਰੱਖ ਲੈਣਾ ਪਬਲਿਕ ਅਕਾਊਂਟਸ ਕਮੇਟੀ ਬਾਰੇ, ਇੱਕ ਤੁਸੀਂ ਯਾਦ ਰੱਖ ਲੈਣਾ ਐਸਟੀਮੇਟ ਕਮੇਟੀ ਬਾਰੇ, ਠੀਕ ਹੈ। ਤੇ ਇੱਕ ਮੇਨ ਤੁਸੀਂ ਇਹ ਯਾਦ ਰੱਖਣਾ ਵੀ ਅਡਹੌਕ ਕਮੇਟੀ ਤੇ ਸਟੈਂਡਿੰਗ ਕਮੇਟੀ 'ਚ ਫਰਕ ਕੀ ਹੁੰਦਾ। ਅਡਹੌਕ ਕਮੇਟੀ ਤੁਹਾਨੂੰ ਦੱਸਿਆ ਵੀ ਉਹ ਪਰਮਾਨੈਂਟ ਨਹੀਂ ਹੁੰਦੀ, ਉਹ ਟੈਂਪਰੇਰੀ ਹੁੰਦੀ ਹੈ। ਸਟੈਂਡਿੰਗ ਕਮੇਟੀ ਪਰਮਾਨੈਂਟ ਹੁੰਦੀ ਹੈ। ਤੇ ਆ ਜਿਹੜੀਆਂ ਹੁਣ ਪਬਲਿਕ ਅਕਾਊਂਟ ਕਮੇਟੀ ਹੈ ਜਾਂ ਐਸਟੀਮੇਟ ਕਮੇਟੀ ਹੈ ਇਹ ਪਰਮਾਨੈਂਟ ਆ, ਠੀਕ ਹੈ। ਤੇ ਇੱਕ ਜਿਹੜਾ ਉੱਪਰ ਲਿਖਿਆ ਪਿਆ, ਜਿਹੜਾ ਮੈਂ ਪੈਨ ਨਾਲ ਲਿਖਿਆ ਹੋਇਆ ਟਵਿਨ ਸਿਸਟਰਸ, ਟਵਿਨ ਸਿਸਟਰਸ ਕਿਹੜੀਆਂ ਕਿਹੜੀਆਂ, ਪਬਲਿਕ ਅਕਾਊਂਟ ਕਮੇਟੀ ਤੇ ਐਸਟੀਮੇਟ ਕਮੇਟੀ, ਇਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਆ, ਟਵਿਨ ਸਿਸਟਰਸ। ਆਹੀ ਬਸ ਦੋ ਹੀ ਯਾਦ ਰੱਖਣੀਆਂ ਆਪਾਂ ਮੇਨਲੀ। ਤੇ ਉਹ ਚੀਜ਼ ਯਾਦ ਰੱਖਣੀ ਹੈ ਵੀ ਚੇਅਰਮੈਨ ਕੌਣ ਲਾਊਗਾ ਕਮੇਟੀ ਦਾ, ਚੇਅਰਮੈਨ ਕੌਣ ਲਾਉਂਦਾ ਕਿਸੇ ਵੀ ਕਮੇਟੀ ਦਾ, ਪਾਰਲੀਮੈਂਟਰੀ ਕਮੇਟੀ ਦਾ ਚੇਅਰਮੈਨ ਕੌਣ ਲਾਉਂਦਾ, ਸਪੀਕਰ ਹੀ ਲਾਊਗੇ ਬਸ, ਠੀਕ ਹੈ। ਤੇ ਜੇ ਸਪੀਕਰ ਆਪ ਉਸ ਕਮੇਟੀ ਦਾ ਮੈਂਬਰ ਹੈਗਾ ਤੇ ਉਹ ਆਟੋਮੈਟਿਕਲੀ ਉਹ ਆਪ ਬਣ ਜੂਗਾ ਐਕਸ ਅਫੀਸ਼ੀਓ ਚੇਅਰਮੈਨ ਉਹਦੀ। ਮੈਂ ਇੰਨੀਆਂ ਗੱਲਾਂ ਯਾਦ ਰੱਖਣੀਆਂ, ਹੋਰ ਬਾਹਲਾ ਨਹੀਂ ਇਹਦੇ ਜੀ, ਠੀਕ ਹੈ। ਚਲੋ ਠੀਕ ਹੈ।